वाहिगुरू जी का खालसा वाहिगुरू जी की फतेह। टीवी 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਖਾਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਜਿਹੜਾ ਸ਼ੁੱਕਰਵਾਰ ਦਾ ਦਿਨ ਹੈ, ਇਸ ਹਫਤੇ ਦੀ ਸਾਡੀ ਜਿਹੜੀ ਲਾਸਟ ਪ੍ਰੋਗਰਾਮਿੰਗ ਹੈਗੀ ਹੈ ਲਾਈਵ ਪ੍ਰੋਡਕਸ਼ਨ, ਉਸ ਦੇ ਵਿੱਚ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਜਿਹੜੀਆਂ ਇਸ ਹਫਤੇ ਦੀਆਂ ਘਟਨਾਵਾਂ ਨੇ ਉਹਨਾਂ ਦਾ ਮੁਲਾਂਕਣ ਕਰਾਂਗੇ ਅੱਜ ਦੀ ਪੈਨਲ ਡਿਸਕਸ਼ਨ ਦੇ ਵਿੱਚ। ਖਾਸ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਜਿਸ ਕਿਸਮ ਦਾ ਘਟਨਾਕ੍ਰਮ ਪਿਛਲੇ 2-3 ਦਿਨਾਂ ਦਾ ਪਿੱਛੇ ਪੰਜਾਬ ਦੀ ਧਰਤੀ ਤੋਂ ਸਾਡੇ ਸਾਹਮਣੇ ਆਇਆ, ਉਸ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਵੇ, ਕਿਸ ਕਿਸਮ ਦੀਆਂ ਉਹਦੇ ਤੇ ਡਿਬੇਟਸ ਹੋ ਰਹੀਆਂ ਨੇ। ਨੋਟ ਕਿ ਜਦੋਂ ਅਸੀਂ ਇਕੱਲਾ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਸਰਕਾਰ ਦਾ ਪੱਖ ਹੈ, ਵਿਰੋਧੀ ਧਿਰਾਂ ਦਾ ਪੱਖ ਹੈ, ਸਾਡਾ ਆਪਣਾ ਇੱਕ ਪੰਥਕ ਦਾਇਰਾਕਾਰ ਦਾ ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਦਾ ਪੱਖ ਹੈ, ਤੇ ਨਾਲ ਹੀ ਨਾਲ ਇੱਕ ਨੈਸ਼ਨਲ ਮੀਡੀਆ ਨੇ ਜੋ ਇੱਕ ਬਿਰਤਾਂਤ ਸਿਰਜਿਆ ਇੱਕ ਉਹ ਪੱਖ ਹੈ। ਸੋ ਕਈ ਤਰ੍ਹਾਂ ਤੋਂ ਇਸ ਸਾਰੇ ਘਟਨਾਕ੍ਰਮ ਨੂੰ ਦੇਖਿਆ ਜਾ ਰਿਹਾ ਹੈ। ਤੇ ਨਾਲ ਹੀ ਨਾਲ ਜਦੋਂ ਅਸੀਂ ਦੇਖ ਰਹੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਲੱਗਿਆ ਹੋਇਆ ਹੈ ਚੰਡੀਗੜ੍ਹ ਦੇ ਵਿੱਚ, ਮੋਹਾਲੀ ਦੇ ਵਿੱਚ, ਤੇ ਉਸ ਮੋਰਚੇ ਨੂੰ ਜਿਸ ਕਿਸਮ ਦੀ ਸਪੋਰਟ ਮਿਲ ਰਹੀ ਹੈ, ਇੱਕ ਉਭਾਰ ਦੇਖਣ ਨੂੰ ਮਿਲ ਰਿਹਾ ਹੈ ਸੰਗਤ ਦੇ ਵਿੱਚ, ਲੋਕਾਂ ਦੇ ਵਿੱਚ, ਤੇ ਨਾਲ ਹੀ ਨਾਲ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਦੇ ਵਿੱਚ ਕਿ ਬੰਦੀ ਸਿੱਖਾਂ ਦੀ ਜਿਹੜੀ ਰਿਹਾਈ ਹੈ ਉਹ ਹੋਣੀ ਚਾਹੀਦੀ ਹੈ। ਤੇ ਇਸ ਦੇ ਉੱਤੇ ਜਦੋਂ ਅਸੀਂ ਗਲੋਬਲ ਲੈਵਲ ਤੇ ਦੇਖਦੇ ਹਾਂ, ਅਸੀਂ ਨਿਊਯਾਰਕ ਦੇ ਵਿੱਚ ਬੈਠੇ ਹਾਂ, ਦੁਨੀਆ ਭਰ ਦੇ ਵਿੱਚ ਅਖੰਡ ਪਾਠ ਸਾਹਿਬ, ਪ੍ਰੋਟੈਸਟ, ਕਾਰ ਰੈਲੀਆਂ ਦਾ ਜਿਹੜਾ ਸਿਲਸਿਲਾ ਉਹ ਵੀ ਚੱਲ ਰਿਹਾ ਹੈ। ਇਸੇ ਲੜੀ ਦੇ ਤਹਿਤ ਨਿਊਯਾਰਕ ਦੇ ਵਿੱਚ ਪਰਸੋਂ ਨੂੰ ਐਤਵਾਰ ਨੂੰ ਇੱਕ ਕਾਰ ਰੈਲੀ ਕੱਢੀ ਜਾ ਰਹੀ ਹੈ। ਜਿਹੜੇ ਨਿਊਯਾਰਕ ਦੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਾਰਿਆਂ ਵੱਲੋਂ ਇੱਕ ਜੁਆਇੰਟ ਪ੍ਰੋਟੈਸਟ ਰੂਪ ਦੇ ਵਿੱਚ, ਖਾਲਸਾਈ ਮਾਰਚ ਦੇ ਰੂਪ ਦੇ ਵਿੱਚ ਇਹ ਜਿਹੜੀ ਕਾਰ ਰੈਲੀ ਹੈ ਉਹ ਕੱਢੀ ਜਾ ਰਹੀ ਹੈ, ਜਿਹੜੀ ਕੁਈਨਸ ਵਿਲੇਜ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਰਿਚਮੰਡ ਹਿੱਲ 118 ਸਟਰੀਟ ਦੇ ਉੱਤੇ ਜਿਹੜੀ ਹੈ ਸਮਾਪਤ ਹੋਊਗੀ। ਸੋ ਇਸ ਸਾਰੇ ਦੇ ਉੱਤੇ ਅੱਜ ਦੀ ਗੱਲਬਾਤ ਦੇ ਲਈ ਸਾਡੇ ਨਾਲ ਸਰਦਾਰ ਹਿੰਮਤ ਸਿੰਘ ਇਸ ਵਕਤ ਜੁੜੇ ਆ ਵਰਲਡ ਸਿੱਖ ਪਾਰਲੀਮੈਂਟ ਤੋਂ, ਤੇ ਨਾਲ ਹੀ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਇਸ ਵਕਤ ਮੌਜੂਦ ਨੇ। ਆਓ ਇਹਨਾਂ ਦੋਵਾਂ ਸ਼ਖਸੀਅਤਾਂ ਦੇ ਨਾਲ ਮਿਲ ਕੇ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਿੰਮਤ ਸਿੰਘ ਜੀ, ਸ਼ੁਰੂਆਤ ਮੈਂ ਤੁਹਾਡੇ ਕੋਲੋਂ ਕਰਾਂ, ਕਿਵੇਂ ਦੇਖ ਰਹੇ ਹੋ ਖਾਸ ਤੌਰ ਤੇ ਪਹਿਲਾਂ ਜਿਹੜੀ ਇਹ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮੋਰਚਾ ਲੱਗਾ ਹੋਇਆ ਇਸ ਵਕਤ ਪਿੱਛੇ, ਤੇ ਉਹਦੀ ਸਪੋਰਟ ਦੇ ਵਿੱਚ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਪ੍ਰੋਗਰਾਮ ਉਲੀਕੇ ਜਾ ਰਹੇ ਆ, ਤੇ ਨਿਊਯਾਰਕ ਦੇ ਖਾਸ ਪ੍ਰੋਗਰਾਮ ਦਾ ਜਿਸ ਦੇ ਮੁਤਲਕ ਅਸੀਂ ਅੱਜ ਇਹ ਸ਼ੋਅ ਦੀ ਸ਼ੁਰੂਆਤ ਕਰ ਰਹੇ ਹਾਂ, ਇੱਥੋਂ ਗੱਲਬਾਤ ਦੀ ਸ਼ੁਰੂਆਤ ਕਰੀਏ ਜੀ। ਅਮਰਵੀਰ ਸਿੰਘ ਜੀ, ਅੱਜ ਜਦੋਂ ਬੰਦੀ ਸਿੰਘਾਂ ਦੀ ਆਪਾਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਮੈਂ ਸਮਝਦਾ ਕਿ ਜਿਹੜਾ ਹੈਗਾ ਆਪਣਾ ਭਾਈ ਗੁਰਬਖਸ਼ ਸਿੰਘ ਜੀ ਜਿਹੜੇ ਖਾਲਸਾ ਜੀ, ਉਹਨਾਂ ਦਾ ਨਾਂ ਲੈਣਾ ਮੈਂ ਜ਼ਰੂਰੀ ਸਮਝਦਾ ਹਾਂ ਜੀ ਕਿ ਅੱਜ ਤੋਂ ਕੁਝ ਅਰਸਾ ਪਹਿਲਾਂ ਉਹਨਾਂ ਨੇ ਜੋ ਬੰਦੀ ਸਿੰਘਾਂ ਦੀ ਗੱਲ ਪੰਜਾਬ ਦੀ ਧਰਤੀ ਤੋਂ ਸ਼ੁਰੂਆਤ ਕੀਤੀ। ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਨਾਲ ਉਹ ਉਸ ਵੇਲੇ ਜੇਲ੍ਹ ਦੇ ਵਿੱਚ ਵੀ ਰਹੇ। ਸੋ ਹੋਰ ਵੀ ਬੰਦੀ ਸਿੰਘਾਂ ਦੇ ਨਾਲ ਉਹਨਾਂ ਨੇ ਜਿਹੜਾ ਸੰਗ ਮਾਣਿਆ। ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਉਹਨਾਂ ਨੇ ਜੋ ਗੁਰਦੁਆਰਾ ਅੰਬ ਸਾਹਿਬ ਤੋਂ ਸੰਘਰਸ਼ ਆਰੰਭਿਆ ਸੀ, ਉਹ ਆਪਣੇ ਸਮੇਂ ਦੇ ਵਿੱਚ ਕੁੱਲ ਦੁਨੀਆ ਦੇ ਵਿੱਚ ਇਹ ਮੈਸੇਜ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਏ। ਉਹਨਾਂ ਦੇ ਸੰਘਰਸ਼ ਦੇ ਵਿੱਚ ਹੀ ਜਿਹੜੀਆਂ ਸਾਡੇ ਬੰਦੀ ਸਿੰਘਾਂ ਨੂੰ ਪੈਰੋਲਸ ਮਿਲਣੀਆਂ ਜਿਹੜੀਆਂ ਸ਼ੁਰੂ ਹੋਈਆਂ, ਉਹਨਾਂ ਤੋਂ ਬਾਅਦ ਜਿਹੜਾ ਬਾਪੂ ਸੂਰ ਸਿੰਘ ਉਹਨੇ ਵੀ ਆਏ ਜੀ। ਤਾਂ ਅੱਜ ਅਸੀਂ ਸਮਝਦੇ ਜੋ ਇੰਨੇ ਸਮੇਂ ਤੋਂ ਬਾਅਦ ਜਿਹੜਾ ਮੋਰਚਾ ਜਿਹੜਾ ਆ ਕੌਮੀ ਇਨਸਾਫ ਮੋਰਚਾ, ਉਹ ਵੀ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਪੰਥ ਵੱਲੋਂ ਲਾਇਆ ਗਿਆ। ਉਹਨਾਂ ਨੇ ਇੱਕ ਚਿੱਠੀ ਲਿਖੀ ਸੀਗੀ ਪੰਥ ਦੀਆਂ ਸਰਮੌਰ ਜਥੇਬੰਦੀਆਂ ਕਿ ਉਹ ਬਾਪੂ ਜੀ ਹੋਣੀ, ਬਾਪੂ ਗੁਰਚਰਨ ਸਿੰਘ ਹੋਣੀ, ਸਾਰੇ ਹੀ ਪੰਜਾਬ ਦੇ ਵਿੱਚ ਉਹਨਾਂ ਸਾਰੀਆਂ ਸੰਸਥਾਵਾਂ ਜਥੇਬੰਦੀਆਂ ਜਿਹੜੀਆਂ ਧਾਰਮਿਕ, ਸਮਾਜਿਕ, ਸੋਸ਼ਲ ਜਥੇਬੰਦੀਆਂ ਤੱਕ ਅਪਰੋਚ ਕੀਤੀ, ਉਹਨਾਂ ਨੂੰ ਚਿੱਠੀ ਪੜ੍ਹਾਈ। ਤਾਂ ਉਹ 7 ਜਨਵਰੀ ਨੂੰ ਇੱਕ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਜਿਹੜਾ ਆ ਉਹਨਾਂ ਨੇ ਮਾਰਚ ਕੱਢ ਕੇ ਅੱਜ YPS ਚੌਂਕ ਚੰਡੀਗੜ੍ਹ ਮੋਹਾਲੀ ਦੇ ਵਿੱਚ ਉਹ ਮੋਰਚਾ ਜਿਹੜਾ ਆ ਕਾਮਯਾਬੀ ਵੱਲ ਨੂੰ ਵੱਧਦਾ ਜਿਹੜਾ ਨਜ਼ਰ ਆ ਰਿਹਾ। ਸੋ ਮੈਂ ਸਮਝਦਾ ਕਿ ਉਸ ਮੋਰਚੇ ਦੇ ਵਿੱਚ ਜਿਹੜਾ ਅਸੀਂ ਅੱਜ ਦਾ ਜਿਹੜਾ ਪਾਰਟ ਅਦਾ ਕਰ ਸਕਦੇ ਹਾਂ, ਉਹ ਅਸੀਂ ਵਿਦੇਸ਼ਾਂ ਵਿੱਚ ਬੈਠ ਕੇ ਇਸ ਨੂੰ ਮੋਰਚੇ ਨੂੰ ਸਪੋਰਟ ਦੇ ਸਕਦੇ ਹਾਂ। ਜਿੱਥੇ ਅਸੀਂ ਇਹਨਾਂ ਪਾਵਰਫੁਲ ਕੰਟਰੀਆਂ ਦੇ ਵਿੱਚ ਬੈਠੇ ਹੋਏ ਹਾਂ, ਅਸੀਂ ਯੂਨਾਈਟਿਡ ਨੇਸ਼ਨ ਦੇ ਵਿੱਚ ਆਵਾਜ਼ ਲਿਜਾ ਸਕਦੇ ਹਾਂ, ਸਟੇਟ ਡਿਪਾਰਟਮੈਂਟ ਨੂੰ ਦੱਸ ਸਕਦੇ ਹਾਂ,
ਉਸ ਦੇ ਨਾਲ ਸਾਡੀ ਆਪਣੀ ਕੌਮ ਦੇ ਵਿੱਚ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਪੈਦਾ ਕਰ ਸਕਦੇ ਹਾਂ ਵੀ ਇਹ ਬੰਦੀ ਸਿੰਘ ਕੌਣ ਆ ਜੀ, ਇਹਨਾਂ ਨੂੰ ਕਿਉਂ ਇੰਨੀਆਂ ਲੰਮੀਆਂ ਸਜ਼ਾਵਾਂ ਜਿਹੜੀਆਂ ਭਾਰਤੀ ਕਾਨੂੰਨ ਦੇ ਤਹਿਤ ਵੀ ਪੂਰੀਆਂ ਕਰ ਚੁੱਕੇ ਆ, ਕਿਉਂ ਨਹੀਂ ਛੱਡਿਆ ਜਾ ਰਿਹਾ। ਉਸ ਅਵੇਅਰਨੈਸ ਨੂੰ ਜਿਹੜਾ ਹੋਰ ਅੱਗੇ ਵਧਾਉਣ ਲਈ ਦੂਜੀਆਂ ਕਮਿਊਨਿਟੀਆਂ ਕੌਮਾਂ ਤੱਕ ਵੀ ਵਿਦੇਸ਼ਾਂ ਦੇ ਵਿੱਚ ਲਿਜਾਣ ਲਈ ਅਸੀਂ ਇੱਕ ਕਾਰ ਰੈਲੀ ਵੀ ਜਿਹੜੀ ਆਉਣ ਵਾਲੇ ਐਤਵਾਰ 26 ਤਰੀਕ ਨੂੰ ਰੱਖੀ ਗਈ ਹੈ, ਜੋ 11 ਵਜੇ ਆਰੰਭ ਹੋਣੀ ਆ। ਸੋ ਮੈਂ ਕੁੱਲ ਮਿਲਾ ਕੇ ਅੱਜ ਦਾ ਜੋ ਸਮਾਂ ਪੰਜਾਬ ਦੀ ਧਰਤੀ ਤੇ ਜੋ ਚੱਲ ਰਿਹਾ ਆ ਉਹ ਬੜਾ ਸੰਜੀਦਗੀ ਦੇ ਨਾਲ ਦੇਖਣ ਦੀ ਲੋੜ ਆ ਕਿ ਜਿੱਥੇ ਪੰਥ ਇੱਕ ਗਹਿਰੀ ਨੀਂਦ ਦੇ ਵਿੱਚੋਂ ਅੰਗੜਾਈ ਲੈ ਰਿਹਾ ਆ, ਉਹ ਪੰਜਾਬ ਦੀ ਨੌਜਵਾਨੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਨੌਜਵਾਨੀ ਜਾਗ ਰਹੀ ਆ, ਉਹਨਾਂ ਦੇ ਵਿੱਚ ਅਵੇਅਰਨੈਸ ਜਿਹੜੀ ਪੈਦਾ ਹੋ ਰਹੀ ਆ ਜੀ ਕਿ ਸਾਡੇ ਨਾਲ ਸਨ 47 ਤੋਂ ਬਾਅਦ ਹੀ ਲਗਾਤਾਰ ਜਿਹੜਾ ਧੱਕਿਆਂ ਦਾ ਦੌਰ ਆ ਉਹ ਸ਼ੁਰੂ ਹੋਇਆ। ਤਾਂ ਅੱਜ ਅਲੱਗ-ਅਲੱਗ ਉਹਦੇ ਵਿੱਚ ਆ ਕੇ ਕਿ ਜਿੱਥੇ ਸਾਡੇ ਨਾਲ ਸਨ 47 ਤੋਂ ਬਾਅਦ ਅਕਾਲ ਤਖਤ ਸਾਹਿਬ ਤੇ ਅਟੈਕ ਹੋਣਾ ਜਾਂ ਸਾਡੇ ਪਾਣੀ ਲੁੱਟੇ ਜਾਣੇ, ਨੌਜਵਾਨੀ ਨੂੰ ਡਰੱਗ ਦੇ ਵਿੱਚ ਪਾਉਣਾ, ਤਾਂ ਉਹਨਾਂ ਦੇ ਨਾਲ ਇੱਕ ਜਿਹੜੀ ਗੈਂਗਸਟਰ ਦੇ ਰੂਪ ਦੇ ਵਿੱਚ ਵੀ ਸਾਡੇ ਨੌਜਵਾਨਾਂ ਨੂੰ ਮਾਰਨਾ, ਤਾਂ ਉਸ ਦੇ ਨਾਲ ਇਹ ਵੀ ਜਿਹੜਾ ਮਸਲਾ ਬਹੁਤ ਗੰਭੀਰਤਾ ਦੇ ਨਾਲ ਲੈਣ ਵਾਲਾ ਆ। ਬਰਗਾੜੀ ਇਹਦੇ ਵਿੱਚ ਜਿਹੜੇ ਹੁਣ 4 ਮੁੱਦੇ ਆ ਕੌਮੀ ਇਨਸਾਫ ਮੋਰਚਾ ਦੇ, ਜਿੱਥੇ ਬਰਗਾੜੀ ਇਨਸਾਫ ਮੋਰਚੇ ਦੇ ਵਿੱਚ ਉੱਥੇ ਵੀ ਮੋਰਚਾ ਲੱਗਿਆ ਗਿਆ ਜਿਹੜਾ ਕਿ ਕੁਝ ਸਮੇਂ ਬਾਅਦ ਉਹਦਾ ਇੱਕ ਅਲੱਗ ਹੈਗਾ ਆ ਕਿ ਉਸ ਮੋਰਚੇ ਦਾ ਵੀ ਜਿਹੜਾ ਸੀਗਾ ਕਿ ਬਰਗਾੜੀ ਦੇ ਵਿੱਚ ਜੋ ਸਿੱਖਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਜੋ ਬੇਅਦਬੀਆਂ ਹੋਈਆਂ, ਬਾਈਬਲ ਕਲਾ ਕਾਂਡ ਹੋਇਆ, ਉਹਦੇ ਵਿੱਚ ਸਾਡੇ 2 ਸਿੰਘ ਸ਼ਹੀਦ ਹੋ ਗਏ ਆ, ਜਾਂ 328 ਸਰੂਜ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਿਲੇਟ ਆ। ਉਸ ਤੋਂ ਇਲਾਵਾ ਇਹ ਜੋ ਬੰਦੀ ਸਿੰਘ ਆ ਲਗਾਤਾਰਤਾ ਦੇ ਨਾਲ ਉਹੀ ਬੰਦੀ ਸਿੰਘ ਨਹੀਂ ਆ, ਸਾਡੇ ਹੋਰ ਵੀ ਬਹੁਤ ਜਿਹੜੇ ਸਿੱਖ ਨੌਜਵਾਨ ਆ ਉਸ ਤੋਂ ਬਾਅਦ ਲਗਾਤਾਰ ਜਿਹੜੇ ਅੱਜ ਦੇ ਸਮੇਂ ਵਿੱਚ ਵੀ ਫੜੋ ਫੜਾਈ ਕਰਕੇ ਝੂਠੇ ਕੇਸਿਆਂ ਦੇ ਵਿੱਚ ਉਹ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ, ਜਿਨ੍ਹਾਂ ਦੇ ਵਿੱਚ ਜੱਗੀ ਜੌਲ ਵੀ ਆ, ਰਮਨਦੀਪ ਸਿੰਘ ਹੋਣੀ, ਬੱਗੇ ਹੋਣੀ, ਸ਼ੇਰੇ ਹੋਣੀ, ਸਾਰੇ ਹੀ ਹੋਰ ਵੀ ਬਹੁਤ ਨੌਜਵਾਨ ਆਉਂਦੇ ਆ ਜਿਹੜੇ ਕਾਫੀ ਲੰਮੇ ਸਮਿਆਂ ਤੋਂ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਆ। ਤਾਂ ਅੱਜ ਉਹਨਾਂ ਸਾਰੇ ਬੰਦੀ ਸਿੰਘਾਂ ਦੀ ਜਿੱਤੇ ਗੱਲ ਆ ਉੱਤੇ ਨਾਲ ਦੀ ਨਾਲ ਜਿਹੜੇ ਬੇਅੰਤ ਸਿੰਘ ਕਤਲकांड ਦੇ ਵਿੱਚ ਜਿਹੜੇ ਸਾਡੇ ਸਿੰਘ ਫੜੇ ਹੋਏ ਆ ਜਾਂ ਹੋਰ ਦੂਜੇ ਕੇਸਾਂ ਦੇ ਵਿੱਚ 1984 ਜਿਹੜੇ ਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਨੇ ਸੰਘਰਸ਼ ਆਰੰਭਿਆ ਸੀ, ਉਸੇ ਸੰਘਰਸ਼ ਨੂੰ ਅੱਗੇ ਵਧਾਉਂਦਿਆਂ ਹੋਇਆ ਕਿਉਂਕਿ ਉਹ ਪੰਜਾਬ ਦੇ ਪੱਖ ਦੇ ਵਿੱਚ ਸੀ। ਸਾਡੀ ਨੌਜਵਾਨੀ ਦੇ ਨਾਲ ਉਸ ਵੇਲੇ ਦੀਆਂ ਸਰਕਾਰਾਂ ਝੂਠੇ ਪੁਲਿਸ ਮੁਕਾਬਲੇ ਬਣਾਉਂਦੀਆਂ ਸਨ, ਤਾਂ ਅੱਜ ਬਹੁਤ ਲੰਮੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ। ਇਸ ਗੱਲ ਨੂੰ ਲੈ ਕੇ ਕਿ ਜੋ ਭਾਰਤ ਵਿੱਚ ਕਾਨੂੰਨ ਆ ਉਹ ਸਿੱਖਾਂ ਵਾਸਤੇ ਬਿਲਕੁਲ ਅਲੱਗ ਆ, ਉਹਨਾਂ ਦੇ ਆਪਣਿਆਂ ਵਾਸਤੇ ਅਲੱਗ ਆ। ਅੱਗੇ ਤੁਸੀਂ ਗੱਲ ਕਰੋਗੇ, ਆਪਣੇ ਸਵਾਲ ਹੋਰ ਵੀ ਤੁਹਾਡੇ ਆਣਗੇ, ਉਹਦੇ ਵਿੱਚ ਆਪਾਂ ਫਿਰ ਤੁਹਾਡੇ ਨਾਲ ਡਿਟੇਲ ਨਾਲ ਜਿਹੜੀਆਂ ਇਹਨਾਂ ਨੂੰ ਕਿਉਂ ਛੱਡਿਆ ਜਾਣਾ ਚਾਹੀਦਾ ਉਹ ਤੁਹਾਡੇ ਨਾਲ ਜ਼ਿਕਰ ਕਰਾਂਗੇ ਜੀ। ਡਾਕਟਰ ਸਾਹਿਬ ਤੁਹਾਡੇ ਵੱਲ ਆਵਾਂ, ਕਿਵੇਂ ਦੇਖਦੇ ਹੋ ਬੰਦੀ ਸਿੰਘਾਂ ਦੀ ਰਿਹਾਈ ਦੇ ਇਸ਼ੂ ਨੂੰ? ਮਤਲਬ ਇੱਕ ਗ੍ਰਾਸ ਰੂਟ ਲੈਵਲ ਦੇ ਉੱਤੇ ਵੀ ਤੇ ਅਦਰਵਾਈਜ਼ ਕੈਂਪੇਨ ਜਿਹੜੀ ਚੱਲ ਰਹੀ ਹੈ, ਲੋਕਾਂ ਦੇ ਵਿੱਚ ਉਤਸ਼ਾਹ ਵੀ ਨਜ਼ਰ ਆਉਂਦਾ, ਇੱਕ ਜਾਗਰੂਕਤਾ ਨਜ਼ਰ ਆਉਂਦੀ ਹੈ, ਪਰ ਐਟ ਦ ਸੇਮ ਟਾਈਮ ਫਿਰ ਦੂਜਾ ਪੱਖ ਇਹਦਾ ਇਹ ਆ ਜਾਂਦਾ ਵੀ ਇਸ ਜਾਗਰੂਕਤਾ ਦੇ ਵਿੱਚੋਂ ਜੇ ਕੁਝ ਨਿਕਲਣ ਦੀ ਆਸ ਹੋਵੇ ਜਾਂ ਅੱਗੇ ਵਧਣ ਦੀ ਆਸ ਹੋਵੇ ਤੇ ਉਹਨੂੰ ਫਿਰ ਸਟੇਟ ਕਿਵੇਂ ਹੈਂਡਲ ਕਰੂਗੀ, ਕਿਵੇਂ ਟੈਕਲ ਕਰੂਗੀ ਜਾਂ ਕਿਵੇਂ ਡੀਲ ਕਰੂਗੀ, ਜਿਸ ਦੇ ਸੰਦਰਭ ਦੇ ਵਿੱਚ ਜਿਹੜਾ ਹੁਣ ਘਟਨਾਕ੍ਰਮ ਵਾਪਰ ਰਿਹਾ ਹੈ ਉਸ ਨੂੰ ਵੀ ਦੇਖਿਆ ਜਾ ਰਿਹਾ ਹੈ ਇੱਕ ਪਰਸਪੈਕਟਿਵ ਤੋਂ। ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜਦੋਂ ਅਸੀਂ ਦੁਨੀਆ ਦੇ ਵਿੱਚ ਲਾਅ ਦੀ ਹਿਸਟਰੀ ਦੇਖਦੇ ਹਾਂ, ਕਿੰਗ ਸੋਲੋਮਨ ਤੋਂ ਸ਼ੁਰੂ ਹੋ ਜਾਂਦਾ ਹੈ ਇਸ ਦਾ ਕੰਮ, ਔਰ ਜਿਹੜਾ ਅੱਜ ਲਾ ਪ੍ਰੋਸੈਸ ਬਹੁਤ ਸਾਰੀਆਂ ਡੈਮੋਕ੍ਰੇਸੀਜ਼ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ 'ਚ ਲਾਗੂ ਹੈ, ਉਹਨਾਂ ਦੀ ਸ਼ੁਰੂਆਤ ਮੈਗਨਾ ਕਾਰਟਾ ਨਾਲ ਹੁੰਦੀ ਹੈ 12ਵੀਂ 13ਵੀਂ ਸਦੀ 'ਚ। ਸੋ ਜ਼ਾਹਰ ਹੈ ਕਿ ਲਾਅ ਕੋਈ ਵੀ ਸੁਸਾਇਟੀ ਇਸ ਲਈ ਬਣਾਉਂਦੀ ਹੈ ਤਾਂ ਕਿ ਕ੍ਰਾਈਮ ਸੁਸਾਇਟੀ ਦੇ ਵਿੱਚ ਕਿਵੇਂ ਖਤਮ ਕਰਨਾ ਹੈ, ਔਰ ਜਿਨ੍ਹਾਂ ਨੇ ਕ੍ਰਾਈਮ ਕੀਤਾ ਹੈ ਉਹਨਾਂ ਦੇ ਲਈ ਨਿਰਧਾਰਿਤ ਸਜ਼ਾਵਾਂ, ਇਸ ਨੂੰ ਹੀ ਅਸੀਂ ਲੀਗਲ ਜੂਰਿਸਪ੍ਰੂਡੈਂਸ ਕਹਿੰਦੇ ਜੀ। ਸਾਨੂੰ ਇਹ ਡਿਫਰੈਂਸ਼ੀਏਟ ਕਰਨਾ ਹੋਏਗਾ, ਇੱਕ ਕ੍ਰਾਈਮ ਜਿਹੜਾ ਜੁਰਮ ਹੈ ਉਹ ਡਿਫਰੈਂਟ ਕੈਟਾਗਰੀ ਦਾ ਜਿਹੜਾ ਕਿ ਅੰਡਰ ਦਾ ਲਾਅ ਉਸ ਦੀ ਪਨਿਸ਼ਮੈਂਟ ਹੈ, ਦੂਸਰਾ ਪੋਲੀਟੀਕਲ ਰਿਬੈਲੀਅਨ ਹੈ, ਪੋਲੀਟੀਕਲ ਫਾਈਟ ਹੈ ਪੋਲੀਟੀਕਲ ਹੱਕਾਂ ਲਈ, ਔਰ ਉਹ ਵੀ ਉਹਨਾਂ ਹਾਲਾਤਾਂ 'ਚ ਜਦੋਂ ਕਿ ਨਾਰਮਲ ਜੁਰਮਾਂ ਦੇ ਮਾਮਲੇ 'ਚ ਸਟੇਟ ਜਾਂ ਲਾਅ ਜਸਟਿਸ ਦੇਣ ਤੋਂ ਇਨਕਾਰੀ ਹੋ ਜਾਂਦਾ ਹੈ ਜਾਂ ਜਸਟਿਸ ਡਿਲੀਵਰ ਨਹੀਂ ਕਰ ਸਕਦਾ,
ਫਿਰ ਉਸ ਨੂੰ ਕਾਊਂਟਰ ਕਰਨ ਦੇ ਲਈ ਜਿਹੜਾ ਹੈ ਉਹ ਪੋਲੀਟੀਕਲ ਜਿਹੜਾ ਉਹ ਮਿਲੀਟੈਂਸੀ ਹੋਏ ਜਾਂ ਪੀਸਫੁਲ ਹੋਏ ਉਸ ਦੀ ਸ਼ੁਰੂਆਤ ਹੁੰਦੀ ਹੈ। ਔਰ ਇਹਦੇ ਲਈ ਸ਼ਹੀਦ ਭਗਤ ਸਿੰਘ ਦੇ ਜਿਹੜੇ ਉਹ ਅਲਫਾਜ਼ ਨੇ ਜਿਹੜੇ ਉਹਨਾਂ ਨੇ ਸੈਂਡਰਸ ਮਰਡਰ ਕੇਸ ਦੇ ਵਿੱਚ ਅਦਾਲਤ ਦੇ ਵਿੱਚ ਕਹੇ ਕਿ ਜਦੋਂ ਕੋਈ ਸਰਕਾਰ ਅੱਖਾਂ ਤੋਂ ਅੰਨੀ ਤੇ ਕੰਨਾਂ ਤੋਂ ਬੋਲੀ ਹੋ ਜਾਂਦੀ ਹੈ ਤੇ ਅਪੀਲ ਵਕੀਲ ਦਲੀਲ ਇਹ ਕਾਰਗਰ ਨਹੀਂ ਹੁੰਦੇ, ਉਦੋਂ ਫਿਰ ਉਹਨਾਂ ਨੂੰ ਸੁਣਾਉਣ ਲਈ ਧਮਾਕੇ ਕਰਨੇ ਪੈਂਦੇ ਨੇ। ਸੋ ਅਸੀਂ ਇਹ ਦੇਖਦੇ ਹਾਂ ਕਿ ਜਿਨ੍ਹਾਂ ਨੂੰ ਬੇਸ਼ੱਕ ਟਰਮ ਬੰਦੀ ਸਿੰਘ ਜ਼ਿਆਦਾ ਪਪੂਲਰ ਹੈ ਔਰ ਸਾਰੇ ਇਸ ਨੂੰ ਇਸਤੇਮਾਲ ਕਰ ਰਹੇ ਨੇ, ਪਰ ਮੈਂ ਇਹਨਾਂ ਨੂੰ ਸਿਆਸੀ ਕੈਦੀ ਕਹਿੰਦਾ, ਕਿਉਂਕਿ ਉਹਨਾਂ ਦੇ ਜਿਹੜੇ ਜਿਨ੍ਹਾਂ ਦੇ ਥੱਲੇ ਉਹਨਾਂ ਨੂੰ ਸਜ਼ਾਵਾਂ ਜਾਂ ਉਮਰ ਕੈਦ ਜਾਂ ਹੋਰ ਸਟ੍ਰਿੰਜੈਂਟ ਪਨਿਸ਼ਮੈਂਟਸ ਦਿੱਤੀਆਂ ਗਈਆਂ, ਉਹ ਕੋਈ ਇੰਡੀਵਿਜੂਅਲ ਕ੍ਰਾਈਮ ਨਹੀਂ ਸੀ, ਉਹ ਆਮ ਜੁਰਮ ਨਹੀਂ ਸੀ ਜਿਹੜਾ ਕਿ ਜੁਰਮ ਦੀ ਸ਼੍ਰੇਣੀ ਚ ਆਉਂਦਾ ਹੈ। ਇਹ ਉਹਨਾਂ ਹਾਲਾਤਾਂ ਦੇ ਵਿੱਚ ਹੀ ਸੀ, ਜੇ ਅਸੀਂ ਜੂਨ 84 ਤੋਂ ਹੀ ਕੱਟ ਆਫ ਲਾਈਨ ਲੈ ਲਈਏ ਕਿ ਭਾਈ ਕਿਵੇਂ ਇੰਡੀਅਨ ਸਟੇਟ ਨੇ ਜਸਟਿਸ ਡਿਲੀਵਰ ਨਹੀਂ ਕੀਤਾ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਹੋਏ, ਜਾਂ ਜੇ ਪੰਜਾਬ ਦੇ ਵਿੱਚ ਅਸੀਂ ਜਿਵੇਂ ਬੁੱਚੜ ਬੇਨਤੇ ਦਾ ਜਿਹੜਾ ਅੰਤ ਕਰਨਾ ਹੈ। ਹੁਣ ਜੇ ਤੁਸੀਂ ਇਹਨੂੰ ਨੈਚੁਰਲ ਲਾਅ ਦੀ ਕੈਟਾਗਰੀ 'ਚ ਦੇਖੋਗੇ ਦੁਨੀਆ ਦੇ ਵਿੱਚ, ਜਿਹਨੂੰ ਲਾਅ ਆਫ ਰੈਟਰੀਬਿਊਸ਼ਨ ਵੀ ਕਹਿੰਦੇ ਨੇ, ਕਿ ਵੀ 92 ਤੋਂ 94 95 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਮਾਰੇ ਜਾਂਦੇ ਨੇ ਝੂਠੇ ਪੁਲਿਸ ਮੁਕਾਬਲਿਆਂ 'ਚ, ਕੋਈ ਅਕਾਊਂਟੇਬਿਲਟੀ ਨਹੀਂ ਹੈ। ਔਰ ਉਹਦੇ ਅਜੇ 2.5 ਸਾਲ ਹੋਰ ਰਹਿੰਦੇ ਸੀ, ਜੇ ਉਹ 2.5 ਸਾਲ ਹੋਰ ਰਹਿੰਦੇ ਤਾਂ 50,000 ਉਹਨੇ ਹੋਰ ਮਾਰ ਦੇਣਾ ਸੀ। ਸੋ ਮੈਂ ਸਮਝਦਾ ਹਾਂ ਵੀ ਜਿਨ੍ਹਾਂ ਨੂੰ ਕੈਦੀ ਬਣਾਇਆ ਗਿਆ ਜਾਂ ਜਿਨ੍ਹਾਂ ਨੂੰ ਕ੍ਰਿਮੀਨਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਐਕਚੁਅਲੀ ਉਹ ਤਾਂ ਸੇਵੀਅਰ ਨੇ, ਉਹਨਾਂ ਨੇ ਪ੍ਰੀਐਂਪਟ ਕੀਤਾ ਹੈ ਤਾਂ ਕਿ ਹੋਰ ਨੁਕਸਾਨ ਨਾ ਹੋਏ। ਇਹਦੇ ਬਾਵਜੂਦ ਜੋ ਅਦਾਲਤਾਂ ਨੇ ਸਜ਼ਾਵਾਂ ਦਿੱਤੀਆਂ, ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਜਿਹੜਾ ਇੱਕ ਤਬਕਾ, ਜਦੋਂ ਅਸੀਂ ਜਿਵੇਂ ਭਾਈ ਹਿੰਮਤ ਸਿੰਘ ਹੋਰਾਂ ਨੇ ਦੱਸਿਆ ਕਿ ਭਾਈ 7 ਜਨਵਰੀ ਤੋਂ ਜਿਹੜਾ ਫੋਕਸ ਹੈ ਜਿਹੜਾ ਇਸ ਮੋਰਚੇ ਦਾ, ਉਹ 4 ਨੁਕਤਿਆਂ ਦੇ ਉੱਤੇ ਹੈ। ਜ਼ਾਹਰ ਹੈ ਪਹਿਲੇ ਦੇ ਵਿੱਚ ਸਾਡਾ ਟੌਪ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ, ਉਹਦੇ 'ਚ 9 ਦੇ ਕਰੀਬ ਜਿਹੜੇ ਪ੍ਰੋਮੀਨੈਂਟ ਫੇਸਿਸ ਡਿਸਪਲੇ ਕੀਤੇ ਗਏ ਨੇ, ਉਹ ਵੀ ਇਸ ਲਈ ਕਿਉਂਕਿ ਦੇਖੋ ਇਹ ਤਾਂ ਠੀਕ ਹੈ ਵੀ ਲਾਅ 'ਚ ਇਹ ਨਹੀਂ ਲਿਖਿਆ ਹੋਇਆ ਵੀ ਉਮਰ ਕੈਦ ਦਾ ਮਤਲਬ 14 ਸਾਲ ਹੁੰਦਾ ਹੈ, ਪਰ ਕੁਝ ਚੀਜ਼ਾਂ ਰਵਾਇਤ ਹੁੰਦੀਆਂ। ਮੈਂ ਜਦੋਂ ਗਰੋ ਅਸੀਂ ਹੋ ਰਹੇ ਸੀ ਬਚਪਨ 'ਚ, ਮੈਨੂੰ ਯਾਦ ਹੈ ਕਿ ਜਿਨ੍ਹਾਂ ਨੂੰ ਉਮਰ ਕੈਦ ਹੁੰਦੀ ਸੀ ਉਹ 7.5 ਸਾਲ ਬਾਅਦ ਵੀ ਬਾਹਰ ਆ ਜਾਂਦੇ ਸੀ। ਉਦੋਂ ਕਿਹਾ ਜਾਂਦਾ ਸੀ ਕਿ ਦਿਨ ਤੇ ਰਾਤ ਦੋਨੋਂ ਕਾਊਂਟ ਹੋਏ ਨੇ ਤੇ ਉਹ 14 ਸਾਲ ਬਣ ਗਏ, 12 ਘੰਟੇ ਦਿਨ ਦੇ ਕਾਊਂਟ ਹੋਏ, 12 ਘੰਟੇ ਰਾਤ ਦੇ ਹੋਏ, ਫਿਰ ਇਹ 14 ਤੱਕ ਚਲਾ ਗਿਆ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਸੁਪਰੀਮ ਕੋਰਟ ਦੇ ਉਹਨਾਂ ਦੇ 2-3 ਫੈਸਲੇ ਨੇ ਕਿ ਜੀ ਉਮਰ ਕੈਦ ਦਾ ਮਤਲਬ ਟਿਲ ਦਾ ਲਾਸਟ ਬ੍ਰੈਥ ਹੈ, ਲੇਕਿਨ ਫੈਸਲੇ ਪੋਲੀਟੀਕਲ ਨੇ ਜੀ, ਕਿਉਂਕਿ ਪੋਲੀਟੀਕਲੀ ਹੀ ਇਹ ਹੈ ਵੀ ਪੋਲੀਟੀਕਲ ਪ੍ਰਿਜ਼ਨਰ ਨੇ, ਪੋਲੀਟੀਕਲ ਸਿਆਸੀ ਕੈਦੀ ਨੇ। ਔਰ ਅਸੀਂ 2 ਉਦਾਹਰਨਾਂ ਜਿਹੜੀਆਂ ਬੜੀਆਂ ਕਲੀਅਰਲੀ ਇਸ ਪੀਰੀਅਡ 'ਚ ਕੋਟ ਹੁੰਦੀਆਂ, ਹਾਲਾਂਕਿ ਦੋਨਾਂ ਦਾ ਇੱਕ ਆਪਸ 'ਚ ਕੋਈ ਤਾਲੁਕ, ਰਾਜੀਵ ਗਾਂਧੀ ਸਰਵਿੰਗ ਪ੍ਰਾਈਮ ਮਿਨਿਸਟਰ, ਹੁਣ ਚੀਫ ਮਿਨਿਸਟਰ ਪ੍ਰਾਈਮ ਮਿਨਿਸਟਰ ਤੋਂ ਵੱਡਾ ਤਾਂ ਨਹੀਂ ਹੈ ਇੱਕ ਸੂਬੇ ਦਾ, ਔਰ ਉਹ ਵੀ ਜਿਹੜਾ ਹੈ ਉਸਨੇ ਜਿਸ ਕਿਸਮ ਦਾ ਉਹਦੇ ਕਾਰਜ ਹੈ। ਹੁਣ ਰਾਜੀਵ ਗਾਂਧੀ ਦੀ ਅਸੈਸੀਨੇਸ਼ਨ ਜਿਸ ਹਾਲਾਤ 'ਚ ਹੁੰਦੀ ਹੈ, ਕੱਲਾ ਉਹ ਨਹੀਂ ਮਾਰਿਆ ਜਾਂਦਾ, 13-14 ਉਹਦੇ ਨਾਲ ਸਿਵਿਲੀਅਨ, ਉਹਦੇ ਸਿਕਿਉਰਿਟੀ ਗਾਰਡ ਵੀ ਉੱਡਦੇ ਨੇ ਬੰਬ ਧਮਾਕੇ 'ਚ, ਕੰਸਪੀਰੇਸੀ, ਔਰ ਗੁਆਂਢੀ ਮੁਲਕ ਦੇ ਵਿੱਚ ਵੀ ਉਹਨਾਂ ਦੀ ਪਨਾਹ ਸ਼ੈਲਟਰ ਹੈ। ਲੇਕਿਨ ਉਹ ਸਾਰੇ ਦੇ ਸਾਰੇ ਜਿਹੜੇ ਪ੍ਰਿਜ਼ਨਰ ਸੀ, ਬੇਸ਼ੱਕ ਉਹਨਾਂ ਦੇ ਰੀਜ਼ਨ ਵੀ ਸਿਆਸੀ ਸੀ ਵਾਇਲੈਂਸ ਕਰਨ ਦੇ, ਕਿਉਂਕਿ ਤੈਨੂੰ ਜਿਹਨੇ ਇਹ ਕੰਮ ਕੀਤਾ ਉਹਦੇ ਆਪਣੇ ਪਰਿਵਾਰ ਨੇ ਸਫਰ ਕੀਤਾ ਹੋਇਆ ਸੀ। ਬਟ ਤਮਿਲਨਾਡੂ ਦੀਆਂ ਸਟੇਟ ਗਵਰਨਮੈਂਟਸ ਜਿਹੜੀਆਂ ਨੇ, ਉਹ ਜੈ ਲਲਿਤਾ ਦੀ ਹਕੂਮਤ ਹੋਏ ਜਾਂ ਕਰੁਣਾਨਿਧੀ ਦੀ ਹੋਏ ਪਹਿਲਾਂ, ਜਾਂ ਅੱਜ ਸਟਾਲਿਨ ਦੀ ਹੋਏ, ਉਹਨਾਂ ਨੇ ਫਰਮ ਸਟੈਂਡ ਲਿਆ ਕਿ ਭਾਈ ਇਹ ਜਿਹੜਾ ਇਹਨਾਂ ਨੂੰ ਹੋ ਗਿਆ, ਇਹਨਾਂ ਨੇ ਉਮਰ ਕੈਦ ਹੋਈ ਸੀ ਉਹ ਭੋਗ ਲਈ ਹੈ ਔਰ ਉਹਨਾਂ ਨੂੰ ਕੀਤਾ ਜਾਏ। ਸੋ ਅਸੀਂ ਔਰ ਉਹ ਬਾਹਰ ਆਏ, ਹਾਲਾਂਕਿ ਇੰਡੀਅਨ ਗਵਰਨਮੈਂਟ ਨੇ ਉਹਨੂੰ ਰੋਕਿਆ ਉਸ ਫੈਸਲੇ ਨੂੰ, ਸੁਪਰੀਮ ਕੋਰਟ ਤੱਕ ਵੀ ਗੱਲ ਗਈ, ਬਟ ਇਵੈਂਚੁਅਲੀ ਬਹੁਤ ਸਾਰੀਆਂ ਫੈਸਲੇ ਸਿਆਸੀ ਨੇ। ਫਿਰ ਇਹਦੇ ਉਲਟ ਅਸੀਂ ਦੂਸਰਾ ਕੇਸ ਬਿਲਕਿਸ ਬਾਨੋ ਦਾ ਕੇਸ ਦੇਖਦੇ ਹਾਂ। ਵਰਸਟ ਟਾਈਪ ਦੇ ਕ੍ਰਿਮੀਨਲ ਜਿਨ੍ਹਾਂ ਨੇ 8-9 ਮਰਡਰ ਕੀਤੇ, ਜਬਰ ਜਨਾਹ ਕੀਤਾ ਬਿਲਕਿਸ ਬਾਨੋ ਦੇ ਨਾਲ, ਔਰ ਉਹਨਾਂ ਨੂੰ ਕਿਸ ਸ਼ਾਨ ਦੇ ਨਾਲ ਬਾਹਰ ਰਿਲੀਜ਼ ਕੀਤਾ ਜਾਂਦਾ ਹੈ ਔਰ ਵਿਦ ਦਾ ਗਾਰਲੈਂਡਸ ਉਹਨਾਂ ਦਾ ਵੈਲਕਮ ਕੀਤਾ ਜਾਂਦਾ। ਸੋ ਇਹ 2 ਉਦਾਹਰਨਾਂ ਕਿਉਂਕਿ ਕਰੰਟ ਪੀਰੀਅਡ ਦੀਆਂ ਨੇ, ਇਹ ਆਪਣੇ ਆਪ 'ਚ ਦੱਸਣ ਲਈ ਕਾਫੀ ਨੇ ਕਿ ਜਿਨ੍ਹਾਂ ਸਿੱਖ ਕੈਦੀਆਂ ਦੀ ਗੱਲ, ਸਿਆਸੀ ਕੈਦੀਆਂ ਦੀ ਅਸੀਂ ਕਰ ਰਹੇ ਹਾਂ, ਉਹਨਾਂ ਨੇ ਕਿਸੇ ਨੇ 30-32 ਸਾਲ, ਭਾਈ ਗੁਰਦੀਪ ਸਿੰਘ ਦੇ ਮਾਮਲੇ 25 ਸਾਲ ਆਮ, 20 ਸਾਲ, ਔਰ ਈਵਨ ਇਹ ਬੇਸ਼ੱਕ ਫੋਕਸ ਇਹਨਾਂ ਦਾ ਹੈ, ਬਟ ਸਾਡੀ ਅਲਟੀਮੇਟਲੀ ਜਿਹੜੀ ਹੈ ਇਹ ਮੂਵਮੈਂਟ ਅੱਗੇ ਨੂੰ ਤੁਰੇਗੀ। ਹੁਣ ਜਿਵੇਂ ਜੱਗੀ ਜੌਲ ਆਲਮੋਸਟ 5 ਸਾਲ ਹੋ ਜਾਣੇ ਨੇ,
ਕਿ ਉਹਨੂੰ ਔਰ ਚਾਰਜ ਵੀ ਫਾਈਲ ਨਹੀਂ ਕੀਤੇ ਗਏ ਪ੍ਰੋਪਰਲੀ, ਚਲਾਨ ਵੀ ਨਹੀਂ ਪੇਸ਼ ਕੀਤੇ ਗਏ, ਅੰਡਰ ਟ੍ਰਾਇਲ ਬਣਾ ਕੇ ਉਹਨਾਂ ਨੂੰ ਰੱਖਿਆ ਹੋਇਆ। ਹੁਣ ਇਸ ਸਾਰੇ ਦੇ ਚੱਲਦੇ ਆ ਮੈਂ ਸਮਝਦਾ ਹਾਂ ਵੀ ਕਿਸਾਨ ਮੂਵਮੈਂਟ 13 ਮਹੀਨੇ ਚੱਲੀ, ਉਹਨੇ ਕੌਮ ਨੂੰ ਐਨਰਜਾਈਜ਼ ਕੀਤਾ ਕਿ ਭਾਈ ਵੀ ਕੈਨ ਡੂ ਇਟ। 3 ਖੇਤੀ ਕਾਨੂੰਨ ਵਾਪਸ ਹੋਏ ਔਰ ਇਹ ਸਾਰੀ ਮੂਵਮੈਂਟ, ਕਿਉਂਕਿ ਅੱਜ ਜਦੋਂ ਅਸੀਂ ਇਹ ਸਿਆਸੀ ਕੈਦੀਆਂ ਦੀ ਰਿਹਾਈ ਦਾ ਮੁੱਦਾ, ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ, ਹਾਲਾਂ 2015 ਤੋਂ ਇਸ ਦਾ ਜਦੋਂ ਬੁਰਜ ਜਵਾਹਰ ਸਿੰਘ ਵਾੜਾ ਚੋਂ ਜੂਨ ਦੇ ਪਹਿਲੇ ਹਫ਼ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਕੀਤੇ ਜਾਂਦੇ ਨੇ, ਬਰਗਾੜੀ ਦੀਆਂ ਗਲੀਆਂ 'ਚ ਪਵਿੱਤਰ ਰੰਗ ਖਿਲਾਰੇ ਜਾਂਦੇ ਨੇ, ਬਾਈਬਲ ਕਲਾਂ ਕੋਟ ਕਪੂਰਾ ਉਸ ਦੇ ਵਿੱਚ ਜਿਹੜਾ ਉਹ ਗੋਲੀ ਚਲਾਈ ਜਾਂਦੀ ਹੈ, ਕੋਟ ਕਪੂਰੇ ਜ਼ਖਮੀ ਹੁੰਦੇ ਨੇ, ਬਾਈਬਲ ਕਲਾਂ 2 ਸਿੰਘ ਸ਼ਹੀਦ ਹੁੰਦੇ ਨੇ। ਹੁਣ ਉਹਦੇ ਪ੍ਰਤੀਕਰਮ ਚੋਂ ਸਰਬੱਤ ਖਾਲਸਾ 2015 ਦਾ ਚੱਬੇ ਦੀ ਇਤਿਹਾਸਿਕ ਧਰਤੀ ਤੇ ਹੋਇਆ ਜੀ। ਉੱਥੇ ਹੀ ਸਰਬੱਤ ਖਾਲਸਾ ਨੇ ਜਿੱਥੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜੇ ਜਥੇਦਾਰ ਥਾਪਿਆ ਅਕਾਲ ਤਖਤ ਦਾ, ਉੱਥੇ ਵਰਲਡ ਸਿੱਖ ਪਾਰਲੀਮੈਂਟ ਦੀ ਜਿਹੜੀ ਹੈ ਫਾਰਮੇਸ਼ਨ ਦੀ ਗੱਲ ਵੀ ਹੋਈ। ਔਰ ਇਸ ਘਟਨਾਕ੍ਰਮ ਨੂੰ ਵੀ ਅਸੀਂ 8 ਸਾਲ ਬਾਅਦ ਗੱਲ ਕਰ ਰਹੇ ਹਾਂ। ਹੁਣ ਜੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਫਾਈਨਲ ਕਾਲ ਦਿੱਤੀ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੂੰ, ਪੰਥਕ ਧਿਰਾਂ ਨੂੰ, ਕਿ ਭਾਈ ਇਸ ਮੁੱਦੇ ਦੇ ਉੱਤੇ ਜਿਹੜਾ ਉਹ ਇਕੱਠੇ ਹੋਵੋ ਔਰ ਰਿਹਾਈ ਦੇ ਲਈ ਜਿਹੜਾ ਉਹ ਮੋਰਚਾ ਲਾਓ, ਤਾਂ ਅਸੀਂ ਸਮਝਦੇ ਹਾਂ ਵੀ ਹਰ ਲਿਹਾਜ਼ ਨਾਲ ਇਹ ਜਸਟੀਫਾਈਡ ਹੈ, ਇਹ ਪੋਲੀਟੀਕਲ ਡਿਸੀਜਨ ਹੈ। ਈਵਨ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਜਿਨ੍ਹਾਂ ਨਾਵਾਂ ਦੀ ਲਿਸਟ ਜਾਰੀ ਕੀਤੀ ਗਈ ਸੀ ਇਨੀਸ਼ੀਅਲੀ ਕਿ ਜੀ ਉਹ ਸਜ਼ਾ ਬਲਵੰਤ ਸਿੰਘ ਰਾਜੋਆਣ ਹੈ, ਬੇਸ਼ੱਕ ਜੋ ਅੱਜ ਉਹ ਕਹਿ ਰਹੇ ਨੇ ਉਹ ਬਣਦਾ ਨਹੀਂ ਹੈ ਉਹਨਾਂ ਦਾ ਕਹਿਣਾ, ਲੇਕਿਨ 2012 ਚ ਉਹਨਾਂ ਦੇ ਬਲੈਕ ਵਾਰੰਟ 2 ਵਾਰ ਜਿਹੜੇ ਜਾਰੀ ਹੋਏ, ਉਹਨੂੰ ਜੇ ਰੁਕਵਾਇਆ ਤੇ ਕਿਹਨੇ ਰੁਕਵਾਇਆ? ਕੌਮ ਦੀ ਤਾਕਤ ਨੇ। ਦੁਨੀਆ ਦੀ ਹਿਸਟਰੀ 'ਚ ਕਿਤੇ ਨਹੀਂ ਹੋਇਆ ਕਿ ਜੀ ਬਲੈਕ ਵਾਰੰਟ ਜਾਰੀ ਹੋਣ ਤੇ ਉਹ ਵਾਪਸ ਲੈ ਜਾਣ। ਸੋ ਜ਼ਾਹਰ ਹੈ ਵੀ ਉਹ ਫੈਸਲਾ ਵੀ ਪੋਲੀਟੀਕਲ ਸੀ, ਬਲੈਕ ਵਾਰੰਟ ਵੀ ਰੁਕੇ, ਡੈਥ ਸੈਂਟੈਂਸ ਉਹਨਾਂ ਦੀ ਉਮਰ ਕੈਦ ਦੇ ਵਿੱਚ ਕਨਵਰਟ ਹੋਈ ਔਰ ਕਿਸੇ ਵੇਲੇ ਵੀ ਜਿਹੜਾ ਅਸੀਂ ਜਦੋਂ ਰਿਹਾਈ ਦੀ ਮੰਗ ਕਰਦੇ ਹਾਂ ਇਹਦੇ ਬਾਵਜੂਦ ਕਿ ਉਹਨਾਂ ਦਾ ਇੰਡੀਵਿਜੂਅਲ ਕੀ ਵਰਤਾਰਾ ਹੈ। ਲੇਕਿਨ ਇਹ ਇੱਕ ਟੈਸਟ ਕੇਸ ਹੈ ਕਿ ਅਲਟੀਮੇਟਲੀ ਪੋਲੀਟੀਕਲ ਡਿਸੀਜਨ ਹੈ, ਉਹ ਕੇਜਰੀਵਾਲ ਦੀ ਸਰਕਾਰ ਕਰੇ, ਉਹ ਭਗਵੰਤ ਮਾਨ ਦੀ ਕਰੇ, ਉਹ ਮੋਦੀ ਦੀ ਕਰੇ, ਤੇ ਜਦੋਂ ਤੱਕ ਉਹਨਾਂ ਨੂੰ ਇਹ ਨਜ਼ਰ ਨਹੀਂ ਆਏਗਾ ਕਿ ਭਾਈ ਕੌਮ ਖੜੀ ਹੈ ਔਰ ਅਸੀਂ ਜੇ ਐਜ਼ ਅ ਹਿਊਮਨ ਫੈਕਟਰ ਦੇਖੀਏ ਜੀ 25 30 ਸਾਲ ਅਸੀਂ ਜੇ ਕਿਸੇ ਦਿਨ ਸ਼ਾਮੀ ਵੇਲੇ ਸਿਰ ਘਰੇ ਨਾ ਆਈਏ ਤਾਂ ਵਕਤ ਪਿਆ ਹੁੰਦਾ ਹੈ ਆਪਣੇ ਟੱਬਰਾਂ ਦੀ। ਜੇ ਅਸੀਂ ਗੱਲ ਕਰੀਏ ਸਾਰੇ ਕਿ ਉਹਨਾਂ ਦੀਆਂ ਜਵਾਨੀਆਂ ਚਲੀਆਂ ਕਾਹਦੇ ਲਈ? ਉਹ ਕੋਈ ਜ਼ਮੀਨ ਦੇ ਰੌਲੇ 'ਚ ਗਏ, ਉਹਨਾਂ ਨੇ ਕੋਈ ਰਿਵੈਂਜ ਮਰਡਰ ਕੀਤਾ, ਉਹਨਾਂ ਨੇ ਕੋਈ ਹੋਰ ਜੁਰਮ ਨਹੀਂ, ਉਹਨਾਂ ਨੇ ਕੌਮ ਦਾ ਘਰ ਬਣਾਉਣ ਦੇ ਲਈ, ਕੌਮ ਦੇ ਨਾਲ ਹੋ ਰਹੀਆਂ ਜ਼ਿਆਦਤੀਆਂ ਦੇ ਖਿਲਾਫ ਜਿਹੜੇ ਬੁੱਚੜਪੁਣੇ ਕਰਨ ਵਾਲੇ ਜਿਹੜੇ ਹੰਕਾਰੀ ਕਿਸਮ ਦੇ ਜ਼ਾਬਰ ਜਿਹੜੇ ਅਫੀਸ਼ੀਅਲ ਸੀ ਉਹਨਾਂ ਨੂੰ ਸਜ਼ਾਵਾਂ ਦੇਣ ਲਈ ਉਹਨਾਂ ਨੇ ਆਪਣਾ ਘਰ, ਸੁੱਖ ਆਰਾਮ, ਪਰਿਵਾਰ, ਆਪਣੇ ਮਾਪਿਓ, ਆਪਣੇ ਬੱਚੇ, ਆਪਣੀਆਂ ਭੈਣਾਂ ਭਰਾ ਛੱਡੇ। ਸੋ ਮੈਂ ਸਮਝਦਾ ਹਾਂ ਵੀ ਇਸ ਮੁੱਦੇ ਦੇ ਉੱਤੇ ਬੇਸ਼ੱਕ ਮਤਭੇਦ ਹੁੰਦੇ ਨੇ, ਹਰ ਥਾਂ ਲੱਤਾਂ ਖਿੱਚਣ ਦਾ ਕੰਮ ਵੀ ਹੈ, ਪਰ ਇਸ ਮੁੱਦੇ ਦੇ ਉੱਤੇ ਮੈਂ ਸਮਝਦਾ ਵੀ ਸਾਨੂੰ ਇਮਾਨਦਾਰੀ ਦੇ ਨਾਲ ਸਪੋਰਟ ਥਰੋ ਕਰਨ ਦੀ ਲੋੜ ਹੈ। ਔਰ ਜਿਵੇਂ ਕਿਸਾਨ ਮੂਵਮੈਂਟ ਦੀ ਸਕਸੈਸ ਦੇ ਵਿੱਚ ਵੱਡਾ ਰੋਲ ਡਾਇਸਪੋਰਾ ਕਮਿਊਨਿਟੀ ਦਾ ਸੀ, ਔਰ ਅੱਜ ਵੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉਹ ਮੁੱਦਾ ਹੈ ਜਿਹਨੂੰ ਗਲੋਬਲ ਸਪੋਰਟ ਹੈ। ਇੰਗਲੈਂਡ ਦੇ ਵਿੱਚ ਵੀ ਬੜੀ ਵੱਡੀ ਕਾਰ ਰੈਲੀ ਹੋਣ ਜਾ ਰਹੀ ਹੈ ਔਰ ਆਲਰੇਡੀ ਜਿੱਥੇ ਕਿ ਨਿਊਯਾਰਕ ਜਿਹੜੀ ਹੱਬ ਹੈ, ਇੱਥੇ ਆਲਰੇਡੀ ਇੰਡੀਅਨ ਕੌਂਸੂਲੇਟ ਦੇ ਬਾਹਰ ਵੀ ਇਸ ਮੁੱਦੇ ਨੂੰ ਲੈ ਕੇ ਜਿਹੜਾ ਇੱਕ ਪਾਵਰਫੁਲ ਡੈਮੋਨਸਟ੍ਰੇਸ਼ਨ ਹੋਇਆ। ਔਰ ਹੁਣ ਜਿਹੜਾ ਪ੍ਰੋਗਰਾਮ ਐਤਵਾਰ ਦਾ ਲਿਖਿਆ ਗਿਆ ਹੈ ਫਲੈਸ਼ਿੰਗ 222 ਗੁਰਦੁਆਰਾ ਸਾਹਿਬ ਤੋਂ ਕੱਲਾ ਰਿਚਮੰਡ ਹਿੱਲ ਤੱਕ ਨਹੀਂ, ਰਾਹ ਦੇ ਵਿੱਚ ਜਿਹੜੇ 5-6 ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੇ ਵਿੱਚ ਵੀ ਪੜਾਅ ਨੇ, ਤਾਂ ਕਿ ਇਹ ਮੈਸੇਜ ਦਿੱਤਾ ਜਾਏ ਕਿ ਨਿਊਯਾਰਕ ਦੀ ਸਿੱਖ ਸੰਗਤ ਔਰ ਡਾਇਸਪੋਰਾ ਸਿੱਖ ਕਮਿਊਨਿਟੀ ਸਟਰੋਂਗਲੀ ਇਸ ਜਿਹੜਾ ਮੋਰਚੇ ਦੇ ਨਾਲ ਖੜੀ ਹੈ ਔਰ ਇਸ ਦੇ ਲਈ ਜਿਹੜਾ ਲਗਾਤਾਰਤਾ ਦੇ ਨਾਲ ਸਾਡੀ ਸਪੋਰਟ ਇੱਥੋਂ ਹੁੰਦੀ ਰਹੇਗੀ। ਜੀ ਡਾਕਟਰ ਸਾਹਿਬ, ਬਿਲਕੁਲ। ਹਿੰਮਤ ਸਿੰਘ ਜੀ, ਤੁਹਾਡੇ ਵੱਲ ਆਵਾਂ। ਜਦੋਂ ਅਸੀਂ ਸਰਕਾਰ ਦਾ ਪੱਖ ਦੇਖਦੇ ਹਾਂ, ਠੀਕ ਹੈ, ਮੋਦੀ ਸਰਕਾਰ ਨੇ ਅਨਾਉਂਸਮੈਂਟ ਕੀਤੀ, ਰਿਹਾ ਕਰਨ ਦੀ ਲਿਸਟ ਜਾਰੀ ਕੀਤੀ, ਤੇ ਈਵਨ ਜੇ ਪੰਜਾਬ ਲੈਵਲ ਦੇ ਉੱਤੇ ਦੇਖਣਾ ਹੋਵੇ, ਪਹਿਲਾਂ ਬਾਦਲ ਸਰਕਾਰ ਤੇ ਇਹ ਗੱਲ ਆਉਂਦੀ ਰਹੀ ਹੈ ਵੀ ਜੀ ਇਹਨਾਂ ਨੇ ਕਰਵਾਇਆ ਜਾਂ ਕਰਨ ਵਾਲਿਆਂ ਨੂੰ ਸ਼ਹਿ ਦਿੱਤੀ, ਪਬਲਿਕ ਪਰਸੈਪਸ਼ਨ ਇਹ ਹੈਗੀ ਆ। ਹੁਣ ਜਦੋਂ ਜਾਂਚ ਦੀ ਗੱਲ ਹੁੰਦੀ ਹੈ, ਮਤਲਬ ਉਹ ਪੜਾਅ ਦਰ ਪੜਾਅ, ਪਹਿਲਾਂ ਇੱਕ SIT ਫਿਰ ਦੂਜੀ, ਹੁਣ ਅੱਜ ਦੀ ਜਿਹੜੀ ਲੇਟੈਸਟ ਉਹ ਹੈਗੀ ਆ ਭਗਵੰਤ ਮਾਨ ਸਰਕਾਰ, ਜੇ ਇਸ ਹਵਾਲੇ ਨਾਲ ਗੱਲ ਕਰਨੀ ਹੋਵੇ, ਹੁਣ SIT ਵੱਲੋਂ ਜਿਹੜੀ ਚਾਰਜ ਸ਼ੀਟ ਹੈ ਫਾਈਲ ਕੀਤੀ ਗਈ ਹੈ ਜਿਹਦੇ ਵਿੱਚ ਜਿਹੜੇ ਉਸ ਸਮੇਂ ਦੇ
ਬਾਦਲ ਸਰਕਾਰ ਦੇ ਈਵਨ ਸੁਖਬੀਰ ਸਿੰਘ ਬਾਦਲ ਦਾ ਨਾਮ ਉਹਦੇ ਵਿੱਚ ਆਉਂਦਾ, ਸੁਮੇਧ ਸਿੰਘ ਸੈਣੀ ਦਾ ਤੇ ਬਾਕੀਆਂ ਦਾ, ਜਿਹੜੇ ਉਸ ਟੌਪ ਲਾਈਨ ਜਿਹੜੇ ਪੁਲਿਸ ਅਫੀਸ਼ੀਅਲ ਸੀਗੇ ਉਹਨਾਂ ਸਾਰਿਆਂ ਦੇ ਨਾਮ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ। ਸੋ ਭਗਵੰਤ ਮਾਨ ਸਰਕਾਰ ਦੇ ਹਵਾਲੇ ਨਾਲ ਕਿਵੇਂ ਨਜ਼ਰ ਆ ਰਿਹਾ ਹੈ, ਮੋਰਚੇ ਪ੍ਰਤੀ ਉਹਨਾਂ ਦਾ ਰਵੱਈਆ ਕੀ ਹੈ, ਤੇ ਨਾਲ ਹੀ ਨਾਲ ਜਿਹੜੀ ਕਾਨੂੰਨੀ ਕਾਰਵਾਈ ਹੈ, ਲੀਗਲ ਫਰੇਮਵਰਕ ਕੋਰਟ ਦੇ ਥਰੂ ਹੈਗਾ ਜਿਹੜਾ, ਉਹਦੇ ਤੇ ਜਿਸ ਕਿਸਮ ਦਾ ਉਹਨਾਂ ਦਾ ਰਵੱਈਆ ਉਹ ਕਿਵੇਂ ਦਾ ਨਜ਼ਰ ਆਉਂਦਾ? ਜਿਹੜੀ ਖਬਰ ਤੁਸੀਂ ਦੱਸ ਰਹੇ ਹੋ ਸਿਰਫ ਕੋਟ ਕਪੂਰਾ ਗੋਲੀकांड ਦੇ ਮਾਮਲੇ 'ਚ ਅੱਜ ਚਾਰਜ ਸ਼ੀਟ ਫਾਈਲ ਹੋਈ ਜੀ। ਦੇਖੋ ਇਹਦੇ ਵਿੱਚ ਜਿਵੇਂ ਅੱਜ ਦੀ ਤੁਸੀਂ ਚਾਰਜ ਸ਼ੀਟ ਦੀ ਗੱਲ ਕਰਦੇ ਹੋ, ਉਹਦੇ ਵਿੱਚ ਵੀ ਜਿਹੜੀ ਉਹ ਧਾਰਾ ਲਾਈ ਗਈ ਆ ਸੁਖਬੀਰ ਬਾਦਲ ਤੇ ਆ ਵੱਡੇ ਬਾਦਲ ਤੇ, ਉਹਨਾਂ ਨੇ ਇਰਾਦਾ ਕਤਲ, ਜਦ ਕਿ ਕਤਲ ਤਾਂ ਉੱਥੇ 2 ਹੋ ਚੁੱਕੇ ਆ। ਸੋ ਉਹ 302 ਦਾ ਬਣਦਾ ਆ ਜਿਹੜਾ ਕਤਲ ਕਰ ਦਿੱਤਾ ਗਿਆ ਆਲਰੇਡੀ। ਸੋ ਹਲੇ ਵੀ ਜਿਹੜੀ ਕਿਤੇ ਨਾ ਕਿਤੇ ਉਹ ਕੋਟਕਪੂਰੇ 'ਚ ਕੋਈ ਕਤਲ ਬਾਈਬਲ ਕਲਾਂ ਦੇ ਵਿੱਚ ਜਿਹੜੀ ਦੋ ਸਿੰਘ ਸ਼ਹੀਦ ਜਿਹੜੇ ਹੋਏ ਆ, ਨਹੀਂ ਅੱਜ ਕੋਟਕਪੂਰੇ ਵਾਲੀ ਰਿਪੋਰਟ ਜੀ, ਮਤਲਬ ਹਲੇ ਵੀ ਜਿਹੜੇ ਆਪਾਂ ਜੇ ਦੇਖੀਏ ਨਾ ਜੀ, ਉਸ ਲਾਈਨ ਦੇ ਉੱਤੇ ਵੀ ਜਿਹੜੀ ਸਰਕਾਰ ਆ ਉਹ ਕਿਤੇ ਨਾ ਕਿਤੇ ਜਿਵੇਂ ਪਹਿਲਾਂ ਸਮਿਆਂ ਦੇ ਵਿੱਚ ਆਪਣਿਆਂ ਨੂੰ ਜਾਂ ਮਨਜੀਠੀਏ ਦੇ ਉੱਤੇ ਜਿਹੜਾ ਡਰੱਗ ਦਾ ਕੇਸ ਸੀ ਉਹ ਅੱਜ ਫੇਰ ਬਾਹਰ ਤੁਰਿਆ ਫਿਰਦਾ ਪੂਰੀ ਡਿਟੇਲ ਦੇ ਨਾਲ। ਉਹਨਾਂ ਨੂੰ ਪਤਾ ਜਿਹੜੇ ਸਟੇਟ ਦੇ ਲਈ ਕੰਮ ਕਰਦੇ ਆ, ਸਟੇਟ ਦਾ ਦਸਤਾ ਬਣ ਕੇ ਕੰਮ ਕਰਦੇ ਆ, ਉਹਨਾਂ ਨੂੰ ਸਟੇਟ ਸੇਵ ਵੀ ਕਰਦੀ ਆ। ਸੋ ਸਾਡੇ ਸਿੱਖਾਂ ਦੇ ਨਾਲ ਜਿਹੜਾ ਆ ਉਹ ਜਿਹੜਾ ਧੱਕਾ ਆ, ਪੰਜਾਬ ਸਰਕਾਰ ਹੋਵੇ, ਸੈਂਟਰ ਸਰਕਾਰ ਹੋਵੇ, ਜੇ ਅੱਜ ਦੀ ਭਗਵੰਤ ਮਾਨ ਸਰਕਾਰ ਜੇ ਕਰਨਾ ਚਾਹਵੇ ਉਹ ਵਿਧਾਨ ਸਭਾ ਦੇ ਵਿੱਚ ਮਤਾ ਪਾਵੇ, ਸਿੰਘਾਂ ਦੀ ਗੱਲ ਕਰੇ ਵੀ ਰਿਹਾਈ ਦਾ। ਜੇ ਡਾਕਟਰ ਸਾਹਿਬ ਉਹਨਾਂ ਨੇ ਰਾਜੀਵ ਗਾਂਧੀ ਦਾ ਪ੍ਰਾਈਮ ਮਿਨਿਸਟਰ ਦੀ ਗੱਲ ਕੀਤੀ ਆ, ਉਸ ਸਟੇਟ ਨੇ ਆਪਣੇ ਲੋਕਾਂ ਨੂੰ ਛੁਡਾਉਣ ਵਾਸਤੇ ਉਹ ਗੱਲ ਲਿਆਂਦੀ ਆ, ਉਹਨਾਂ ਪਿੱਛੇ ਖੜੇ ਆ, ਤੇ ਅੱਜ ਪੰਜਾਬ ਦੀ ਸਰਕਾਰ ਕਿਉਂ ਨਹੀਂ ਕਰ ਸਕਦੀ ਵੀ ਉਹ ਮਤਾ ਪਾਵੇ ਇਹਨਾਂ ਸਿੰਘਾਂ ਦੇ ਹੱਕ ਦੇ ਵਿੱਚ? ਕਿਉਂਕਿ ਉਹਨਾਂ ਨੇ ਆਪਣੇ, ਜਿਵੇਂ ਡਾਕਟਰ ਸਾਹਿਬ ਨੇ ਪਹਿਲਾਂ ਜ਼ਿਕਰ ਕੀਤਾ ਹੀ ਆ ਕਿ ਉਹਨਾਂ ਨੇ ਆਪਣੀਆਂ ਪਰਸਨਲ ਵਾਸਤੇ ਨਹੀਂ, ਜੇ ਇੱਕ ਨੌਜਵਾਨੀ ਨੂੰ ਉਸ ਵੇਲੇ ਸੇਵ ਕੀਤਾ ਉਹਨਾਂ ਬੰਦਿਆਂ ਕੋਲੋਂ ਜਿਹੜੇ ਨੌਜਵਾਨੀ ਦੇ ਝੂਠੇ ਪੁਲਿਸ ਮੁਕਾਬਲੇ ਖੇਡ ਰਹੇ ਸੀ, ਮਾਰ ਰਹੇ ਸੀ, ਝੂਠੇ ਪੁਲਿਸ ਮੁਕਾਬਲੇ ਖੂਨ ਦੀ ਹੋਲੀ ਖੇਡ ਰਹੇ ਸੀ, ਤਾਂ ਅਸੀਂ ਅੱਜ ਉਹ ਨੌਜਵਾਨਾਂ ਨੂੰ ਜਿਹੜੇ ਕਿ ਮੈਂ ਸਮਝਦਾ ਵੀ ਜੇ ਅੱਜ ਉਹਨਾਂ ਨੇ ਮਨੁੱਖਤਾ ਨੂੰ ਸੇਵ ਕੀਤਾ, ਤਾਂ ਇਹ ਗੱਲ ਭਗਵੰਤ ਮਾਨ ਸਰਕਾਰ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿਹੜਾ ਆ ਉਹ ਮਤਾ ਪਾ ਦੇਣਾ ਚਾਹੀਦਾ ਵੀ ਹਾਂ ਅਸੀਂ ਇਸ ਗੱਲ ਦੇ ਉੱਤੇ ਮੋਹਰ ਲਾਉਂਦੇ। ਅਸੀਂ ਇਹ ਵੀ ਜਾਣਦੇ ਵੀ ਕਰਨਾ ਨਹੀਂ ਉਹਨਾਂ ਨੇ, ਪਰ ਉਹਨਾਂ ਨੂੰ ਇਹ ਕਰਨਾ ਚਾਹੀਦਾ। ਜੇ ਅੱਜ ਅਮਰੀਕਾ ਦੇ ਵਿੱਚ ਕਈ ਸਟੇਟਾਂ ਦੇ ਵਿੱਚ ਸਿੱਖਾਂ ਦੇ ਹੱਕ ਵਿੱਚ ਵੱਡੇ ਵੱਡੇ ਮਤੇ ਪਾਸ ਹੁੰਦੇ, ਸਿੱਖ ਜੈਨੋਸਾਈਡ ਰੈਕੋਗਨਾਈਜ਼ ਹੁੰਦੀਆਂ, ਉਹ ਸਟੇਟਾਂ ਦੀਆਂ ਅਸੈਂਬਲੀਆਂ ਦੇ ਵਿੱਚ ਸਾਰੇ ਮੈਂਬਰ ਵੋਟਿੰਗ ਕਰਦੇ ਆ ਕਿ ਕੋਈ ਇਸ ਤਰ੍ਹਾਂ ਦੀਆਂ ਕੋਈ ਵੀ ਮਸਲੇ ਕੋਈ ਸਿੱਖਾਂ ਦੇ ਹੱਕ ਦੇ ਵਿੱਚ, ਪੰਜਾਬ ਦੇ ਹੱਕ ਦੇ ਵਿੱਚ ਕਿੰਨਾ ਕੁ ਕੀ ਪੰਜਾਬ ਦੀ ਵਿਧਾਨ ਸਭਾ ਨੇ ਕੀਤਾ? ਕੁਛ ਨਹੀਂ ਕੀਤਾ। ਤੇ ਜੇ ਅਸੀਂ ਬਾਦਲਾਂ ਦੀ ਗੱਲ ਕਰਦੇ, ਅੱਜ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਸੈਨਾ ਦੀ ਸਿਗਨੇਚਰ ਮੁਹਿੰਮ ਚਲਾਈ ਆ ਜੀ। ਤਾਂ ਜਿਸ ਵੇਲੇ ਇਹਨਾਂ ਦੀ ਬੀਜੇਪੀ ਦੇ ਨਾਲ ਭਾਈਵਾਲ ਸੀ, ਸੈਂਟਰ ਵਿੱਚ ਬੀਜੇਪੀ ਦੀ ਸਰਕਾਰ ਸੀ, ਪੰਜਾਬ ਦੇ ਵਿੱਚ ਇਹਨਾਂ ਦੀ ਖੁਦ ਦੀ ਸਰਕਾਰ ਸੀ, ਇਹ ਉਦੋਂ ਇਹਨਾਂ ਦੇ ਸਿਗਨੇਚਰਾਂ ਦੀ ਵੈਲਿਊ ਸੀ ਔਰ ਇਹ ਵੀ ਪਾ ਸਕਦੇ ਸੀ ਉਸ ਵੇਲੇ ਵਿਧਾਨ ਸਭਾ ਦੇ ਵਿੱਚ ਮਤਾ। ਪਰ ਕਿਉਂਕਿ ਸਮੇਂ-ਸਮੇਂ ਤੇ ਚਾਹੇ 1984 ਸਿੱਖ ਜੈਨੋਸਾਈਡ ਦੀ, ਅਕਾਲ ਤਖਤ ਸਾਹਿਬ ਦੇ ਅਟੈਕ ਦੀ, ਬਾਦਲ ਸਰਕਾਰ ਨੇ ਵੀ ਸਿਆਸਤ ਕੀਤੀ ਆ, ਸਿਰਫ ਉਹ ਸੰਜੀਦਗੀ ਕਦੇ ਨਹੀਂ ਦਿਖਾਈ ਉਹਨਾਂ ਨੇ। ਭਾਵੇਂ ਉਹ ਅੱਜ ਦੀ ਜਿਹੜੀ ਭਗਵੰਤ ਮਾਨ ਦੀ ਆਪ ਪਾਰਟੀ ਦੀ ਸਰਕਾਰ ਆ ਪੰਜਾਬ ਵਿੱਚ ਬੈਠੀ ਆ, ਇਹ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਹਮੇਸ਼ਾ ਖੇਡਦੇ ਰਹੇ ਆ। ਤੇ ਜੇ ਚਾਹਣ ਇਹ ਸਰਕਾਰਾਂ ਸੰਜੀਦਗੀ ਦੇ ਨਾਲ, ਇਮਾਨਦਾਰੀ ਨਾਲ ਕੰਮ ਕਰਨ ਤੇ ਬਹੁਤ ਕੁਝ ਹੋ ਸਕਦਾ। ਪਰ ਜਿਵੇਂ ਡਾਕਟਰ ਸਾਹਿਬ ਉਹਨਾਂ ਨੇ ਕਈ ਨਾਮ ਗਣਾਏ ਆ, ਜੇ ਰਾਜੀਵ ਗਾਂਧੀ ਦੇ ਕਾਤਲਾਂ ਦੀ ਗੱਲ ਕਰਦੇ ਆ ਜਾਂ ਬਿਲਕਿਸ ਪਾਨੋ ਦਾ, ਉਹਨਾਂ ਦੇ ਨਾਲ ਪ੍ਰਗਿਆ ਸਾਧ ਵੀ ਅੱਜ MP ਮੈਂਬਰ ਪਾਰਲੀਮੈਂਟ ਬਣ ਕੇ ਜਿਹੜੀ ਆ ਭਾਰਤ ਦੀ ਪਾਰਲੀਮੈਂਟ 'ਚ ਬੈਠੀ ਆ। ਉਹਦਾ ਮਾਲੇਗਾਂਵ ਬੰਬ ਧਮਾਕਿਆਂ ਦੇ ਵਿੱਚ ਪ੍ਰੂਫ ਐਵੀਡੈਂਸ ਸ਼ੋ ਹੋਏ ਆ, ਪਰ ਅੱਜ ਉਹਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਬਿਠਾਇਆ ਹੋਇਆ ਇਹਨਾਂ ਨੇ। ਇੱਕ ਕਿਸ਼ੋਰੀ ਲਾਲ ਸੀ ਜਿਹਨੇ ਸਿੱਖਾਂ ਦੀ ਜੈਨੋਸਾਈਡ ਕੀਤੀ ਦਿੱਲੀ ਦੇ ਵਿੱਚ, ਉਹਨੂੰ ਵੀ ਇਹਨਾਂ ਨੇ ਮਤਲਬ ਜਿਹੜਾ ਰਿਹਾ ਕੀਤਾ। ਈਵਨ ਜੇ ਅੱਜ ਰਾਮ ਰਹੀਮ ਵਰਗੇ ਆਪਣਾ ਅਸਰ ਰਸੂਖ ਵਰਤਦੇ ਆ, ਆਸਾ ਨਾਮ ਵਰਗੇ ਜਿਹੜੇ ਬਲਾਤਕਾਰੀ ਸਾਧ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਆ, ਉਹ ਤਕਰੀਬਨ ਸਾਲ 2 ਸਾਲ ਦੇ ਵਿੱਚ ਹੀ ਜਿਹੜੀਆਂ ਉਹ ਵੀ ਪੈਰੋਲ ਲੈ ਕੇ ਆਣ ਕੇ ਬਾਹਰ ਬੈਠਦੇ ਆ। ਤੇ ਸਾਡੇ ਬਹੁਤ ਸਾਰੇ ਸਿੰਘ ਆ ਤੇ ਜਿਨ੍ਹਾਂ ਨੂੰ ਆਪਣੇ ਜੇ ਕੋਈ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਡੈਥ ਹੁੰਦੀ ਆ ਮਾਤਾ ਪਿਤਾ ਦੀ, ਤਾਂ ਉਹ ਵੀ ਜਿਹੜੀ ਪੈਰੋਲ ਕਈਆਂ ਨੂੰ ਤਾਂ ਮਿਲੀ ਨਹੀਂ ਆ। ਇੱਕ ਪਿੱਛੇ ਜੇ ਰਾਜੋਆਣਾ ਆਇਆ ਸੀ, ਹੋਰ ਕਈ ਸਿੰਘ ਅਪਰੋਚ ਕਰਦੇ ਵੀ ਸਾਡੇ ਪਰਿਵਾਰ ਦੇ ਵਿੱਚ ਸਾਡੇ ਮਾਤਾ ਪਿਤਾ ਜੀ ਉਹਨਾਂ ਦੀ ਜਿਹੜੀ ਆ ਸਿਹਤ ਨਹੀਂ ਠੀਕ,
ਉਹਨਾਂ ਨੂੰ ਪੇਰੋਲ ਤੱਕ ਨਹੀਂ ਮਿਲਦੀ। ਸੋ ਮੇਰੇ ਇਹ ਕਹਿਣ ਨਾਲ ਈਵਨ ਜੇ ਅਸੀਂ ਸੋ ਕਾਲਡ ਮਹਾਤਮਾ ਗਾਂਧੀ ਦੀ ਗੱਲ ਕਰਦੇ ਹਾਂ, ਗੋਡਸੇ ਨੇ ਉਹ ਜਿਹੜਾ ਉਸ ਵੇਲੇ ਕਤਲ ਜਿਹੜਾ ਕੀਤਾ ਆ, ਤਾਂ ਉਹਦੇ ਨਾਲ ਹੋਰ ਜਿਹੜੇ ਸੀਗੇ, ਜੇ ਉਹ ਕੇਸ ਵੀ ਸਾਰਾ ਰੀਡ ਕਰੀਏ ਤਾਂ ਉਹਦੇ ਵਿੱਚ ਵੀ 7-8 ਬੰਦਿਆਂ ਨੂੰ ਇਹਨਾਂ ਨੇ ਰਿਹਾ ਕੀਤਾ ਜੀ। ਤੇ ਉਸ ਜਿਹੜਾ ਸੋ ਕਾਲਡ ਮਹਾਤਮਾ ਗਾਂਧੀ ਦੇ ਕੇਸ ਵਿੱਚ ਵੀ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਿੱਖਾਂ ਨਾਲ ਹੁਣ ਹੋ ਰਿਹਾ ਆ ਵੀ ਇਹਨਾਂ ਦੇ ਜਿਹੜੇ ਲਾ ਆ ਭਾਰਤ ਦੇ ਵਿੱਚ, ਉਹ ਤੁਹਾਡੇ ਮਿਨੋਰਟੀ ਵਾਸਤੇ, ਦਲਿਤ ਹੋਣ, ਮੁਸਲਮਾਨ ਹੋਣ, ਸਿੱਖ ਹੋਣ, ਇਹਨਾਂ ਵਾਸਤੇ ਕਾਨੂੰਨ ਅਲੱਗ ਆ। ਉੱਥੇ ਪਾਰਦਰਸ਼ਤਾ ਨਹੀਂ ਹੈਗੀ। ਉਹ ਜਿਵੇਂ ਵੀ ਆਪਣੇ ਤਰੀਕੇ ਨਾਲ ਢੰਗ ਤਰੀਕੇ ਵਰਤਦੇ ਆ। ਹੁਣ ਪਿਛਲੇ ਜਿਹੜਾ ਅਡਾਨੀ ਵਾਲਾ ਮਸਲਾ ਕਿੰਨਾ ਹਾਈਲਾਈਟ ਹੋਇਆ, ਡਾਕਟਰ ਸਾਹਿਬ ਨੇ ਸ਼ੋਅ ਕੀਤੇ ਉਹਦੇ ਤੇ ਕਾਫੀ ਡਿਟੇਲ ਨਾਲ, ਤੇ ਉਹਨੂੰ ਸੇਵ ਕਰਨ ਲਈ ਸਾਰੀਆਂ ਕਰਤੂਤਾਂ ਜਿਹੜੀਆਂ ਸੈਂਟਰ ਜਿਹੜਾ ਉਹ ਪ੍ਰਾਈਮ ਮਿਨਿਸਟਰ ਆ ਨਰਿੰਦਰ ਮੋਦੀ ਜਿਹੜਾ ਭਾਰਤ ਦਾ, ਉਹ ਖੁਦ ਇਹਨਾਂ ਕੇਸਾਂ ਦੇ ਵਿੱਚ ਸਭ ਤੋਂ ਵੱਡਾ ਦੁਨੀਆ ਦਾ ਜੇ ਘਪਲਾ ਆ ਉਹ ਅੱਜ ਦੇ ਸਮੇਂ ਦੇ ਵਿੱਚ ਹੋਇਆ। ਤਾਂ ਅਸੀਂ ਇਸ ਗੱਲ ਨੂੰ ਪੂਰਾ ਸਮਝਦੇ ਹਾਂ। ਦੇਖੋ, ਇੱਕ ਪਾਵਰ ਜਿਹੜੀ ਆਵਾਮ ਦੇ ਵਿੱਚ ਆ, ਜਿਹੜੀ ਕੌਮ ਦੇ ਵਿੱਚ ਆ, ਅੱਜ ਜਿੱਥੇ ਕਿਸਾਨੀ ਸੰਘਰਸ਼ ਦੇ ਵਿੱਚ ਉਹ ਜਲਵਾ ਦਿਖਾਇਆ ਭਾਰਤੀ ਹਕੂਮਤ ਨੂੰ, ਅੱਜ ਉਸੇ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੀ ਆ ਉਹ ਸਾਰੀਆਂ ਕੌਮਾਂ ਜਿਹੜੀਆਂ ਆ ਉਹਦੇ ਵਿੱਚ ਸਾਥ ਵੀ ਦੇ ਰਹੀਆਂ ਆ। ਉਹ ਭਾਵੇਂ ਕਿਸਾਨ ਜਥੇਬੰਦੀਆਂ ਹੋਣ, ਮੁਸਲਮਾਨ ਜਥੇਬੰਦੀਆਂ ਹੋਣ, ਈਵਨ ਹਿੰਦੂ ਜਥੇਬੰਦੀਆਂ ਵੀ ਜਿਹੜੀਆਂ ਆਣ ਕੇ ਉਹ ਸਪੋਰਟ ਕਰਦੀਆਂ ਕਿ ਇਹ ਬਿਲਕੁਲ ਇਹ ਅਧਿਕਾਰ ਆ ਸਿੱਖਾਂ ਦਾ ਵੀ ਇਹ ਇੰਨੇ ਚਿਰਾਂ ਤੋਂ ਬੰਦ ਪਏ। ਸਭ ਤੋਂ ਵੱਡੀ ਗੱਲ ਆ, ਸਰਬੱਤ ਖਾਲਸਾ 2015 ਦੇ ਵਿੱਚ ਜਥੇਦਾਰ ਸਾਹਿਬ ਨੂੰ ਕੌਮ ਦਾ ਜਥੇਦਾਰ ਥਾਪਿਆ ਜੀ। ਕੌਮ ਦਾ ਜਥੇਦਾਰ ਹੋਵੇ ਤੇ ਇਹ ਜੇਲ੍ਹ ਦੇ ਵਿੱਚ ਮਤਲਬ ਹਲੇ ਤੱਕ ਵੀ ਉਹਨੂੰ ਛੱਡ ਨਹੀਂ ਰਹੀ ਹਕੂਮਤ। ਤਾਂ ਈਵਨ ਜਿਹੜੀ ਸਟੇਟ ਨਾਲ ਸੰਬੰਧਿਤ ਕੇਸ ਆ ਪੰਜਾਬ ਨਾਲ, ਉਸ ਸਟੇਟ ਦੇ ਵਿੱਚ ਰੱਖਣ ਦੇ ਲਈ ਵੀ ਉਹਨਾਂ ਨੂੰ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਮੋਰਚੇ ਵਾਲੇ ਸਿੰਘਾਂ ਨੂੰ ਕਿ ਭਾਈ ਜਿਹੜੀ ਸਟੇਟ ਨਾਲ ਸੰਬੰਧਿਤ ਆ ਉਹ ਸਟੇਟ ਵਿੱਚ ਲਿਆਓ। ਦਿੱਲੀ ਦੇ ਕੇਸ, ਦਿੱਲੀ ਦਾ ਤਾਂ ਕੋਈ ਕੇਸ ਨਹੀਂ ਹੈਗਾ ਜਥੇਦਾਰ ਸਾਹਿਬ ਤੇ ਨਾਲ ਜਿਹੜੇ ਬਾਕੀ ਦੇ ਬੰਦੀ ਸਿੰਘ ਆ, ਭਾਵੇਂ ਉਹ ਜਗਤਾਰ ਸਿੰਘ ਤਾਰੇ ਹੋਣੀ ਔਰ ਪਰਮਜੀਤ ਸਿੰਘ ਭਿਓਰੇ ਉਹਨੇ, ਸਾਰੇ ਹੀ ਸਾਡੇ ਸਤਿਕਾਰਯੋਗ ਸਿੰਘ ਆ, ਸਾਰਿਆਂ ਦੀ ਸਪੋਰਟ ਆ। ਹਾਲਾਂਕਿ ਕੁਛ ਪਿੱਛੇ ਜੇ ਨਿਊਜ਼ਾਂ ਵੀ ਸਾਨੂੰ ਸੁਣਨ ਨੂੰ ਮਿਲੀਆਂ, ਪਰ ਸਾਰਾ ਜਿਹੜਾ ਆ ਉਹ ਬੰਦੀ ਸਿੰਘਾਂ ਨੂੰ ਕਈ ਬਾਹਰ ਬੈਠੇ ਹੀ ਲੋਕੀ ਜਿਹੜੇ ਇਹਨਾਂ ਲੱਤਾਂ ਖਿੱਚੂ ਮੋਰਚੇ ਨੂੰ ਖਰਾਬ ਕਰਨ ਵਾਲੀਆਂ ਸ਼ਕਤੀਆਂ ਵੀ ਆ, ਜਿਹਦੇ ਪਿੱਛੇ ਅਸੀਂ ਇਹੀ ਸਮਝਦੇ ਆ ਵੀ ਉਹ ਸੈਂਟਰ ਵਾਲੀਆਂ ਏਜੰਸੀਆਂ ਦੇ ਥਰੂ ਹੀ ਕੋਈ ਨਾ ਕੋਈ ਆਨਾਕਾਨੀ ਲੱਤਾਂ ਖਿੱਚੂ ਵਾਲਾ ਕੰਮ ਹੈਗਾ। ਪਰ ਜਿਹੜਾ ਮੋਰਚਾ ਆ ਉਹ ਆਪਣੀ ਕਾਮਯਾਬੀ ਨੂੰ ਵੱਧ ਰਿਹਾ ਆ। ਅਸੀਂ ਜਿਹੜੀ ਆ ਭਾਰਤੀ ਸਰਕਾਰ ਦੀਆਂ ਜਿਹੜੀਆਂ ਇਹ ਨੀਤੀਆਂ ਆ, ਜਿਹੜੀਆਂ ਸਿੱਖਾਂ ਪ੍ਰਤੀ, ਮਿਨੋਰਟੀ ਪ੍ਰਤੀ, ਪੰਜਾਬ ਪ੍ਰਤੀ, ਉਹ ਅਸੀਂ ਹਮੇਸ਼ਾ ਜਿਹੜੇ ਆ ਵਿਦੇਸ਼ਾਂ ਵਿੱਚ ਡਾਇਸਪੋਰਾ 'ਚ ਵਸਦੇ ਸਿੱਖ ਆ ਉਹ ਨੰਗਾ ਕਰਦੇ ਆ ਸਮੇਂ-ਸਮੇਂ ਤੇ। ਉਹ ਇਹਨਾਂ ਗੱਲਾਂ ਦੀ ਤਕਲੀਫ ਵੀ ਜਿਹੜੀ ਆ ਭਾਰਤੀ ਹਕੂਮਤ ਨੂੰ ਹੁੰਦੀ ਆ। ਹੁਣ ਭਾਵੇਂ ਜਿਹੜੀਆਂ ਮੁਜ਼ਾਹਰੇ, ਧਰਨੇ, ਕਾਰ ਰੈਲੀਆਂ ਉਹ ਦੁਨੀਆ ਦੀ ਹਰ ਉਸ ਕੰਟਰੀ 'ਚ ਹੋ ਰਹੀਆਂ ਜਿੱਥੇ ਸਿੱਖ ਵਸੋਂ ਆ, ਔਰ ਜਿਹੜੀਆਂ ਇਹਨਾਂ ਦੀਆਂ ਵੈਸੀਆਂ ਆ ਉਹਨਾਂ ਦੇ ਅੱਗੇ ਪ੍ਰੋਟੈਸਟ ਹੋ ਰਹੇ ਵੱਡੇ, ਔਰ ਕਾਰ ਰੈਲੀਆਂ, ਟਰੱਕ ਰੈਲੀਆਂ ਜਿਹੜੀਆਂ ਉਹ ਨਿਕਲ ਰਹੀਆਂ। ਇਹ ਇੱਕ ਐਕਸਰਸਾਈਜ਼ ਆ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਪ੍ਰੋਗਰਾਮ ਜਿਹੜੇ ਆ ਉਹ ਡਾਇਸਪੋਰਾ ਦੇ ਵਿੱਚ ਵੀ ਹੋਣਗੇ, ਔਰ ਪੰਜਾਬ ਦੀ ਧਰਤੀ ਦੇ ਉੱਤੇ ਵੀ ਵੱਡੇ ਜਿਹੜੇ ਆ ਉਹ ਰੂਪ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਗੇ। ਸੋ ਇਹ ਕੁੱਲ ਮਿਲਾ ਕੇ ਜਿਹੜਾ ਰਵੱਈਆ ਭਾਰਤੀ ਹਕੂਮਤ ਦਾ ਸਿੱਖਾਂ ਦੇ ਨਾਲ ਉਸ ਚੀਜ਼ ਨੂੰ ਨੰਗਾ ਕਰਨ ਦੀ ਆ। ਸੋ ਇਹ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਇਨਸਾਫ ਹੋਏਗਾ। ਗੁਰੂ ਸਾਹਿਬ ਨੇ ਕਰਨਾ ਉਹਦੇ ਦਰ ਤੋਂ, ਪਰ ਕਹਿੰਦੇ ਹੁੰਦੇ ਵੀ ਉਦਮ ਕਰਨਾ ਜਿਹੜਾ ਆ ਉਹ ਹਰ ਸਿੱਖ ਗੁਰਸਿੱਖ ਦਾ ਫਰਜ਼ ਆ। ਉਹਦਾ ਫਲ ਜਿਹੜਾ ਸਤਿਗੁਰਾਂ ਨੇ ਕਦੋਂ ਦੇਣਾ ਉਹ ਗੁਰੂ ਸਾਹਿਬ ਜਾਣਨ। ਜੀ ਬਿਲਕੁਲ ਡਾਕਟਰ ਸਾਹਿਬ, ਜਿਵੇਂ ਇਹ ਸਾਰੇ ਮਾਹੌਲ ਦੇ ਵਿੱਚ ਅਸੀਂ ਦੇਖ ਰਹੇ ਹਾਂ, ਮਤਲਬ ਇੱਕ ਵੱਡਾ ਫੈਕਟਰ ਹੈ ਜਾਗਰੂਕਤਾ ਦਾ। ਪਿਛਲੇ ਜੇ ਸਾਰੇ ਸਾਲਾਂ ਤੋਂ ਦੇਖਣਾ ਹੋਵੇ, ਪੜਾਅ ਦਰ ਪੜਾਅ ਵੱਧਦੇ ਆਉਂਦੇ ਤੇ ਨੌਜਵਾਨ ਪੀੜ੍ਹੀ ਦੇ ਵਿੱਚ ਇੱਕ ਜਾਗਰੂਕਤਾ ਜਿਹੜੀ ਹੈ ਉਹ ਵੱਧਦੀ ਹੋਈ ਨਜ਼ਰ ਆਈ ਹੈ ਪਿਛਲੇ ਸਾਰੇ ਸਮੇਂ ਦੇ ਵਿੱਚ। ਆਫ ਕੋਰਸ ਜੇ ਉਹ ਇਧਰਲੇ ਪਾਸੇ ਅਸੀਂ ਦੇਖਣਾ ਹੋਵੇ ਤੇ ਉਹ ਦੀਪ ਸਿੱਧੂ ਤੋਂ ਬਾਅਦ ਮਾਨ ਸਾਹਿਬ ਦੀ ਜਿਹੜੀ ਸੰਗਰੂਰ ਦੇ ਵਿੱਚ ਜਿੱਤ ਹੁੰਦੀ ਹੈ, ਇਹ ਸਾਰੀਆਂ ਚੀਜ਼ਾਂ ਜਦੋਂ ਸਾਨੂੰ ਸਾਡੀ ਸਟਰੈਂਥ ਨਜ਼ਰ ਆਉਂਦੀ ਹੈ ਵੀ ਇਹ ਜਿਹੜਾ ਸਿੱਖ ਪੱਖ ਹੈ ਉਹ ਭਾਰੀ ਹੋ ਰਿਹਾ ਹੈ ਜਾਂ ਇੱਕ ਨੈਰੇਟਿਵ ਬਿਲਡ ਹੋ ਰਿਹਾ ਹੈ, ਉਹ ਦੂਜੇ ਪਾਸੇ ਜਦੋਂ ਅਸੀਂ ਸਟੇਟ ਦੇ ਪੱਖ ਤੋਂ ਦੇਖਦੇ ਹਾਂ ਤੇ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਵੀ ਇਹ ਪ੍ਰੋਬਲਮ ਜਿਹੜੀ ਹੈ ਉਹ ਵੱਧ ਰਹੀ ਹੈ। ਸੋ ਉਹਨਾਂ ਨੇ ਉਹਦੇ ਨਾਲ ਕਿਵੇਂ ਡੀਲ ਕਰਨਾ।
ਸੋ ਹੁਣ ਜਿਹੜੀ ਇਹ ਅਜਨਾਲੇ ਵਿਖੇ ਸਾਰਾ ਘਟਨਾਕ੍ਰਮ ਵਾਪਰਿਆ ਇਹਨੂੰ ਉਸੇ ਸੰਦਰਭ ਦੇ ਵਿੱਚ ਬਹੁਤਿਆਂ ਵੱਲੋਂ ਦੇਖਿਆ ਜਾ ਰਿਹਾ ਹੈ ਜੀ। ਇਹਨੂੰ ਇਧਰਲੇ ਪਾਸਿਓਂ ਕਿਵੇਂ ਦੇਖਿਆ ਜਾਵੇ ਤੇ ਦੂਜੇ ਪਾਸਿਓਂ ਕਿਵੇਂ ਵੀ ਹੁਣ ਸਟੇਟ ਕਿਸ ਹਿਸਾਬ ਨਾਲ ਸਾਰੀ ਸਿਚੁਏਸ਼ਨ ਨਾਲ ਡੀਲ ਕਰਨ ਜਾ ਰਹੀ ਹੈ। ਤੁਸੀਂ ਵੀ ਉਹਨੂੰ ਕੀਤਾ ਆ ਕਿ ਜੀ ਇਹ ਸਿਚੁਏਸ਼ਨ ਜਿਹੜੀ ਹੈ ਉਹ ਕ੍ਰੀਏਟ ਕੀਤੀ ਜਾ ਰਹੀ ਹੈ, ਇੱਕ ਨੈਰੇਟਿਵ ਬਿਲਡ ਕੀਤਾ ਜਾ ਰਿਹਾ ਹੈ ਜੋ ਕਿ ਅੱਜ ਜਦੋਂ ਅਸੀਂ ਇੰਡੀਅਨ ਮੀਡੀਆ ਦੇਖਦੇ ਹਾਂ ਉਹਦੇ 'ਚ ਪੰਜਾਬ ਨੂੰ ਮਤਲਬ ਅਨਾਰਕੀ ਵੱਲ ਵੱਧਦਿਆਂ ਉਸ ਹਿਸਾਬ ਨਾਲ ਹੀ ਪੇਸ਼ ਕੀਤਾ ਜਾ ਰਿਹਾ ਹੈ। ਤੇ ਜਿਹੜੀ ਭਗਵੰਤ ਮਾਨ ਸਰਕਾਰ ਦੀ ਕ੍ਰੈਡੀਬਿਲਿਟੀ ਹੈ ਜਾਂ ਉਹਨਾਂ ਦਾ ਲਾਅ ਐਂਡ ਆਰਡਰ ਤੇ ਕੰਟਰੋਲ ਹੈ ਉਹਨੂੰ ਆਲਮੋਸਟ ਉਹਨਾਂ ਨੇ ਜ਼ੀਰੋ ਕਰ ਦਿੱਤਾ ਆ। ਕਿਵੇਂ ਦੇਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਏਗਾ ਕਿ ਬੇਸ਼ੱਕ ਅੱਜ ਲਫ਼ਜ਼ ਅਸੀਂ ਚੀਫ ਮਿਨਿਸਟਰ ਇਸਤੇਮਾਲ ਕਰਦੇ ਹਾਂ ਜਿਹੜਾ ਲੈਜਿਸਲੇਟਿਵ ਅਸੈਂਬਲੀ ਨੂੰ ਹੈਡ ਕਰਦਾ ਹੈ, ਪਰ ਇਹਨਾਂ ਦਾ ਰੁਤਬਾ ਉਹੀ ਹੈ ਜੋ 18ਵੀਂ ਸਦੀ 'ਚ ਸੂਬੇਦਾਰ ਲਾਹੌਰ ਜਾਂ ਸੂਬੇਦਾਰ ਸਰਹੰਦ ਦਾ ਸੀ, ਕਿਉਂਕਿ ਦਿੱਲੀ ਦੇ ਸਿੱਧੇ ਅਧੀਨ ਨੇ ਔਰ ਇਸ ਵੇਲੇ 1 ਦਰਜਨ ਤੋਂ ਜ਼ਿਆਦਾ ਇੰਟੈਲੀਜੈਂਸ ਏਜੰਸੀਆਂ ਔਰ ਇਹਦੇ ਬਾਵਜੂਦ ਕਿ ਇੰਡੀਅਨ ਕਨਸਟੀਟਿਊਸ਼ਨ ਦੇ ਥੱਲੇ ਲਾਅ ਐਂਡ ਆਰਡਰ ਸਟੇਟ ਸਬਜੈਕਟ ਹੈ, ਲੇਕਿਨ ਪਹਿਲਾਂ CBI ਹੁਣ NIA ਦੇ ਥੱਲੇ ਇੰਨੀ ਤੇਜ਼ੀ ਦੇ ਨਾਲ ਦਿੱਲੀ ਨੇ ਆਪਣਾ ਪ੍ਰਭਾਵ ਪੰਜਾਬ ਦੇ ਵਿੱਚ ਬਣਾਇਆ। ਅਸੀਂ ਦੇਖਦੇ ਹਾਂ ਕਿ ਫਰਵਰੀ ਦੀਆਂ ਚੋਣਾਂ ਦੇ ਨੇੜੇ ਤੇੜੇ ਉਹਨਾਂ ਨੇ ਪੰਜਾਬ ਦੇ 6 ਸਰਹੱਦੀ ਜ਼ਿਲ੍ਹੇ ਜਿਹੜੇ ਨੇ ਉਹਨਾਂ ਦਾ ਇੱਕ ਵੱਡਾ ਹਿੱਸਾ ਆਲਮੋਸਟ ਜੇ ਪੰਜਾਬ 50,300 ਸਕੁਅਰ ਕਿਲੋਮੀਟਰ ਹੈ ਤੇ 25,000 ਸਕੁਅਰ ਕਿਲੋਮੀਟਰ ਦਾ ਜਿਹੜਾ ਏਰੀਆ ਹੈ ਉਹ CRPF BSF ਸੈਂਟਰਲ ਫੋਰਸਿਸ ਨੇ ਆਪਣੇ ਕੰਟਰੋਲ ਦੇ ਵਿੱਚ ਲਿਆ ਹੋਇਆ ਜੀ। ਦੂਸਰਾ ਪਾਰਟ ਅਸੀਂ ਜੇ ਈਵਨ ਸਿਆਸੀ ਕੈਦੀਆਂ ਦੇ ਹਵਾਲੇ ਨਾਲ ਵੀ ਗੱਲ ਕਰੀਏ ਤੇ ਫਿਰ ਇਹ ਦੇਖਣਾ ਹੋਏਗਾ ਕਿ ਪ੍ਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ ਔਰ ਹੁਣ ਭਗਵੰਤ ਮਾਨ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵੇਲੇ ਔਰ ਜਿਵੇਂ ਭਾਈ ਹਿੰਮਤ ਸਿੰਘ ਹੋਰਾਂ ਨੇ ਕਿਹਾ ਜਿਹੜੀ ਜੇਲ੍ਹ ਮੈਨੂਅਲ ਦੇ ਥੱਲੇ ਜੇ ਤੁਹਾਨੂੰ ਭਾਵੇਂ ਜਦੋਂ ਇੱਕ ਵਾਰੀ ਸਜ਼ਾ ਹੋ ਜਾਂਦੀ ਹੈ ਤੇ ਜਿਹੜੇ ਤੁਹਾਡੇ ਆਪਣੇ ਜ਼ਿਲ੍ਹੇ ਦੀ ਨੇੜੇ ਦੀ ਜੇਲ੍ਹ ਹੈ ਉਹਦੇ 'ਚ ਤੁਹਾਨੂੰ ਰੱਖਿਆ ਜਾਂਦਾ ਹੈ। ਹੁਣ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਤਿਹਾੜ ਜੇਲ੍ਹ 'ਚ ਰੱਖਿਆ ਹੋਇਆ ਸੀ ਜਿਨ੍ਹਾਂ ਨੂੰ, ਉਹਨਾਂ ਵੱਲੋਂ ਐਪਲੀਕੇਸ਼ਨ ਮੂਵ ਕੀਤੀ ਗਈ ਕਿ ਉਹਨਾਂ ਨੂੰ ਅੰਮ੍ਰਿਤਸਰ ਜੇਲ੍ਹ 'ਚ ਰੱਖਿਆ ਜਾਏ ਜਿਹੜੀ ਨੇੜੇ ਹੈ ਉਹਨਾਂ ਦੇ, ਔਰ ਸੁਮੇਧ ਸੈਣੀ DGP, ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ, 3 ਵਾਰ ਉਹ ਫਾਈਲ ਤਿਹਾੜ ਤੋਂ ਆਉਂਦੀ ਹੈ। ਪੰਜਾਬ ਸਰਕਾਰ ਲਿਖ ਕੇ ਭੇਜਦੀ ਹੈ ਕਿ ਇਹ ਬਹੁਤ ਖਤਰਨਾਕ ਮੁਜਰਮ ਹੈ ਔਰ ਇਹਦੇ ਇੱਥੇ ਲਿਆਉਣ ਨਾਲ ਜਿਹੜੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਸਕਦੀ ਹੈ, ਇਸ ਲਈ ਉਹਨੂੰ ਉੱਥੇ ਹੀ ਰਹਿਣ ਦਿੱਤਾ ਜਾਏ ਔਰ ਉਹਨਾਂ ਨੇ ਆਣ ਨਹੀਂ ਦਿੱਤਾ। ਕੁਦਰਤੀ ਮੈਂ ਅੱਜ ਇੱਕ ਇੰਟਰਵਿਊ ਕਰਨੈਲ ਸਿੰਘ ਪੰਜੋਲੀ ਜਿਹੜੇ ਅਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਦੇ ਸੈਕਟਰੀ ਵੀ ਰਹੇ, ਹੁਣ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਹੈ, ਉਹਨਾਂ ਨੇ ਇੱਕ ਨਿੱਜੀ ਵਾਕਿਆ ਸਵੇਰ ਕਰਕੇ ਕਿ ਮੈਂ ਇਹ ਕਹਿ ਰਿਹਾ, ਉਹਨਾਂ ਨੇ ਕਿਹਾ ਜੀ ਜਦੋਂ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ ਔਰ ਅਸੀਂ ਜਿਹੜਾ ਉਹ ਕਸ਼ਮੀਰ ਦੇ ਵਿੱਚ ਕੁਝ ਘਟਨਾਕ੍ਰਮ ਹੋਇਆ ਸੀ, ਡੈਲੀਗੇਸ਼ਨ ਉੱਥੋਂ ਦਿੱਲੀ ਤੋਂ ਜਾਣਾ ਸੀ ਤੇ ਅਸੀਂ ਜਿਹੜਾ ਦਿੱਲੀ 'ਚ ਇਹ ਹੋਇਆ ਅਸੀਂ ਢੀਂਡਸਿਆਂ ਨੂੰ ਕਿਹਾ ਕਿ ਜੀ ਮਨਮੋਹਨ ਸਿੰਘ ਦੇ ਨਾਲ ਵੀ ਮੀਟਿੰਗ ਰੱਖ ਦਿਓ। ਉਹਨਾਂ ਨੇ ਕਿਹਾ ਜੀ ਅਵਤਾਰ ਸਿੰਘ ਮੱਕੜ ਜਿਹੜਾ ਉਦੋਂ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ, ਮੈਂ ਢੀਂਡਸਾ, ਮਹਿਤਾ, ਇੱਕ ਅੱਧਾ ਉਹਨਾਂ ਨੇ ਇੱਕ ਹੋਰ ਨਾਂ ਲਿਆ, ਕਹਿੰਦੇ ਵੀ ਅਸੀਂ ਮਨਮੋਹਨ ਸਿੰਘ ਉਹਨਾਂ ਦੇ ਘਰ ਹੀ ਚਲੇ ਗਏ ਉਹਨਾਂ ਨੂੰ ਮਿਲਣ। ਸੋ ਜੋ ਕਸ਼ਮੀਰ ਬਾਰੇ ਉਹਨਾਂ ਨੇ ਗੱਲਬਾਤ ਕਰਨੀ ਸੀ ਕੀਤੀ। ਉਹਨਾਂ ਨੇ ਕਿਹਾ ਵੀ ਟੁਵਰਡਸ ਦਾ ਐਂਡ ਅਵਤਾਰ ਸਿੰਘ ਮੱਕੜ ਨੇ ਮਨਮੋਹਨ ਸਿੰਘ ਉਹਨਾਂ ਨੂੰ ਕਿਹਾ ਕਿ ਜੀ ਦੇਖੋ ਹੁਣ ਤੁਸੀਂ ਬਣੇ ਹੋ ਪ੍ਰਾਈਮ ਮਿਨਿਸਟਰ, ਇਹ ਜਿਹੜੀ ਬਲੈਕ ਲਿਸਟ ਹੈ ਬਾਹਰ ਸੈਂਕੜਿਆਂ ਸਿੱਖਾਂ ਦੀ, ਇਸ ਨੂੰ ਹੀ ਘੱਟੋ ਘੱਟ ਖਤਮ ਕਰਵਾ ਦਿਓ। ਔਰ ਉਹਨਾਂ ਨੇ ਅੱਜ ਦਾ ਹੀ ਇੰਟਰਵਿਊ ਮੈਂ ਦੇਖਿਆ, ਪੰਜੋਲੀ ਕਹਿੰਦੇ ਨੇ ਕਿ ਮਨਮੋਹਨ ਸਿੰਘ ਹੋਰਾਂ ਨੇ ਕਿਹਾ ਕਿ ਜੀ ਮੈਂ ਤਾਂ ਤਿਆਰ ਹਾਂ ਪਰ ਮੈਨੂੰ ਤੁਹਾਡੇ ਪ੍ਰਧਾਨ ਸਾਹਿਬ ਤੇ ਉਹਨਾਂ ਦਾ ਬੇਟਾ ਸੁਖਬੀਰ ਬਾਦਲ ਉਹ ਕਹਿ ਕੇ ਗਏ ਨੇ ਕਿ ਰਹਿਣ ਦਿਓ ਜੀ, ਜਿਹੜੀ ਚੀਜ਼ ਜਿੱਥੇ ਆ ਇਹਦੇ 'ਚ ਕੁਝ ਕਰਨ ਦੀ ਲੋੜ ਨਹੀਂ। ਹੁਣ ਇਹ ਸਾਡੇ ਸਾਹਮਣੇ ਉਹੀ ਕੇਸ ਪ੍ਰੋਫੈਸਰ ਭੁੱਲਰ ਦੇ ਹਵਾਲੇ ਨਾਲ ਕੇਜਰੀਵਾਲ ਦੀ ਸਰਕਾਰ, ਜਿਸ ਕੇਜਰੀਵਾਲ ਨੂੰ ਇੱਥੋਂ ਵੀ ਕਿਵੇਂ ਜਿਹੜਾ ਮਣਾ ਮੂੰਹੀ ਜਿਹੜਾ ਉਹ ਪੈਸੇ ਟਨਸ ਆਫ ਡਾਲਰਸ ਦੇ ਕੇ ਤੋਰਿਆ। ਹੁਣ ਰਿਵਿਊ ਕਮੇਟੀ ਹੁੰਦੀ ਹੈ ਉਹਨਾਂ ਦੀ, ਇਹਦੇ ਬਾਵਜੂਦ ਕਿ ਭੁੱਲਰ ਮੈਂਟਲੀ ਸਿੱਖ ਹੋਣ ਦੇ ਨਾਤੇ ਆਲਰੇਡੀ ਨਵੰਬਰ ਜਿਹੜੀ 550 ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਦੀ ਕੈਟਾਗਰੀ 'ਚ ਵੀ ਆਉਂਦਾ ਹੈ, ਲੇਕਿਨ ਕਿਵੇਂ ਭਗਵੰਤ ਮਾਨ ਨੂੰ ਜਦੋਂ TV 84 ਦੀ ਸਾਡੀ ਟੀਮ ਹੀ ਕਨਫਰੰਟ ਕਰਦੀ ਹੈ ਚੋਣ ਤੋਂ ਪਹਿਲਾਂ ਕਿ ਭਾਈ ਆ ਤੁਹਾਡਾ ਪਾਰਟ ਹੈ, ਵੀ ਇਹੀ ਭਗਵੰਤ ਮਾਨ ਖੁਦ ਜਿਵੇਂ ਭਾਈ ਗੁਰਬਖਸ਼ ਸਿੰਘ ਨੇ ਸਭ ਤੋਂ ਪਹਿਲਾਂ ਵਰਤ ਰੱਖ ਕੇ ਉੱਥੇ ਸ਼ੁਰੂ ਕੀਤਾ ਸੀ, TV 84 ਦੇ ਵਿੱਚ ਇੰਟਰਵਿਊ ਦਿੱਤਾ ਹੋਇਆ ਭਗਵੰਤ ਮਾਨ ਨੇ, ਉੱਥੇ ਕਹਿ ਰਿਹਾ ਕਿ ਭਾਈ ਇਹ ਕੋਈ ਭਾਰਤ ਜਿਹੜਾ ਅੱਜ ਲੱਖਪਤੀ ਜੇਲ੍ਹ ਨਹੀਂ ਬਣਨੀ ਚਾਹੀਦੀ ਜਾਂ ਦੂਜੀ, ਇਹ ਰਿਹਾ ਹੋਣੇ ਚਾਹੀਦੇ ਨੇ, ਇਹ ਸਿਆਸੀ ਨੇ ਔਰ ਦੂਜੇ ਨੇ। ਲੇਕਿਨ ਕਿਉਂਕਿ ਅਲਟੀਮੇਟਲੀ ਇਹਨਾਂ ਸਾਰਿਆਂ ਦਾ ਰੁਤਬਾ ਹੈ ਹੀ ਸੂਬੇਦਾਰ ਵਾਲਾ ਹੈ,
ਰਨ ਹੀ ਏਜੰਸੀਆਂ ਕਰ ਰਹੀਆਂ। ਔਰ ਜਿਵੇਂ ਤੁਸੀਂ ਅਜਨਾਲੇ ਦੀ ਘਟਨਾ ਦਾ ਜ਼ਿਕਰ ਕੀਤਾ, ਤੁਸੀਂ ਇਸ ਘਟਨਾ ਤੋਂ 2-3 ਦਿਨ ਪਹਿਲਾਂ ਦੇਖੋ ਪੰਜਾਬ ਦੇ ਵਿੱਚ ਕੀ ਵਾਪਰਦਾ। CBI ਪੰਜਾਬ ਦੇ 50 ਟਿਕਾਣਿਆਂ ਦੇ ਉੱਤੇ ਜਿਹੜੀ ਹੈ ਰੇਡ ਕਰਦੀ ਹੈ FCI ਦਾ ਮੁੱਦਾ ਬਣਾ ਕੇ, ਜੋ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ FCI 'ਚ ਤਾਂ ਕਰਪਸ਼ਨ ਜਮਾਂਦਰੂ ਹੈ, ਜੰਮੇ ਹੀ ਕਰਪਟ ਸਿਸਟਮ 'ਚੋਂ ਹੈ ਸਾਰਾ। ਪਹਿਲਾਂ ਕਣਕ ਗੋਡਾਊਨਸ ਦੇ ਵਿੱਚ ਰੱਖੀ, ਫਿਰ 2-3 ਸਾਲ ਬਾਅਦ ਹੋਇਆ ਕਿ ਜੀ ਉਹ ਚੂਹੇ ਖਾ ਗਏ ਜਾਂ ਉਹ ਜਿਹੜੀ ਹੈ ਉਹ ਖਰਾਬ ਹੋ ਗਈ, ਨਾਟ ਗੁੱਡ ਫॉर ਹਿਊਮਨ ਕੰਜ਼ੰਪਸ਼ਨ। ਪਹਿਲਾਂ ਰੱਖਣ ਦੇ ਪੈਸੇ ਖਾਦੇ, ਫਿਰ ਉਹਨੂੰ ਡਿਸਪੋਜ਼ ਆਫ ਕਰਨ ਦੇ। ਪਰ ਹੁਣ ਜਦੋਂ ਕਿ ਲਾਅ ਐਂਡ ਆਰਡਰ ਸਟੇਟ ਦਾ ਸਬਜੈਕਟ ਹੈ, 50 ਥਾਂ CBI ਬੈਠੀ ਹੈ। ਔਰ ਨਾਲ ਦੀ ਨਾਲ ਅਸੀਂ ਖਬਰ ਦੇਖਦੇ ਹਾਂ ਕਿ ਭਾਰਤ ਦੇ 8 ਸੂਬਿਆਂ ਦੇ ਵਿੱਚ 80 ਥਾਵਾਂ ਦੇ ਉੱਤੇ NIA ਦੇ ਰੇਡ ਹੁੰਦੇ ਨੇ ਕਿ ਜੀ ਗੈਂਗਸਟਰ, ਖਾਲਿਸਤਾਨੀ ਲਿੰਕ, ਵੈਪਨਰੀ, ਫਲਾਣਾ। ਉਹਨਾਂ 8 ਸਟੇਟਾਂ 'ਚ ਮੱਧ ਪ੍ਰਦੇਸ਼, ਰਾਜਸਥਾਨ, ਉਹ ਅਸੀਂ ਖਬਰ ਨੂੰ 80 ਥਾਵਾਂ ਦੇ ਉੱਤੇ ਜਿਹੜੀ ਹੈ NIA ਦਾ ਰੇਡ ਹੈ। ਫਿਰ ਅਸੀਂ ਇੱਕ ਦਿਨ ਬਾਅਦ ਇਸ ਰੇਡ ਤੋਂ ਖਬਰ ਦੇਖਦੇ ਹਾਂ ਕਿ ਜੀ ਬੱਸੀ ਪਠਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਬੜਾ ਖਤਰਨਾਕ ਗੈਂਗਸਟਰ ਔਰ ਉਹਦੇ 2 ਸਾਥੀ ਮਾਰੇ ਗਏ। ਹੁਣ ਇਹ ਜਿਹੜੀ ਸਿਚੁਏਸ਼ਨ ਹੈ, ਕੱਲ ਵੀ ਮੈਂ ਡਿਸਕਸ ਕੀਤਾ ਸੀ, ਅੰਗਰੇਜ਼ੀ ਦਾ ਇੱਕ ਲਫ਼ਜ਼ ਹੁੰਦਾ ਕੰਟਰਾਈਵ। ਪੰਜਾਬ ਦੇ ਵਿੱਚ ਉਹ ਸਿਚੁਏਸ਼ਨ ਕੰਟਰਾਈਵ ਕੀਤੀ ਜਾ ਰਹੀ ਹੈ। ਅਸੀਂ 80ਵਿਆਂ ਦਾ ਦੌਰ ਦੇਖਿਆ ਕਿ 80ਵਿਆਂ ਦੇ ਵਿੱਚ ਵੀ ਇਹੀ ਪੈਟਰਨ ਸੀ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇੰਨੀ ਵਿਗਾੜਦੇ ਚਲੇ ਜਾਓ, ਲੋਕਾਂ 'ਚ ਹਾਹਾਕਾਰ, ਮੀਡੀਆ ਨੂੰ ਯੂਜ਼ ਕਰੋ ਸਿੱਖਾਂ ਨੂੰ ਬਦਨਾਮ ਕਰਨ ਲਈ, ਅੱਤਵਾਦ ਪਸੰਦ ਪਿੰਡਾਂ ਵਾਲਿਆਂ ਨੂੰ ਟਾਰਗੇਟ ਕਰਕੇ। ਔਰ ਉਸ ਸਾਰੇ ਤੋਂ ਬਾਅਦ ਫਿਰ ਜੇ ਢਿਲਵਾਂ ਵਰਗੀ ਥਾਂ ਤੇ ਬੱਸ ਚੋਂ ਕੱਢ ਕੇ 7 ਹਿੰਦੂ ਮਾਰਨੇ ਪੈਂਦੇ ਨੇ, ਏਜੰਸੀਆਂ ਨੇ ਮਾਰ ਕੇ ਦਰਬਾਰਾ ਸਿੰਘ ਦੀ ਸਰਕਾਰ ਜਿਹੜੀ ਉਹ ਡਿਸਮਿਸ ਕਰਕੇ ਸਿੱਧਾ ਗਵਰਨਰ, ਫੌਜੀ ਰਾਜ, ਔਰ ਫਿਰ ਜੋ ਕੁਝ ਅਗਲੀ ਦਹਾਈ ਦੇ ਵਿੱਚ ਪੰਜਾਬ ਦੇ ਵਿੱਚ ਵਾਪਰਿਆ ਉਹਨੂੰ ਅਸੀਂ ਦੇਖ ਸਕਦੇ ਹਾਂ। ਹੁਣ ਅੱਜ ਵੀ ਸਿਚੁਏਸ਼ਨ, ਇੱਕ ਪਾਸੇ ਜੋ ਕੁਝ ਵਾਪਰ ਰਿਹਾ ਹੈ ਜਿਨ੍ਹਾਂ ਘਟਨਾਵਾਂ ਦਾ ਮੈਂ ਜ਼ਿਕਰ ਕੀਤਾ ਜੀ, ਦੂਸਰੇ ਪਾਸੇ ਅਸੀਂ ਇੱਕ ਦੇਖਦੇ ਹਾਂ ਕਨਸਟੀਟਿਊਸ਼ਨਲ ਕ੍ਰਾਈਸਿਸ। 3 ਮਾਰਚ ਤੋਂ ਬਜਟ ਸੈਸ਼ਨ ਸ਼ੁਰੂ ਹੋਣਾ ਸੀ। ਪ੍ਰੋਤ ਜਿਹੜਾ ਗਵਰਨਰ ਹੈ ਉਹ ਇਹ ਕਹਿੰਦਾ ਜੀ ਇਹਨੇ ਭਗਵੰਤ ਮਾਨ ਨੇ ਗਲਤ ਕੋਈ ਟਵੀਟ ਕੀਤਾ, ਅਪਮਾਨਿਤ ਕਰਨ ਵਾਲਾ। ਮੈਂ ਵਕੀਲਾਂ ਤੋਂ ਸਲਾਹ ਲੈ ਰਿਹਾ ਕਿਉਂਕਿ ਪਰਵਿਊ ਗਵਰਨਰ ਦਾ ਸੱਦਣ ਦਾ। ਇਹ ਕਨਸਟੀਟਿਊਸ਼ਨਲ ਕ੍ਰਾਈਸਿਸ। ਹੁਣ ਇਸ ਬੈਕਗਰਾਉਂਡ ਦੇ ਵਿੱਚ ਕਿ ਇੱਕ ਪਾਸੇ ਕਨਸਟੀਟਿਊਸ਼ਨਲ ਕ੍ਰਾਈਸਿਸ ਹੈ, ਇੱਕ ਪਾਸੇ NIA 8 ਸਟੇਟਾਂ 'ਚ ਰੇਡ ਕਰਕੇ ਖਾਲਿਸਤਾਨ ਦੀ ਮੂਵਮੈਂਟ ਨੂੰ ਗੈਂਗਸਟਰਸ ਨਾਲ ਜੋੜ ਰਹੇ ਨੇ। ਅਸੀਂ ਦੇਖਦੇ ਹਾਂ ਕਿ ਆਲ ਆਫ ਏ ਸਡਨ ਕੁਝ ਦਿਨ ਪਹਿਲਾਂ ਇੱਕ ਵਰਿੰਦਰ ਸਿੰਘ ਨਾਂ ਦੇ ਬੰਦੇ ਦੇ ਥੱਲਿਓਂ ਜਿਹੜਾ ਜੁੜਿਆ ਹੋਇਆ ਕਿਹਦੇ ਨਾਲ ਹੈ ਕੀ ਨਹੀਂ, ਜੇ ਉਹਦੀ ਵੇਰਵੇ ਜਾਓਗੇ ਤਾਂ ਫਿਰ ਨਿਕਲ ਜਾਏਗਾ ਕੀ ਹੈ। FIR ਲੌਜ ਕੀਤੀ ਜਾਂਦੀ ਹੈ ਕਿ ਜੀ ਮੈਂ ਤਾਂ ਉੱਥੇ ਅਜਨਾਲੇ ਚੱਲਿਆ ਸੀ ਧਾਰਮਿਕ ਸਮਾਗਮ 'ਚ, ਮੈਨੂੰ ਕਿਹਾ ਜੀ ਆ ਜਾਓ ਗੱਲਬਾਤ ਕਰਨ, ਕਿਉਂਕਿ ਮੈਂ ਪਹਿਲਾਂ ਫੋਲੋ ਕਰਦਾ ਸੀ ਅੰਮ੍ਰਿਤਪਾਲ ਸਿੰਘ ਨੂੰ, ਫਿਰ ਮੈਂ ਡਾਈਸੈਂਟ ਕੀਤਾ, ਮੈਨੂੰ ਲੈ ਗਏ ਔਰ ਮੈਨੂੰ ਕੁੱਟਿਆ, ਮਾਰਿਆ, 15-20 ਉਹਨੇ ਮੈਨੂੰ 17 ਚਪੇੜਾਂ ਮਾਰੀਆਂ, ਮੇਰਾ 2000 ਰੁਪਈਆ ਵੀ ਖੋਹ ਲਿਆ ਦੂਜਾ। ਔਰ 2 ਦਿਨ ਬਾਅਦ ਪੁਲਿਸ ਜਿਹੜੀ ਹੈ ਉਹ ਐਕਟਿਵ ਹੋ ਜਾਂਦੀ ਹੈ ਔਰ ਤੂਫਾਨ ਨਾਂ ਦਾ ਸਿੰਘ, ਲਵਪ੍ਰੀਤ ਸਿੰਘ ਗੁਰਦਾਸਪੁਰ, ਜਿਹੜੇ ਅੰਮ੍ਰਿਤਪਾਲ ਸਿੰਘ ਦੇ ਰਾਈਟ ਹੈਂਡ ਮੈਨ ਨੇ, ਉਹਨਾਂ ਨੂੰ ਉਹ ਚੁੱਕ ਲੈਂਦੇ ਆ। ਦੂਜੇ ਪਾਸੇ ਬਾਕੀਆਂ ਦੇ ਕੇ ਹੁਣ ਜਦੋਂ ਤੁਸੀਂ ਇਸ ਪੈਟਰਨ ਨੂੰ ਦੇਖੋਗੇ, ਜੇ ਤਾਂ ਕੱਲਾਕਾਰਾ ਦੇਖਣਾ ਹੋਏ ਫਿਰ ਤਾਂ ਜਿਵੇਂ ਸੋਸ਼ਲ ਮੀਡੀਆ ਤੇ ਕੱਲ ਵੀ ਬੱਲੇ ਬੱਲੇ ਹੋ ਰਹੀ ਸੀ, ਦੇਖੋ ਜੀ ਪੁਲਿਸ ਵੀ ਭਜਾਤੀ, ਦੂਜਾ ਵੀ ਕਰ ਲਿਆ, ਉੱਥੇ ਵੀ ਪਹੁੰਚ ਗਏ। ਪਰ ਜੇ ਤੁਸੀਂ ਸਾਰੇ ਫੈਕਟਰ ਦੇਖੋਗੇ ਤਾਂ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਉਸ ਸਟੇਟ ਦੇ ਨੈਰੇਟਿਵ ਜਿਹੜਾ ਉਹਨਾਂ ਨੇ ਅਗਲਾ ਜੈਨੋਸਾਈਡ ਦੇ ਲਈ ਮਾਈਂਡਸੈਟ ਲੋਕਾਂ ਦਾ ਤਿਆਰ ਕਰਨਾ, ਉਸ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਫਿੱਟ ਹੁੰਦੇ ਜਾ ਰਹੇ ਹਾਂ। ਜੇ ਅਸੀਂ ਰਿਹਾਈ ਮੋਰਚੇ ਦੀ ਗੱਲ ਕਰਦੇ ਹਾਂ, ਬੇਸ਼ੱਕ ਟੋਟਲੀ ਪੀਸਫੁਲ, ਲੇਕਿਨ ਜਿਸ ਅੰਦਾਜ਼ 'ਚ ਜਦੋਂ ਕਿ ਪਿਛਲੇ ਦਿਨਾਂ 'ਚ ਜਦੋਂ ਅਸੀਂ 26 ਜਨਵਰੀ ਦੇ ਹਵਾਲੇ ਨਾਲ ਦੇਖਦੇ ਹਾਂ, ਜਦੋਂ ਕਿ ਵੱਡਾ ਇਕੱਠ ਹੈ ਬਿਲਕੁਲ ਪੀਸਫੁਲ ਹੁੰਦਾ ਹੈ, ਲੇਕਿਨ ਉਸ ਤੋਂ ਬਾਅਦ ਕਿਵੇਂ ਡੈਲੀਬਰੇਟਲੀ ਪੁਲਿਸ ਦਾ ਵਰਤਾਰਾ ਪ੍ਰੋਵੋਕ ਕਰਨ ਵਾਲਾ ਜੀ, ਔਰ ਉਹਦੇ 'ਚੋਂ ਜੇ ਕੋਈ ਵਾਇਲੈਂਸ ਕ੍ਰੀਏਟ ਹੁੰਦੀ ਹੈ ਉਹਨੂੰ ਵੀ ਜੋੜ ਦਿੱਤਾ ਜਾਂਦਾ ਹੈ ਖਾਲਿਸਤਾਨ ਦੇ ਨਾਲ, ਉਹਨੂੰ ਵੀ ਜੋੜ ਦਿੱਤਾ ਜਾਂਦਾ ਹੈ ਪਿਛਲੇ ਪੀਰੀਅਡ ਦੇ ਨਾਲ। ਔਰ ਹੁਣ ਵੀ ਜੋ ਇੱਕ ਪਾਸੇ ਹੁਣ ਦੇਖੋ, ਇੱਕ ਕਾਮਨ ਬੰਦੇ ਨੂੰ ਤੁਸੀਂ ਜੇ ਕਹੋਗੇ ਕਿ ਜੀ ਇਹ FIR ਰਜਿਸਟਰ ਹੋਈ ਸੀ, ਉਹਨਾਂ ਨੇ ਬੰਦਾ ਚੁੱਕ ਲਿਆ, ਹਜ਼ਾਰਾਂ ਬੰਦਿਆਂ ਨੇ ਜਾ ਕੇ ਘੇਰ ਲਿਆ, ਉਹ ਥਾਣੇ 'ਚ ਵੀ ਵੜ ਗਏ, ਮਹਾਰਾਜ ਦਾ ਸਰੂਪ ਵੀ ਨਾਲ, ਉਹ ਇੱਕ ਵੱਖਰੀ ਡਿਬੇਟ ਸ਼ੁਰੂ ਹੋ ਗਈ ਕਿ ਜੀ ਹੋਣਾ ਚਾਹੀਦਾ ਸਰੂਪ, ਨਹੀਂ ਹੋਣਾ ਚਾਹੀਦਾ। ਤੇ ਪੁਲਿਸ SP ਕਹਿੰਦਾ ਜੀ ਹਾਂ ਸਾਨੂੰ ਸਬੂਤ ਦੇ ਦਿੱਤੇ ਨੇ ਅੰਮ੍ਰਿਤਪਾਲ ਸਿੰਘ ਨੇ ਕਿ ਜੀ ਵੀ ਵਾਕਿਆ ਹੀ ਉਹ ਤਾਂ ਬੰਦਾ ਜਿਹਨੂੰ ਅਸੀਂ ਲਿਆਂਦਾ ਉਹ ਹੈ ਹੀ ਨਹੀਂ ਸੀ ਉੱਥੇ ਜੀ। ਹੁਣ ਇੱਕ ਕਿਸੇ ਵੀ ਥਾਂ ਦਾ ਪੈਟਰਨ ਹੈ, ਇਹਨਾਂ ਪੁਲਿਸ ਸਟੇਸ਼ਨਸ ਵੀ ਤੁਸੀਂ ਕਰਦੇ ਹੋ, ਤੁਸੀਂ ਗਰੀਵਡ ਪਾਰਟੀ ਹੋ, ਤੁਸੀਂ ਜਾ ਕੇ FIR ਲਿਖਾਉਂਦੇ ਹੋ,
ਪਹਿਲਾ ਪਾਰਟ ਹੁੰਦਾ ਹੈ ਪੁਲਿਸ ਦੀ ਤਫਤੀਸ਼। ਉਹ ਆਪਣੇ ਲੈਵਲ ਤੇ ਦੇਖਦੇ ਨੇ ਕਿ ਵੀ ਇਹ ਜਿਹੜੀ ਸ਼ਿਕਾਇਤ ਹੈ ਵੈਂਡੇਟਾ ਜਾਂ ਕਿਸੇ ਹੋਰ ਮਾਡੀਫਾਈਡ ਇੰਟੈਂਸ਼ਨ ਚੋਂ ਤਾਂ ਨਹੀਂ ਆਈ ਜੀ। ਇਹਦੇ ਚ ਹਾਲਾਂ ਕੋਈ ਥਾਣਾ ਡਿਸਾਈਡ ਨਹੀਂ ਕਰਦਾ ਕਿ ਕੌਣ ਗਿਲਟੀ ਹੈ ਕੌਣ ਨਹੀਂ ਹੈ, ਇਹ ਕੋਰਟ ਨਹੀਂ ਕਰਨਾ ਹੁੰਦਾ, ਪਰ ਉਹਨੂੰ ਜਿਹੜੇ ਲਈ ਲਫ਼ਜ਼ ਪ੍ਰਾਈਮਾ ਫੈਸ਼ਾਈ ਯੂਜ਼ ਹੁੰਦਾ ਹੈ ਕਿ ਉਹ ਦੇਖਦੇ ਨੇ ਕਿ ਇਸ ਕੇਸ ਦੇ ਵਿੱਚ ਮੈਰਿਟ ਹੈ। ਫਿਰ ਉਹ ਜਿਹਨੂੰ ਨੇਮ ਕੀਤਾ ਹੋਇਆ ਉਹਨੂੰ ਸੱਦਦੇ ਨੇ ਕਿ ਭਾਈ ਤੇਰਾ ਐਸਪੈਕਟ ਕੀ ਹੈ, ਔਰ ਜੇ ਪੁਲਿਸ ਨੂੰ ਲੱਗਦਾ ਹੈ ਕਿ ਵੀ ਇਹ ਵਾਕਈ ਕੁਝ ਸਬਸਟੈਂਸ ਹੈ ਉਹਨੂੰ ਅਰੈਸਟ ਕਰ ਲੈਂਦੇ ਨੇ ਜੀ। ਵਿਦਿਨ 24 ਆਵਰਸ ਤੁਸੀਂ ਮੈਜਿਸਟ੍ਰੇਟ ਦੇ ਸਾਹਮਣੇ ਉਹਨੂੰ ਪੇਸ਼ ਕਰਨਾ ਹੁੰਦਾ ਹੈ। ਜੇ ਉਹਦੇ ਚ ਪੁਲਿਸ ਰਿਮਾਂਡ ਦੀ ਲੋੜ ਹੋਏ, ਪੁਲਿਸ ਮੰਗਦੀ ਹੈ ਤੇ ਜਾਂ ਉਹਨੂੰ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ ਜਾਂਦਾ ਹੈ। ਫਿਰ ਇਹ ਇੱਕ ਪ੍ਰੋਸੀਜਰ ਹੈ। ਹੁਣ ਉਸ ਸਟੇਚਰ ਦਾ ਬੰਦਾ ਅੰਮ੍ਰਿਤਪਾਲ ਸਿੰਘ ਇਸ ਸਾਰੇ ਪੀਰੀਅਡ ਦੇ ਵਿੱਚ ਉਹਨਾਂ ਨੇ ਇੱਕ ਆਪਣੀ ਥਾਂ ਬਣਾਈ ਹੈ, ਉਹਨਾਂ ਨੂੰ ਵੀ ਉਹਦੇ ਚ ਕੇਸ ਦੇ ਵਿੱਚ ਲਿਆ ਜਾਂਦਾ ਹੈ, ਸਾਥੀਆਂ ਨੂੰ ਵੀ ਚੁੱਕਿਆ ਜਾਂਦਾ ਹੈ। 24 ਘੰਟੇ ਦੇ ਵਿੱਚ ਜਿਹੜੀ ਆ ਉਹ ਵਿਦਡਰਾ ਵੀ ਹੋ ਜਾਂਦਾ ਹੈ, ਬੰਦਾ ਵੀ ਛੱਡਤਾ ਜਾਂਦਾ ਹੈ ਔਰ ਅਦਰ ਸਿੱਟ ਵੀ ਬਣ ਜਾਂਦੀ ਹੈ। ਹੁਣ ਇਹੀ ਸਪੈਸ਼ਲ ਇਨਵੈਸਟੀਗੇਟਿਵ ਟੀਮ ਜਦੋਂ ਇਸ ਕਿਸਮ ਦੇ ਹਾਈ ਪ੍ਰੋਫਾਈਲ ਬੰਦੇ ਜਾਂ ਉਹਦੇ ਸਾਥੀਆਂ ਦੇ ਉੱਤੇ ਕੋਈ ਕੰਪਲੇਂਟ ਕੀ ਉਦੋਂ ਕਿਉਂ ਨਹੀਂ ਸੀ ਬਣਾਈ ਜਾ ਸਕਦੀ ਜੀ। ਸੋ ਮੈਨੂੰ ਇਹ ਲੱਗਦਾ ਹੈ ਵੀ ਬਹੁਤ ਵਾਰ ਅੱਜ ਜਿਹੜੀ ਯੰਗਰ ਜਨਰੇਸ਼ਨ ਹੈ, ਸ਼ਾਇਦ ਉਹਨਾਂ ਚੋਂ ਇੱਕ ਤਬਕਾ ਉਹ ਵੀ ਹੈ, ਜਦੋਂ ਅਸੀਂ ਕੋਈ ਗੱਲ ਕਹਿੰਦੇ ਹਾਂ ਕਹਿੰਦੇ ਇਹ ਤਾਂ ਚਲੇ ਹੋਏ ਕਾਰਤੂਸ ਨੇ, ਕਈਆਂ ਨੂੰ ਲੱਗਦਾ ਐਵੇਂ ਜੀ ਇਹ ਡਰ ਕੇ ਨਹੀਂ ਬਣਨਾ ਜੀ, ਬਿਨਾਂ ਸਿਰ ਦਿੱਤਿਆਂ ਕੁਝ ਨਹੀਂ ਹੋਣਾ ਜੀ। ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਕੁਰਬਾਨੀ ਜਦੋਂ ਤੁਸੀਂ ਆਜ਼ਾਦੀ ਦੇ ਰਸਤੇ ਤੇ ਤੁਰਦੇ ਹੋ, ਹਰ ਕਿਸਮ ਦੀ ਕੁਰਬਾਨੀ ਜਿਹਦੇ 'ਚ ਸਿਰ ਦੇਣਾ ਵੀ ਹੁੰਦਾ ਹੈ ਉਹਦਾ ਹਿੱਸਾ ਹੁੰਦਾ ਹੈ। ਪਰ ਸਿਆਣੀਆਂ ਕੌਮਾਂ, ਸਿਆਣੇ ਲੋਕ ਸਿਰ ਨੂੰ ਵਰਤਦੇ ਵੀ ਨੇ, ਸਿਰ ਦਿੰਦੇ ਵੀ ਨੇ ਔਰ ਇਸ ਸਿਰ ਜੋੜਦੇ ਵੀ ਨੇ। ਜਦੋਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਦੁਸ਼ਮਣ ਜਿਹੜਾ ਹੈ ਉਹ ਤੁਹਾਡੇ ਤੇ ਹਾਵੀ ਹੋ ਰਿਹਾ, ਪਹਿਲਾ ਕੰਮ ਹੈ ਸਿਰ ਜੋੜਨ ਦਾ ਜੀ, ਫਿਰ ਹੈ ਸਿਰ ਵਰਤਣ ਦਾ, ਫਿਰ ਤੁਸੀਂ ਉਸ ਰਸਤੇ ਤੇ ਤੁਰਦੇ ਆ ਇਤਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ। ਉਹ ਤਾਂ ਸਿੱਖ ਦੀ ਪ੍ਰੋਗਰਾਮਿੰਗ ਹੈ, ਟ੍ਰੇਨਿੰਗ ਹੈ। ਸੋ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਕਿ ਇਹ ਜਿਵੇਂ ਜੇ ਤੁਸੀਂ ਉਹ ਹਰ ਥਾਂ ਸ਼ਮਾ ਬਾਲਦੇ ਹੋ ਤੇ ਪਰਵਾਨਿਆਂ ਦਾ ਤਾਂ ਕੰਮ ਹੈ, ਉਹਨਾਂ ਨੇ ਆ ਕੇ ਹੋਣਾ। ਉਹ ਸਿੱਖ ਨੌਜਵਾਨੀ 'ਚ ਦੂਸਰਾ ਹੁਣ ਅੰਮ੍ਰਿਤਪਾਲ ਸਿੰਘ ਜਿਹੜੇ ਅੰਮ੍ਰਿਤ ਸੰਚਾਰ ਕਰਨ ਦਾ ਇੱਕ ਬੜੀ ਚੰਗੀ ਮੁਹਿੰਮ ਨਸ਼ਿਆਂ ਦੇ ਖਿਲਾਫ ਸਾਰਾ, ਹੁਣ ਤੁਸੀਂ ਦੇਖੋਗੇ ਵੀ ਇੱਕਦਮ ਜਵਾਨੀ ਦੇ ਵਿੱਚ ਕਿਉਂ ਇਸ ਲੈਵਲ ਦੀ ਭੜਕਾਟ ਆਈ ਹੈ ਜੀ, ਕਿਉਂਕਿ ਫਰਸਟ੍ਰੇਸ਼ਨ ਵੀ ਹੈ ਸਾਰੇ ਪਾਸੇ। ਉਹਨਾਂ ਨੇ ਦੇਖ ਲਿਆ ਐਸਟੈਬਲਿਸ਼ ਲੀਡਰਸ਼ਿਪ ਬੇਈਮਾਨ, ਜਿਸ ਹਕੂਮਤ ਨਾਲ ਵਾਹ ਹੈ ਉਹਨਾਂ ਨੇ ਸਾਮਦਾਮ ਦੰਡ ਭੇਦ ਸਾਰੇ ਹਥਿਆਰ ਝੋਂਕੇ ਹੋਏ ਨੇ। ਪਰ ਇਹ ਹੋਰ ਵੀ ਇੰਪੋਰਟੈਂਟ ਬਣ ਜਾਂਦਾ ਹੈ ਜਦੋਂ ਜਿੰਨੀ ਫਰਸਟ੍ਰੇਸ਼ਨ ਹੋਏ ਫਿਰ ਇਹ ਲੀਡਰਸ਼ਿਪ ਦਾ ਰੋਲ ਹੁੰਦਾ ਹੈ ਕਿ ਵੀ ਤੁਸੀਂ ਜਿਹੜੇ ਤੁਹਾਡੇ ਤੇ ਵਿਸ਼ਵਾਸ ਕਰਕੇ ਤੁਹਾਡੀ ਕ੍ਰੈਡੀਬਿਲਿਟੀ ਦੇ ਨਾਲ ਤੁਹਾਡੇ ਪਿੱਛੇ ਲੱਗੇ ਨੇ, ਤੁਸੀਂ ਫਿਰ ਹਰ ਇੱਕ ਨੂੰ ਨਾਲ ਲੈ ਕੇ, ਇਹ ਠੀਕ ਹੈ ਕਿ ਵਿਰੋਧ ਫਿਰ ਵੀ ਰਹੇਗਾ ਲੇਕਿਨ ਘੱਟੋ ਘੱਟ ਤੁਹਾਡੀ ਸਟ੍ਰੈਟਜੀ ਹੋਣੀ ਚਾਹੀਦੀ ਹੈ, ਤੁਹਾਡੀ ਇੱਕ ਵਿਉਂਤਬੰਦੀ ਹੋਣੀ ਚਾਹੀਦੀ ਹੈ ਔਰ ਉਸ ਸਾਰੇ ਦੇ ਨਾਲ ਨਾਲ ਤੁਹਾਡੇ ਲਈ ਇੱਕ ਨਾਲ ਤੁਹਾਡੀ ਕੰਸਲਟਿੰਗ ਕੌਂਸਲ, ਕਿਉਂਕਿ ਦੇਖੋ ਇੰਡੀਅਨ ਏਜੰਸੀਆਂ ਦਾ ਛੋਟਾ ਨੈਟਵਰਕ ਨਹੀਂ ਹੈ, ਕਿੰਨੇ ਉਹਨਾਂ ਦੇ ਥਿੰਕ ਟੈਂਕ ਨੇ, ਕਿੰਨੇ ਉਹਨਾਂ ਦੇ ਰਿਸੋਰਸਿਸ ਨੇ, ਕਿੰਨੀ ਮਨੀ ਉਹਨਾਂ ਨੇ ਪੰਪ ਕੀਤੀ ਹੋਈ ਹੈ। ਹੁਣ ਤੁਸੀਂ ਰੈਫਰੈਂਡਮ ਦੇ ਹਵਾਲੇ ਨਾਲ ਹੀ ਦੇਖ ਲਓ, ਇੱਕ ਪ੍ਰੋਸੈਸ ਹੈ UN ਦੇ ਥੱਲੇ, ਕਿਸ ਲੈਵਲ ਤੇ UK ਦੀ ਗਵਰਨਮੈਂਟ, ਕੈਨੇਡਾ ਗਵਰਨਮੈਂਟ, ਆਸਟ੍ਰੇਲੀਆ ਗਵਰਨਮੈਂਟ, ਪ੍ਰੋਟੈਸਟ, ਡਿਮਾਰਸ਼ੇ, ਟਰੈਵਲ ਐਡਵਾਈਜ਼ਰੀਜ਼, ਕਿੰਨਾ ਪ੍ਰੈਸ਼ਰ ਉਹ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਸਾਡੇ ਕੋਲ ਮੈਨੂੰ ਇਹ ਅੱਜ ਵੀ ਇਹ ਲੱਗਦਾ 80ਵਿਆਂ 'ਚ ਵੀ, ਕਿਉਂਕਿ ਅਸੀਂ ਉਦੋਂ ਉਸ ਸਾਰੇ ਦਾ ਥੋੜੇ ਬਹੁਤ ਜਿਹੜਾ ਉਸ ਦੇ ਸਾਖੀ ਜ਼ਰੂਰ ਹੈ ਜੇ ਉਹਦੇ ਪਾਰਟਿਸਪੈਂਟ ਨਾ ਵੀ ਹੋਈ ਹੈ, ਕਿ ਉਦੋਂ ਵੀ ਡਰਾਈਵਿੰਗ ਫੋਰਸ ਜਜ਼ਬਾਤ ਬਣ ਗਈ ਸੀ ਜੀ। ਉਦੋਂ ਵੀ ਜੇ ਕੋਈ ਲੌਜਿਕ ਦੇ ਨਾਲ ਗੱਲ ਕਹਿਣ ਵਾਲੇ ਸੀ ਉਹਨੂੰ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਤੇ ਜਾਂ ਉਹਨਾਂ ਨੂੰ ਕੋਵਿਡ ਕਿਹਾ ਜਾਂਦਾ ਸੀ, ਨਹੀਂ ਐਵੇਂ ਤੁਸੀਂ ਕਰਦੇ ਹੋ। ਅੱਜ ਵੀ ਮੈਨੂੰ ਇਹ ਲੱਗਦਾ ਹੈ ਵੀ ਜਿਸ ਅੰਦਾਜ਼ ਦੇ ਵਿੱਚ ਇਹ ਸਾਰੀ ਗੱਲ ਜਾ ਰਹੀ ਹੈ, ਸਾਨੂੰ ਬਹੁਤ ਸਿਆਣਪ ਤੋਂ ਕੰਮ ਲੈ ਕੇ ਇੱਕ ਨੌਜਵਾਨ, ਇੱਕ ਪਾਸੇ ਤਾਂ ਅਸੀਂ ਐਜੀਟੇਸ਼ਨ ਕਰ ਰਹੇ ਹਾਂ ਕਿ ਭਾਈ ਸਾਡੇ ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਗਾੜ ਦਿੱਤੀਆਂ ਦੇ ਸ਼ੁੱਡ ਕਮ ਆਊਟ, ਪਰ ਦੂਸਰੇ ਪਾਸੇ ਜੇ ਅਸੀਂ ਕੁਝ ਇਸ ਕਿਸਮ ਦਾ ਮਾਹੌਲ ਜਿਹੜਾ ਏਜੰਸੀਆਂ ਸਿਰਜ ਰਹੀਆਂ ਨੇ ਉਹਨਾਂ ਦੇ ਜਾ ਕੇ ਉਸ ਫਿਲ ਇਨ ਦਾ ਬਲੈਂਕ 'ਚ ਫਿੱਟ ਹੋ ਜਾਵਾਂਗੇ ਤੇ ਔਰ ਤੁਸੀਂ ਇਹਨਾਂ ਪਿਛਲੇ 48 ਘੰਟੇ ਦੇ ਵਿੱਚ ਨੈਰੇਟਿਵ ਦੇਖੋ ਸਾਰੇ ਨੈਸ਼ਨਲ ਮੀਡੀਆ ਦਾ, ਉਹਨਾਂ ਤੋਂ ਇੱਕ ਤੋਂ ਬਾਅਦ ਇੱਕ ਪੂਰਾ ਉਹ ਬਿਲਕੁਲ ਉਹੀ ਹੈ ਜਿਹੜਾ ਜੂਨ 84 ਦੇ ਹਮਲੇ ਤੋਂ ਪਹਿਲਾਂ ਉਹਨਾਂ ਨੇ ਜਿਸ ਕਿਸਮ ਦਾ ਸਮੁੱਚੀ ਸਿੱਖ ਕੌਮ ਨੂੰ
ਟਾਰਗੇਟ ਕਿਸਾਨ ਮੂਵਮੈਂਟ ਵੇਲੇ ਵੀ ਉਹਨਾਂ ਨੇ ਉਹ ਨੈਰੇਟਿਵ ਬਣਾਇਆ 26 ਜਨਵਰੀ ਤੋਂ ਬਾਅਦ ਖਾਸ ਤੌਰ ਤੇ, ਜਿਹਦਾ ਸ਼ਿਕਾਰ ਦੀਪ ਸਿੱਧੂ ਔਰ ਉਹ ਸਾਰਿਆਂ ਨੂੰ ਬਣਾਇਆ ਗਿਆ। ਲੇਕਿਨ ਕਿਉਂਕਿ ਕੌਮ ਦਾ ਇੰਨਾ ਜ਼ਿਆਦਾ ਪ੍ਰਭਾਵ ਸੀ ਡਾਇਸਪੋਰਾ ਔਰ ਦੂਜਾ ਕਿ ਉਹਨਾਂ ਨੂੰ ਸਰਕਾਰ ਨੇ ਜੇ ਫਾਈਲ ਕੱਢੀ ਵੀ ਸੀ, ਉਹਨਾਂ ਨੇ ਆਪਣੇ ਆਰਐਸਐਸ ਦੇ ਗੁੰਡਿਆਂ ਰਾਹੀਂ ਉੱਥੇ ਕੋਸ਼ਿਸ਼ ਵੀ ਕੀਤੀ, ਪਰ ਉਹਨਾਂ ਨੂੰ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਦੇ ਹੈਡ ਟੂ ਈਟ ਐਨ ਅੰਬਲ ਪਾਈ, ਉਹਨਾਂ ਨੂੰ ਸਟੈਪ ਬੈਕ ਕਰਨੇ ਪਏ। ਔਰ ਹੁਣ ਵੀ ਜੇ ਕੌਮ ਇਵੇਂ ਹੀ ਜਿਵੇਂ ਕਿਸਾਨ ਮੋਰਚੇ ਦੇ ਵੇਲੇ ਅਸੀਂ ਇੱਕ ਮੁੱਠਤਾ ਦਿਖਾਈ, ਇਹਦੇ ਬਾਵਜੂਦ ਲੀਡਰਸ਼ਿਪ ਕਾਮਰੇਡੀ ਵੀ ਬੇਈਮਾਨ ਹੈ, ਦੂਜੇ ਵੀ ਕਈ ਕੁਝ ਚੱਲ ਰਿਹਾ, ਅੱਜ ਵੀ ਉਹ ਸਾਡਾ ਰਿਹਾਈ ਹੋਏ ਬੰਦੀ ਸਿੰਘਾਂ ਦੀ ਇਸ ਮੁੱਦੇ ਤੇ ਪੰਜਾਬ ਦੇ ਵਿੱਚ ਸਾਡਾ ਕਿ ਭਾਈ ਸਾਡਾ ਪਾਤਸ਼ਾਹੀ ਦਾਅਵਾ ਹੈ, ਅਸੀਂ ਪੰਜਾਬ ਦੀ ਕਿਸਮਤ ਦਾ ਫੈਸਲਾ ਕਰਾਂਗੇ। ਅਦਰਵਾਈਜ਼ ਸਾਨੂੰ ਜਿਹੜਾ ਹੈ ਆਉਣ ਵਾਲਾ ਪੀਰੀਅਡ ਮੈਂ ਗੁਰੂ ਕਰੇ ਮੈਂ ਗਲਤ ਸਾਬਤ ਹੋਵਾਂ, ਮੈਨੂੰ ਬਹੁਤ ਖਤਰਨਾਕ ਸਮਾਂ ਨਜ਼ਰ ਆ ਰਿਹਾ ਸਾਹਮਣੇ। ਜੀ ਡਾਕਟਰ ਸਾਹਿਬ, ਹਿੰਮਤ ਸਿੰਘ ਜੀ ਤੁਸੀਂ ਕਿਵੇਂ ਦੇਖ ਰਹੇ ਹੋ? ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕਿ ਸਮਾਂ ਖਤਰਨਾਕ ਨਜ਼ਰ ਆ ਰਿਹਾ ਹੈ, ਨੋ ਡਾਊਟ ਇਨ ਦੈਟ, ਤੇ ਜਿਹੜੀ ਸਿਚੁਏਸ਼ਨ ਇਸ ਵਕਤ ਬਣਾਈ ਜਾ ਰਹੀ ਹੈ ਜਾਂ ਇੱਕ ਨੈਰੇਟਿਵ ਬਿਲਡ ਕੀਤਾ ਜਾ ਰਿਹਾ ਹੈ, ਉਹ ਉਸੇ ਵੱਲ ਇਸ਼ਾਰਾ ਕਰਦਾ ਹੈ। ਇੱਧਰਲੇ ਪਾਸਿਓਂ ਸਾਡਾ ਕੋਈ ਸਟਰਕਚਰ, ਇਨਫਰਾਸਟ੍ਰਕਚਰ ਜਾਂ ਉਸ ਕਿਸਮ ਦੀ ਕੋਈ ਤਿਆਰੀ ਤਾਂ ਕਿ ਅਸੀਂ ਆਪਣਾ ਆਪ ਡਿਫੈਂਡ ਕਰ ਸਕੀਏ, ਉਹਨੂੰ ਹਰ ਫਰੰਟ ਦੇ ਉੱਤੇ ਉਹਦੀ ਗੱਲ ਹੁੰਦੀ ਹੈ। ਮੀਡੀਆ 'ਚ ਦਾ ਇੱਕ ਵੱਖਰਾ ਰੋਲ ਹੈ, ਜਦੋਂ ਤੁਸੀਂ ਗਰਾਊਂਡ ਤੇ ਗੱਲ ਕਰਦੇ ਹੋ ਅਦਾਲਤਾਂ ਦੇ ਵਿੱਚ ਉਹ ਇੱਕ ਵੱਖਰਾ ਰੋਲ ਹੁੰਦਾ, ਨੈਰੇਟਿਵ ਬਿਲਡਿੰਗ ਇੱਕ ਵੱਖਰਾ ਪਾਰਟ ਹੈ, ਪੋਲੀਟੀਕਲ ਸਟਰਕਚਰ ਜਾਂ ਅਦਰਵਾਈਜ਼ ਕਈ ਜਿਹੜੇ ਇਹਦੇ ਕਹਿ ਲਓ ਵੀ ਦਰਵਾਜ਼ੇ ਹੈਗੇ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਖੜ ਕੇ ਉਸ ਪਾਰਟ ਨੂੰ ਡਿਫੈਂਡ ਕਰਦੇ ਹੋ। ਸੋ ਸਾਡੇ ਵਾਲੇ ਪੱਖ ਤੋਂ ਕਿਵੇਂ ਦੇਖਦੇ ਹੋ? ਦੇਖੋ ਬਿਲਕੁਲ, ਜੋ ਅੱਜ ਦੇ ਅਸੀਂ 21 ਸੈਂਚਰੀ ਦੇ ਵਿੱਚ ਜਦੋਂ ਮੀਡੀਆ, ਸੋਸ਼ਲ ਮੀਡੀਆ ਜਿਹੜਾ ਕਿ ਜੇ ਅਸੀਂ 1984 ਦੇ ਵਿੱਚ ਦੇਖੀਏ ਇੰਨੀ ਵੱਡੀ ਤਾਦਾਦ ਵਿੱਚ ਨਹੀਂ ਸੀ, ਸੋ ਇਹਦੇ ਨਾਲ ਤੁਹਾਨੂੰ ਮਿੰਟ ਬਾਅਦ ਇੱਕ ਨਵੀਂ ਜਿਹੜੀ ਆ ਨਿਊਜ਼ ਮਿਲਦੀ ਆ, ਤੁਹਾਨੂੰ ਇੰਨਾ ਸਮਾਂ ਹੀ ਨਹੀਂ ਮਿਲਦਾ ਸੋਚਣ ਸਮਝਣ ਦਾ। ਉੱਥੇ ਨਾਲ ਜਿਹੜੀ ਹਕੂਮਤ ਆ ਜਿਹਦਾ ਰਾਜ ਆ, ਉਹਨਾਂ ਕੋਲ ਇੱਕ ਪਾਵਰਫੁਲ ਮਸ਼ੀਨਰੀ, ਉਹਨਾਂ ਦਾ ਸਿਸਟਮ ਜਿਹੜਾ ਆ ਇੰਨਾ ਕੁ ਮਤਲਬ ਸਟਰੋਂਗ ਆ, ਤਾਂ ਉੱਥੇ ਸਾਡੀ ਜਿਹੜੀ ਜਿਵੇਂ ਡਾਕਟਰ ਸਾਹਿਬ ਉਹਨਾਂ ਨੇ ਦੱਸਿਆ ਨੌਜਵਾਨੀ ਜਿਹੜੀ ਆ ਉਹ ਬੜੀ ਸੰਜੀਦਗੀ ਦੇ ਨਾਲ ਸਟੈਪ ਲੈਣ ਦੀ ਲੋੜ ਆ। ਦੇਖੋ ਨੌਜਵਾਨੀ ਹਮੇਸ਼ਾ ਹੀ ਜਿਵੇਂ ਆਪਾਂ ਬਹੁਤ ਲੰਬੇ ਸਮੇਂ ਤੋਂ ਦੇਖਦੇ ਆਏ ਆ, ਹਮੇਸ਼ਾ ਭਾਲਦੀ ਵੀ ਕੋਈ ਲੀਡਰ ਹੋਵੇ, ਸਾਡਾ ਕੋਈ ਲੀਡਰ ਹੋਵੇ ਸਾਨੂੰ ਸੇਧ ਦੇਣ ਵਾਲਾ। ਸੋ ਲੀਡਰ ਦਾ ਕੰਮ ਆ ਉਹਨਾਂ ਨੂੰ ਸਹੀ ਜਿਹੜਾ ਰੋਡ ਮੈਪ ਦੇ ਉੱਤੇ ਲਿਜਾਣਾ। ਸੋ ਪਰ ਇੱਕ ਗੱਲ ਇਹ ਵੀ ਆ ਵੀ ਜਿਹੜੇ ਸੀਨੀਅਰ ਆ ਜੀ, ਜਿਨ੍ਹਾਂ ਦੇ ਐਕਸਪੀਰੀਅੰਸ ਆ, ਹੁਣ ਕਈ ਵਾਰੀ ਪੰਥ ਵਿੱਚ ਹੁੰਦਾ ਆ ਵੀ ਚਲੋ ਧੜੇਬੰਦੀਆਂ ਜਥੇਬੰਦੀਆਂ ਹੈਗੀਆਂ ਆ, ਸੋ ਇਹਨਾਂ ਨੂੰ ਐਕਸੈਪਟ ਕਰਨਾ ਚਾਹੀਦਾ। ਉਹਦੇ ਵਿੱਚ ਹਰ ਇੱਕ ਜਥੇਬੰਦੀ ਦਾ ਤਰੀਕਾਕਾਰ ਜਿਹੜਾ ਆ ਉਹ ਆਪਣੇ ਤਰੀਕੇ ਨਾਲ ਸੰਘਰਸ਼ ਨੂੰ ਦੇਖਦੀ ਆ, ਲੜਨਾ ਚਾਹੁੰਦੀ ਆ, ਤਾਂ ਉਹਦੇ ਵਿੱਚ ਆਪਾਂ ਇੱਕ ਜਿਹੜਾ ਤਾਲਮੇਲ ਆ ਵੀ ਜੇ ਸਾਨੂੰ ਕਿਸੇ ਜਥੇਬੰਦੀ ਦੇ ਨਾਲ ਤੁਸੀਂ ਨਹੀਂ ਵੀ ਕੋਈ ਨਾਲ ਸਹਿਮਤ ਤਾਂ ਸਾਨੂੰ ਐਟਲੀਸਟ ਜੇ ਆਪਾਂ ਸਪੋਰਟ ਨਹੀਂ ਕਰ ਸਕਦੇ ਐਟਲੀਸਟ ਕੀਪ ਕੁਆਇਟ ਰਹਿਣਾ ਚਾਹੀਦਾ ਆ। ਇਹ ਵੀ ਪੱਖ। ਪਰ ਜਿਹੜੀਆਂ ਏਜੰਸੀਆਂ ਨੇ ਮਤਲਬ ਡਾਕਟਰ ਸਾਹਿਬ ਉਹਨਾਂ ਦਾ ਸਾਡੇ ਨਾਲੋਂ ਜ਼ਿਆਦਾ ਵੱਡਾ ਐਕਸਪੀਰੀਅੰਸ ਆ, ਉਹਨਾਂ ਨੇ 1984 ਦੇ ਵਿੱਚ ਜੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਉਹਨਾਂ ਨੇ ਭਿੱਡਰ ਵਾਲਿਆਂ ਨੇ ਉਸ ਸਾਰੇ ਸੰਘਰਸ਼ ਨੂੰ ਫੇਸ ਕੀਤਾ ਆ। ਤਾਂ ਉਸ ਵੇਲੇ ਭਾਵੇਂ UK ਗਵਰਨਮੈਂਟ ਸੀ, ਰਸ਼ੀਆ ਸੀ, ਕਿੰਨੀਆਂ ਕੰਟਰੀਆਂ ਦੀ ਸਪੋਰਟ ਸੀਗੀ, ਤਾਂ ਉਹਨਾਂ ਦੇ ਨਾਲ ਭਾਵੇਂ ਉਸ ਵੇਲੇ ਵੀ ਹੈਗੇ ਸੀਗੇ ਬਹੁਤ ਸਾਰੇ ਜਿਹੜਾ ਇਨ ਬਿਟਵੀਨ ਜਥੇਬੰਦੀਆਂ ਆਪਸ ਵਿੱਚ ਰੁੱਸੇ ਗਿਲੇ ਸੀਗੇ, ਸਾਰਾ ਕੁਝ ਖਿੱਚੋਤਾਣ ਸੀ, ਪਰ ਉਹਨਾਂ ਨੇ ਬੜੀ ਸੰਜੀਦਗੀ ਦੇ ਨਾਲ ਜਿੰਨਾ ਵੀ ਸੰਘਰਸ਼ ਲੜਿਆ ਉਹਨਾਂ ਨੇ ਸ਼ਹੀਦੀ ਵੀ ਪ੍ਰਾਪਤ ਕੀਤੀ ਆ, ਪਰ ਉਹ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਉਹਨੂੰ ਫੇਸ ਕੀਤਾ। ਪਰ ਅੱਜ ਜਿਹੜੀ ਹਕੂਮਤ ਆ, ਉਹ ਏਜੰਸੀਆਂ ਆ, ਉਹ ਹਰ ਇੱਕ ਤਰੀਕਾ ਵਰਤਦੀਆਂ। ਜਿਵੇਂ ਆਪਾਂ ਗੱਲ ਕਰਦੇ ਆ ਕੌਮੀ ਇਨਸਾਫ ਮੋਰਚੇ ਦੀ, ਉਹਦੇ ਵਿੱਚ ਜਿਸ ਦਿਨ ਚੰਡੀਗੜ੍ਹ ਦੇ ਵਿੱਚ ਹੁਣ ਜਿਹੜਾ 31 ਸਿੰਘਾਂ ਦਾ ਜਥਾ ਜਾਂਦਾ ਆ ਗ੍ਰਿਫਤਾਰੀਆਂ ਦੇਣ ਲਈ ਚੀਫ ਮਿਨਿਸਟਰ ਦੇ ਹਾਊਸ ਦੇ ਵੱਲੋਂ ਜੀ, ਜਦੋਂ ਸੈਕੰਡ ਟਾਈਮ ਗਏ ਆ ਤਾਂ ਉਹਨਾਂ ਨੇ ਆਪਣੇ ਹੀ ਜਿਹੜੇ ਇੱਕ ਬੜੀ ਵੱਡੀ ਕੰਧ ਆ ਉਹਦੇ ਪਿੱਛੇ ਬੰਦੇ ਜਿਹੜੇ ਉਹਨਾਂ ਨੇ ਆਪਣੇ ਕੀਤੇ ਹੋਏ ਸੀ, ਜਿਨ੍ਹਾਂ ਨੇ ਪਥਰਾਅ ਕੀਤਾ, ਪ੍ਰਵੋਕ ਕੀਤਾ, ਤੇ ਉਹਦੇ ਨਾਲ ਹੀ ਉਹ ਜਿਹੜਾ ਉੱਥੇ ਸਾਰਾ ਹੀ ਲੜਾਈ ਝਗੜੇ ਦਾ ਜਿਹੜਾ ਮਾਹੌਲ ਬਣਿਆ ਜੀ। ਤਾਂ ਇਹ ਏਜੰਸੀਆਂ ਦੇ ਤਰੀਕੇ ਆ
ਵੀ ਕਿਵੇਂ ਇਹਨਾਂ ਨੂੰ ਭੜਕਾਉਣਾ, ਕਿਵੇਂ ਮਾਹੌਲ ਖਰਾਬ ਕਰਨਾ ਤੇ ਕਿਵੇਂ ਫਿਰ ਜਿਹੜਾ ਉਹ ਆਪਣੇ ਟਰੈਪ ਦੇ ਵਿੱਚ ਲੈ ਕੇ ਨੌਜਵਾਨਾਂ ਨੂੰ ਸ਼ਹੀਦ ਵੀ ਕਰਦੀ ਆ ਜਾਂ ਉਹਨਾਂ ਨੂੰ ਫੜੋ ਫੜਾਈ ਵੀ ਕਰਦੀ ਆ। ਤੇ ਇਹਦੇ ਨਾਲ ਉਹਨਾਂ ਨੇ ਇੱਕ ਇਹ ਵੀ ਤਰੀਕਾਕਾਰ ਅਪਣਾਇਆ ਜਿਹੜਾ ਹੁਣ ਸਾਡਾ ਮੀਡੀਆ ਆ, ਸਿੱਖ ਮੀਡੀਆ ਖਾਸ ਕਰਕੇ ਜਿਹੜਾ ਸਿੱਖਾਂ ਨੂੰ, ਪੰਜਾਬ ਨੂੰ ਕਵਰੇਜ ਦਿੰਦਾ ਇਮਾਨਦਾਰੀ ਦੇ ਨਾਲ, ਉਹਨਾਂ ਦੇ ਉੱਤੇ ਵੀ ਉਹਨਾਂ ਨੇ ਜਿਹੜੀ ਇੱਕ ਡਿਕਟੇਟਰ, ਜਿਵੇਂ ਹੁਣ ਡਾਕਟਰ ਸਾਹਿਬ ਉਹਨਾਂ ਬੜਾ ਨਵਾਬ ਜਿਹੜਾ ਆ ਜਿੱਦਾਂ ਉਹ ਜਿਹੜਾ ਬਣਦਾ ਹੈ ਨਾ, ਇਹ ਡਿਕਟੇਟਰਸ਼ਿਪ ਜਿਹੜੀ ਆ ਉਹ ਭਾਵੇਂ ਸੈਂਟਰ ਜਾਂ ਪੰਜਾਬ ਦੀ ਸਰਕਾਰ ਹੋਵੇ, ਉਹਨਾਂ ਨੇ ਇੱਕ ਸਿੱਖ ਮੀਡੀਆ ਜਿਹੜਾ ਕਿ ਉਸ ਗੱਲ ਨੂੰ ਦਿਖਾ ਰਿਹਾ, ਸੱਚਾਈ ਦਿਖਾ ਰਿਹਾ ਕਿ ਸਿੱਖਾਂ ਨਾਲ ਹੋ ਕੀ ਰਿਹਾ ਆ, ਜਾਂ ਜਿਹੜੀ ਮੋਰਚੇ ਦੀ ਗੱਲ ਆ ਜਾਂ ਸਿੱਖ ਕੌਮ ਦੀ ਗੱਲ ਆ, ਪੰਜਾਬ ਦੇ ਜਿਹੜੇ ਮੁੱਦਿਆਂ ਦੀ ਗੱਲ ਆ, ਉਹਨਾਂ ਉੱਤੇ ਵੀ ਉਹਨਾਂ ਨੇ ਪਾਬੰਦੀ ਲਾਤੀ ਆ। ਹੁਣ ਕੱਲ ਦੀ ਉਹ ਗੱਲ ਆ ਕਿ ਇਹ ਚੈਨਲ ਜਿਹੜੇ 8-10 ਉਹਨਾਂ ਨੇ ਜਿਹੜੇ ਮਾਰਕ ਕੀਤੇ ਆ ਕਿ ਇਹ ਜਿਹੜੇ ਚੈਨਲ ਆ ਇਹ ਲਾਈਵ ਜਿਹੜਾ ਉਸ ਮੋਰਚੇ ਦਾ ਨਹੀਂ ਦਿਖਾ ਸਕਦੇ ਜੀ। ਸੋ ਇਹ ਇੱਕ ਮੀਡੀਆ ਦੇ ਉੱਤੇ ਮੈਂ ਸਮਝਦਾ, ਤੁਸੀਂ ਜਿਹੜਾ ਮੀਡੀਆ ਦਾ ਕੰਮ ਹੀ ਜਿਹਨੂੰ ਇੱਕ ਪਿਲਰ ਕਿਹਾ ਜਾਂਦਾ ਆ, ਜਿਸ ਮੀਡੀਆ ਨੇ ਨਿਰਪੱਖਤਾ ਦੇ ਨਾਲ, ਹਾਲਾਂਕਿ ਭਾਰਤ ਦੇ ਵਿੱਚ ਜਿਹੜਾ ਗੋਦੀ ਮੀਡੀਆ ਵੀ ਪ੍ਰਚਲਿਤ ਹੋਇਆ ਨਾ, ਜਿਹੜਾ ਉਹਨਾਂ ਦਾ ਆਪਣਾ ਆ, ਜਿਹੜਾ ਕਿ ਜਿਨ੍ਹਾਂ ਦਾ ਕੰਮ ਹੀ ਝੂਠ ਪਰੋਸਣਾ ਆ, ਸੋ ਉਹਨਾਂ ਨੇ ਕਿਵੇਂ ਸਾਰੇ ਹੀ ਨੈਰੇਟਿਵ ਬਣਾਉਣਾ ਹੁੰਦਾ ਹੱਕ 'ਚ ਸਰਕਾਰ ਦੇ, ਤੇ ਉਹਨਾਂ ਨੇ ਦਿਖਾਉਣਾ ਹੁੰਦਾ ਝੂਠ ਨੂੰ ਸਾਰਾ ਹੀ। ਸੋ ਉੱਥੇ ਜੇ ਕੁਛ ਚੁਣਿੰਦਾ ਜੇ ਜਿਹੜੇ ਆਪਣੇ ਕੋਈ ਵੈਬ ਟੀਵੀ ਆ, ਕੋਈ ਜਿਹੜੇ ਆਪਣੇ ਸਿੱਖ ਚੈਨਲ ਆ, ਉਹਨਾਂ ਨੂੰ ਟਾਰਗੇਟ ਬਣਾ ਕੇ ਵੀ ਜਿਹੜੀ ਭਾਰਤੀ ਹਕੂਮਤ ਐਦਾਂ ਦੇ ਹੱਥਕੰਡੇ ਅਪਣਾ ਰਹੀ ਆ। ਸੋ ਜਿਹੜੇ ਨੌਜਵਾਨ ਆ ਉਹਨਾਂ ਨੂੰ ਇੱਕ ਗੱਲ ਜ਼ਰੂਰ, ਭਾਈ ਅਮਰਤਪਾਲ ਸਿੰਘ ਹੁਣੀ ਬੜਾ ਵਧੀਆ ਕੰਮ ਕਰ ਰਹੇ, ਭਾਵੇਂ ਉਹ ਡਰੱਗ ਵਾਲੇ ਕੇਸ ਹੋਣ, ਅੰਮ੍ਰਿਤ ਛਕਾਉਣ ਵਾਲੀ ਗੱਲ ਹੋਵੇ, ਨੌਜਵਾਨੀ ਨੂੰ ਅਵੇਅਰਨੈਸ ਪੈਦਾ ਕਰਨੀ। ਤੇ ਇਹਦੇ ਨਾਲ ਜੇ ਮੈਂ ਗੱਲ ਕਰਾਂ ਅੱਜ ਬਾਈ ਦੀਪ ਸਿੱਧੂ ਦੀ, ਉਹ ਉਸ ਨੌਜਵਾਨ ਨੇ ਬੜੀ ਸਰਲ ਭਾਸ਼ਾ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਪੰਜਾਬ ਦੀ ਨੌਜਵਾਨੀ ਨੂੰ ਸਮਝਾਇਆ ਵੀ ਗੱਲ ਫਸਲਾਂ ਦੀ ਨਹੀਂ ਆ, ਗੱਲ ਤੁਹਾਡੀ ਹੋਂਦ ਦੀ, ਤੁਹਾਡੀਆਂ ਨਸਲਾਂ ਦੀ ਆ ਜੀ। ਅੱਜ ਤੁਹਾਡੀਆਂ ਨਸਲਾਂ ਜਿਹੜੀਆਂ ਉਹ ਜੇਲ੍ਹਾਂ ਦੇ ਵਿੱਚ ਬੰਦ ਪਈਆਂ ਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੀਆਂ। ਉਸ ਤੋਂ ਬਾਅਦ ਇੱਕ ਗਾਇਕ ਸੀ ਮੁੰਡਾ ਨੌਜਵਾਨ ਆਪਣਾ ਸਿੱਧੂ ਮੂਸੇਵਾਲਾ, ਉਹਨੇ ਵੀ ਆਪਣੇ ਗਾਣਿਆਂ ਦੇ ਵਿੱਚ ਜਿਹੜੀ ਆ ਨੌਜਵਾਨੀ ਨੂੰ ਆਪਣੇ ਤਰੀਕੇਕਾਰ ਨਾਲ ਬਹੁਤ ਕੁਝ ਦੱਸਿਆ। ਜੇ SYL ਗਾਣਾ, ਜਿਹੜੀ ਗੱਲ ਹਲੇ ਤੱਕ ਅਸੀਂ ਸਮਝਾਉਣ ਦੇ ਵਿੱਚ ਮੈਂ ਕਾਮਯਾਬ ਨਹੀਂ ਸੀ ਹੋਏ, ਤਾਂ ਉਹਨੇ ਬੜੇ ਸ਼ਾਰਟ ਟਾਈਮ ਦੇ ਵਿੱਚ ਇੱਕ ਆਪਣੇ ਗੀਤ ਦੇ ਜਰੀਏ, ਆਪਣੀ ਨਜ਼ਮ ਦੇ ਜਰੀਏ ਨੌਜਵਾਨੀ ਨੂੰ ਸਮਝਾ ਦਿੱਤਾ ਪਾਣੀ SYL ਦਾ ਮਸਲਾ ਕੀ ਆ। ਉਹਨੂੰ ਰੋਕਿਆ ਕਿ ਇਹਨਾਂ ਨੇ ਬਲਵਿੰਦਰ ਸਿੰਘ ਜਟਾਣੇ ਉਹਨਾਂ ਨੇ। ਸੋ ਇਹ ਪੰਜਾਬ ਦੀਆਂ ਹੱਕੀ ਮੰਗਾਂ ਜਿਹੜੀਆਂ ਕਿ ਪੰਜਾਬ ਦੇ ਜਿਹੜੇ ਅੱਜ ਦੇ ਸੋ ਕਾਲਡ ਲੀਡਰ ਆ, ਉਹਨਾਂ ਨੇ ਜਿਹੜਾ ਸੈਂਟਰ ਦੀ ਕੁਹਾੜੇ ਦਾ ਦਸਤਾ ਬਣ ਕੇ ਉਹ ਪੰਜਾਬ ਨੂੰ ਵੱਢਣ ਤੇ ਲੱਗੇ ਹੋਏ ਆ, ਤਾਂ ਸਾਡੀ ਉਸ ਵੇਲੇ ਦੀ ਨੌਜਵਾਨੀ ਨੇ ਉਹ ਜਿਹੜਾ ਸਾਡਾ ਪਾਣੀ ਲੁੱਟਿਆ ਜਾ ਰਿਹਾ ਸੀ, ਬਲਵਿੰਦਰ ਸਿੰਘ ਜਟਾਣਾ, ਚੰਨੇ ਹੋਣੀ, ਹੋਰ ਕਿੰਨੇ ਨੌਜਵਾਨ, ਉਹਨਾਂ ਨੇ ਉਸ SYL ਨੂੰ ਵੀ ਬੰਨ ਲਾਤਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਅਚੀਵਮੈਂਟਸ ਉਸ ਵੇਲੇ ਦੇ ਸਾਡੇ ਨੌਜਵਾਨਾਂ ਦੀਆਂ, ਉਸ ਚੀਜ਼ ਨੂੰ ਵੀ ਦੱਬਣ ਵਾਸਤੇ ਅੱਜ ਸਾਡੇ ਉਹਨਾਂ ਨੌਜਵਾਨਾਂ ਦੇ ਕਤਲ ਹੋਏ ਆ। ਹਕੂਮਤ ਨੇ, ਏਜੰਸੀਆਂ ਨੇ, ਇਹ ਗੈਂਗਸਟਰ ਤਾਂ ਸਾਡੇ ਲਈ ਆ, ਉਹਨਾਂ ਨੇ ਪਲੈਨਿੰਗਾਂ ਪਿੱਛੇ, ਉਹਨਾਂ ਦੀਆਂ ਆਪਣੀਆਂ ਏਜੰਸੀਆਂ ਕਿਸ ਤਰੀਕੇ ਨਾਲ ਕੰਮ ਕਰਦੀਆਂ ਅਸੀਂ ਇਮੇਜਿਨ ਵੀ ਨਹੀਂ ਕਰ ਸਕਦੇ। ਸੋ ਸਾਨੂੰ ਲੋੜ ਜਿਹੜੀ ਆ, ਜਿਹੜੇ ਸਾਡੇ ਲੀਡਰ, ਜਿਹੜੇ ਜਥੇਬੰਦੀਆਂ ਆ, ਉਹ ਇਸ ਤਰੀਕੇ ਨਾਲ ਵਰਕਆਊਟ ਕਰਨ ਵੀ ਅਸੀਂ ਆਪਸੀ ਤਾਲਮੇਲ ਰੱਖੀਏ। ਕਿਸੇ ਦਾ ਕੋਈ ਵੀ ਫੀਲਡ ਆ, ਕੋਈ ਜਿਹੜੇ ਪੰਜਾਬ ਦੇ ਜਥੇਬੰਦੀਆਂ ਜਿਹੜੀਆਂ ਚਾਹੇ ਵਿਦੇਸ਼ਾਂ 'ਚ ਵੀ ਆ, ਕੋਈ ਲੰਗਰ ਵਾਲੇ ਸੰਦਰਭ ਦੇ ਵਿੱਚ ਕੰਮ ਕਰਦਾ ਕਿ ਬਾਬੇ ਨਾਨਕ ਨੇ ਮਰਿਆਦਾ ਚਲਾਈ ਆ ਜੀ, ਤੇ ਭੁੱਖਿਆਂ ਨੂੰ ਚਾਹੇ ਉਹ ਕਿਸੇ ਵੀ ਕੰਟਰੀ 'ਚ ਸੇਵਾ ਕਰਦਾ, ਤਾਂ ਐਟਲੀਸਟ ਅਸੀਂ ਉਹਤੇ ਕਿੰਤੂ ਪਰੰਤੂ ਨਾ ਕਰੀਏ, ਉਹਨੂੰ ਅਪਰੀਸ਼ੀਏਟ ਕਰੀਏ। ਜਾਂ ਕੋਈ ਪੰਜਾਬ ਦੇ ਜਿਹੜੇ ਐਨਵਾਇਰਨਮੈਂਟਲ ਇਸ਼ੂ ਆ, ਪਾਣੀਆਂ ਦੇ ਆ, ਉਹਦੇ ਉੱਤੇ ਕੋਈ ਫੋਕਸ ਕਰਕੇ ਕੰਮ ਕਰਦਾ, ਅਸੀਂ ਉਹਦੀ ਵੀ ਸਪੋਰਟ ਕਰੀਏ। ਜਾਂ ਕੋਈ ਡਰੱਗਸ ਦੇ ਮਸਲਿਆਂ ਦੇ ਉੱਤੇ ਕੰਮ ਕਰਦਾ, ਜਾਂ ਕੌਮੀ ਘਰ ਖਾਲਿਸਤਾਨ ਦੀ। ਦੇਖੋ ਹੁਣ ਅੱਜ ਦਾ ਜਿਹੜਾ ਪੂਰਾ ਅਸੀਂ ਦੇਖਦੇ ਹਾਂ, ਨੌਜਵਾਨੀ ਜਿਹੜੀ ਜਾਗੀ ਹੋਈ ਵਿਦੇਸ਼ਾਂ 'ਚ ਵੀ ਔਰ ਪੰਜਾਬ ਦੀ ਧਰਤੀ ਤੇ ਵੀ, ਉਹਨਾਂ ਨੂੰ ਇਸ ਗੱਲ ਦਾ ਪਤਾ ਆ ਵੀ ਇਹ ਉਹ ਸਮਝ ਚੁੱਕੇ ਆ ਵੀ ਅਸੀਂ ਜੇ ਮਹਿਫੂਜ਼ ਰਹਿਣਾ ਆ, ਸਾਡੀ ਪੰਜਾਬ ਦੀ ਬਹਾਲੀ, ਸਾਡਾ ਜਿਹੜਾ ਪੰਜਾਬ ਸੀ, ਜਿਹੜਾ ਮਹਾ ਪੰਜਾਬ ਸੀ, ਜੇ ਲਕੀਰਾਂ ਉਸ ਉੱਤੇ ਖਿੱਚੀਆਂ ਗਈਆਂ, ਤੇ ਕੌਮੀ ਘਰ ਖਾਲਿਸਤਾਨ ਦੀ ਗੱਲ ਉਹ ਬਹੁਤ ਵਧੀਆ ਤਰੀਕੇ ਨਾਲ ਸਮਝ ਚੁੱਕੇ ਆ।
ਅੱਜ ਵਿਦੇਸ਼ਾਂ ਵਿੱਚ ਵੀ ਮੁਹਿੰਮ ਬਹੁਤ ਜ਼ਬਰਦਸਤ ਤਰੀਕੇ ਨਾਲ ਚੱਲ ਰਹੀ ਆ, ਪੰਜਾਬ ਦੀ ਧਰਤੀ ਤੇ ਵੀ ਚੱਲ ਰਹੀ ਆ ਤੇ ਇਹ ਨੌਜਵਾਨੀ ਸਮਝ ਰਹੀ ਆ ਵੀ ਸਾਨੂੰ ਖਾਲਿਸਤਾਨ ਬਣਾਇਆ ਬਗੈਰ ਸਾਡਾ ਹੱਲ ਹੀ ਨਹੀਂ ਆ ਜੀ। ਸੋ ਇਹ ਸਟੈਪ ਜਿਹੜੇ ਜਿੰਨੀਆਂ ਵੀ ਜਥੇਬੰਦੀਆਂ ਆ ਉਹ ਕਿਸੇ ਵੀ ਫੀਲਡ ਵਿੱਚ, ਜਿਵੇਂ ਅਸੀਂ ਗੱਲ ਕਰਦੇ ਹੁੰਦੇ ਵੀ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ ਵੀ ਕਨਸੈਪਟ ਆ ਵੀ ਜਿਵੇਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਭਾਈ ਨੰਦ ਲਾਲ ਜੀ ਨੇ ਜਿਹੜੀ ਕਲਮ ਦੀ ਸੇਵਾ ਜਿਹੜੀ ਆ ਉਹ ਕੀਤੀ ਆ ਨਜ਼ਮਾਂ ਦੇ ਰਾਹੀਂ, ਉਹਨੂੰ ਅਸੀਂ ਅੱਜ ਦੇ ਜ਼ਮਾਨੇ 'ਚ ਉਸ ਸਮੇਂ ਦਾ ਮੀਡੀਆ ਵੀ ਕਹਿ ਸਕਦੇ ਆ। ਤੇ ਦੂਜੇ ਪਾਸੇ ਭਾਈ ਕਨ੍ਹਈਆ ਜੀ, ਉਹਨਾਂ ਨੇ ਮਸ਼ਕ ਲੈ ਕੇ ਜਿਹੜੀ ਆ ਉਹ ਪਾਣੀ ਦੀ ਸੇਵਾ ਕੀਤੀ ਆ ਜੀ। ਤੇ ਫਿਰ ਉਸੇ ਅਨੰਦਪੁਰ ਸਾਹਿਬ ਦੇ ਵਿੱਚੋਂ ਸਾਨੂੰ ਕਨਸੈਪਟ ਜਿਹੜਾ ਭਾਈ ਬਚਿੱਤਰ ਸਿੰਘ ਦੀ ਨਾਗਣੀ ਵਾਲਾ ਜਿਹੜਾ ਮਿਲਦਾ ਆ ਤੇ ਸਾਡੇ ਕੋਲ ਉਹ ਸਾਰੇ ਉਸੇ ਕਨਸੈਪਟ ਤੇ ਵਰਲਡ ਸਿੱਖ ਪਾਰਲੀਮੈਂਟ ਵੀ ਆ। ਉਸੇ ਕਨਸੈਪਟ ਨੂੰ ਸਾਨੂੰ ਸਾਰੀਆਂ ਜਥੇਬੰਦੀਆਂ ਨੂੰ ਅਪਣਾਉਣਾ ਚਾਹੀਦਾ, ਪੰਜਾਬ ਦੀ ਨੌਜਵਾਨੀ ਨੂੰ, ਵੀ ਜਿਹੜਾ ਜਿਸ ਵੀ ਫੀਲਡ ਵਿੱਚ ਕੰਮ ਕਰਦਾ, ਚਾਹੇ ਉਹ ਕਿਸਾਨੀ ਸਿਸਟਮ ਦੇ ਵਿੱਚ ਕੰਮ ਕਰਦਾ ਆ, ਚਾਹੇ ਕੋਈ ਕਿਸੇ ਵੀ ਉਹਦੇ ਜਿਹੜੇ ਉਹਨਾਂ ਦੇ ਜਥੇਬੰਦੀ ਦਾ ਤਰੀਕਾਕਾਰ ਹੋ ਸਕਦਾ, ਐਟਲੀਸਟ ਉਹ ਪੰਜਾਬ ਵਾਸਤੇ ਕਰਦੇ ਹਨ ਜੀ। ਤਾਂ ਅਸੀਂ ਇੱਕ ਦੂਜੇ ਤੇ ਕਿੰਤੂ ਪਰੰਤੂ ਵੀ ਮੇਰਾ ਕੰਮ ਵਧੀਆ ਉਹਦਾ ਕੰਮ ਨਹੀਂ ਵਧੀਆ, ਇਸ ਚੀਜ਼ ਤੋਂ ਬਚ ਕੇ ਅਸੀਂ ਇਕੱਠੇ ਹੋ ਕੇ ਸਿਰ ਜੋੜ ਕੇ ਜੇ ਨਹੀਂ ਵੀ ਤੁਰ ਸਕਦੇ, ਐਟਲੀਸਟ ਇੱਕ ਦੂਜੇ ਨੂੰ ਕਿੰਤੂ ਪਰੰਤੂ ਵਾਲਾ ਜਿਹੜਾ ਕੰਮ ਛੱਡੀਏ। ਤਾਂ ਅੱਜ ਜਿਹੜੀ ਕੌਮ ਦੀ ਜਿਹੜੀ ਗੱਲ ਆ ਉਹ ਕੁੱਲ ਦੁਨੀਆ ਦੇ ਵਿੱਚ ਹੋ ਰਹੀ ਆ, ਉਹਦੇ ਨਾਲ ਨਾਲ ਸਿਆਣੇ ਲੀਡਰਾਂ ਦਾ ਕੰਮ ਹੁੰਦਾ ਵੀ ਆਪਣੀ ਨੌਜਵਾਨੀ ਨੂੰ ਸੇਫ ਵੀ ਰੱਖਣਾ। ਅਸੀਂ ਵੈਸੇ ਵੀ ਗਿਣਤੀ ਜਿਹੜੀ ਪੰਜਾਬ ਦੇ ਵਿੱਚ ਅੱਜ ਦੇ ਸਮੇਂ 'ਚ ਜਿਹੜਾ ਪ੍ਰਵਾਸ ਹੋ ਰਿਹਾ ਵਿਦੇਸ਼ਾਂ ਵੱਲ ਨੂੰ ਜ਼ਿਆਦਾ ਹੋ ਰਿਹਾ, ਉੱਥੇ ਅਸੀਂ ਉਸ ਆਪਣੀ ਨੌਜਵਾਨੀ ਨੂੰ ਸੇਵ ਕਰਨਾ। ਉਸ ਪੰਜਾਬ ਦੇ ਵਿੱਚ ਜਿਹੜਾ ਅਮਰਤਪਾਲ ਸਿੰਘ ਉਹਨਾਂ ਨੇ ਵੀ ਬੜਾ ਵਧੀਆ ਇਸ ਗੱਲ ਦੇ ਉੱਤੇ ਆਪਣੀਆਂ ਉਹਨਾਂ ਦੀਆਂ ਲੈਕਚਰਾਂ ਦੇ ਵਿੱਚ ਵੀ ਕਿ ਸਾਡੀ ਨੌਜਵਾਨੀ ਨੂੰ ਬਾਹਰ ਨਹੀਂ ਜਾਣਾ ਚਾਹੀਦਾ, ਇੱਥੇ ਰਹਿਣਾ ਚਾਹੀਦਾ। ਅਸੀਂ ਵੀ ਉਸ ਗੱਲ ਦੇ ਹਾਮੀ ਆ, ਭਾਵੇਂ ਕਿ ਜਿਹੜੇ ਇੱਧਰ ਵਿਦੇਸ਼ਾਂ ਵਿੱਚ ਡਾਇਸਪੋਰਾ ਦੇ ਵਿੱਚ ਸੋਚ ਰਹੇ ਆ ਉਹਨਾਂ ਉੱਤੇ ਤਾਂ NIA ਨੇ ਜਾਂ ਇਹਨਾਂ ਦੀਆਂ ਏਜੰਸੀਆਂ ਨੇ 10-10 15-15 ਕੇਸ ਪਾਏ ਹੋਏ ਆ ਸਾਡੇ ਤੇ ਵੀ। ਪਰ ਗੱਲ ਇਹ ਆ ਅਸੀਂ ਜਿਹੜਾ ਸਾਡਾ ਹੈਗਾ ਆ ਸੋਚਣਾ ਕਿ ਅੱਜ ਜਿਹੜਾ ਭਾਰਤੀ ਏਜੰਸੀਆਂ ਦੀਆਂ ਚਾਲਾਂ ਤੋਂ ਸੁਚੇਤ ਹੋ ਕੇ ਅੱਜ ਅਸੀਂ ਡਾਇਸਪੋਰਾ ਦੇ ਵਿੱਚ ਇਹਨਾਂ ਕੰਟਰੀਆਂ ਦੇ ਕੰਪੈਰੀਜ਼ਨ ਜਦੋਂ ਦੇਖਦੇ ਆ, ਭਾਰਤ ਦੇ ਕਾਨੂੰਨਾਂ ਨੂੰ, ਉਹਨਾਂ ਦੀਆਂ ਧੱਕੇਸ਼ਾਹੀਆਂ ਨੂੰ, ਏਜੰਸੀਆਂ ਦੀਆਂ ਚਾਲਾਂ ਨੂੰ, ਤਾਂ ਫਿਰ ਸਾਨੂੰ ਸਮਝ ਆਉਂਦੀਆਂ ਕਿ ਸਾਡੇ ਨਾਲ ਹੋ ਕੀ ਰਿਹਾ ਆ। ਤਾਂ ਉਹਦੇ ਨਾਲ ਅਸੀਂ ਚਾਹੁੰਦੇ ਆ ਵੀ ਤਾਲਮੇਲ ਰੱਖ ਕੇ ਉਹਨਾਂ ਦੀਆਂ ਚਾਲਾਂ ਤੋਂ ਬਚ ਕੇ ਅਸੀਂ ਸਹੀ ਡਾਇਰੈਕਸ਼ਨ ਵੱਲ ਨੂੰ ਵਧੀਏ। ਤੁਸੀਂ ਕੰਮ ਬਹੁਤ ਵਧੀਆ ਕਰ ਰਹੇ, ਆਪਣੀ ਨੌਜਵਾਨੀ ਨੂੰ ਵੀ ਸੇਵ ਕਰਨਾ। ਜੇ ਅੱਜ ਪੰਜਾਬ ਦੀ ਧਰਤੀ ਤੇ ਦਿੱਲੀ ਦੇ ਵਿੱਚ ਜੇ ਮੋਰਚਾ ਲਾ ਕੇ ਕਿਸਾਨੀ ਮੋਰਚਾ ਸਫਲ ਕੀਤਾ ਆ, ਉਹ ਪੰਜਾਬ ਨੇ ਦਿਖਾਇਆ ਕਿ ਕਿਉਂਕਿ ਉਹ ਤੋਂ ਪਹਿਲਾਂ ਜਿਹੜੀ BJP ਦੀ ਸਰਕਾਰ ਉਹਨਾਂ ਨੇ ਕਈ ਕਾਨੂੰਨ ਜਿਹੜੇ ਪਾਸ ਕੀਤੇ ਆ ਭਾਰਤ ਦੀ ਪਾਰਲੀਮੈਂਟ ਦੇ ਵਿੱਚ, ਉਹ ਭਾਵੇਂ 370 ਦਾ ਹੋਵੇ ਜਾਂ ਜਿਹੜਾ ਮਨੀ ਦੇ ਉੱਤੇ ਵੀ ਉਹਨਾਂ ਨੇ ਲਿਆਂਦਾ ਸੀ, ਜਿਹੜੇ ਐਕਸਚੇਂਜ ਦਾ ਜਿਹੜਾ ਨੋਟਾਂ ਦਾ, ਤੇ ਇਹ ਕਾਫੀ ਕੁਝ ਸੀ ਜਿਹੜਾ ਕਿ ਇੱਕ ਤੋਂ ਬਾਅਦ ਇੱਕ ਲੈ ਕੇ ਆਪਣਾ ਰੱਥ ਲੈ ਕੇ ਤੁਰਿਆ ਸੀ ਭਾਰਤ ਦੇ ਵਿੱਚ। ਪਰ ਉਹਨੂੰ ਡੱਕਣ ਵਾਲਾ ਪੰਜਾਬ ਸੀ, ਪੰਜਾਬ ਨੇ ਡੱਕਿਆ ਤੇ ਅੱਜ ਉਸੇ ਤਰਜ਼ ਦੇ ਉੱਤੇ ਇਹ ਕੌਮੀ ਇਨਸਾਫ ਮੋਰਚਾ ਲੱਗਿਆ। ਸਾਡਾ ਕੁੱਲ ਪੰਜਾਬ ਦੀ ਧਰਤੀ ਤੋਂ ਬੈਠੇ ਹੋਏ ਪੰਜਾਬੀਆਂ ਦਾ ਹੀ ਨਹੀਂ, ਕੁੱਲ ਦੁਨੀਆ 'ਚ ਬੈਠੇ ਸਾਡੇ ਜਿਹੜੇ ਇਨਸਾਫ ਪਸੰਦ ਲੋਕ ਆ ਉਹਨਾਂ ਨੂੰ ਸਾਥ ਦੇਣ ਦੀ ਲੋੜ ਆ। ਸਾਡੇ ਉਹ ਨੌਜਵਾਨ ਬਾਹਰ ਆਉਣ, ਜਥੇਦਾਰ ਸਾਹਿਬ ਆਪਣੀ ਜਿਹੜੀ ਆ ਉਹ ਡਿਊਟੀ ਨਿਭਾਉਣ ਜਿਹੜੀ ਉਹਨਾਂ ਦਾ ਬਣਦੀ ਆ, ਔਰ ਸਾਡੇ ਜਿਹੜੇ ਬਾਕੀ ਦੇ ਬੰਦੀ ਸਿੰਘ ਆ ਸਾਡੇ ਸਤਿਕਾਰਯੋਗ ਸਾਰੇ ਸਿਆਸੀ ਕੈਦੀ, ਡਾਕਟਰ ਸਾਹਿਬ ਉਹਨਾਂ ਨੇ ਜਿਵੇਂ ਜ਼ਿਕਰ ਕੀਤਾ ਸਿੱਖ ਸਿਆਸੀ ਕੈਦੀ, ਤੇ ਉਹ ਆਪਣਾ ਜਿਹੜਾ ਪੰਜਾਬ ਦੀ ਬਿਹਤਰੀ ਵਾਸਤੇ ਆਪਣਾ ਰੋਲ ਅਦਾ ਕਰ ਸਕਦੇ ਆ। ਉਹਨਾਂ ਨੇ ਆਪਣੀਆਂ ਜਿਹੜੀਆਂ ਦਿੱਤੀਆਂ ਹੋਈਆਂ ਸਜ਼ਾਵਾਂ ਤੋਂ ਵਧੇਰੇ ਜਿਹੜੀ ਆ ਉਹ ਕੱਟ ਦਿੱਤੀ ਹੈ। ਇਸੇ ਗੱਲ ਦੇ ਮੱਦੇਨਜ਼ਰ ਆਪਾਂ ਨੇ ਜਿਹੜਾ ਆ ਦਿਨ ਐਤਵਾਰ 26 ਤਰੀਕ ਨੂੰ ਨਿਊਯਾਰਕ ਦੇ ਵਿੱਚ ਜਿਹੜੀ ਆ ਕਾਰ ਰੈਲੀ ਰੱਖੀ ਆ, ਉਹ ਸਵੇਰੇ 11 ਵਜੇ ਆਰੰਭ। ਤਾਂ ਅਸੀਂ ਆਪਣੀ ਕਮਿਊਨਿਟੀ ਨੂੰ ਹੀ, ਸਾਡੇ ਲੋਕਾਂ ਦੇ ਵਿੱਚ ਵੀ ਪੂਰੀ ਡਿਟੇਲ ਪੂਰੀ ਕਲੈਰਿਟੀ ਨਹੀਂ ਕਈਆਂ ਨੂੰ ਵੀ ਸਿੱਖ ਸਿਆਸੀ ਕੈਦੀ ਕੀ ਮਸਲਾ ਕੀ ਨਹੀਂ, ਇਹ ਇਨ ਬਿਟਵੀਨ ਆਪਣੀ ਕਮਿਊਨਿਟੀ ਦੇ ਵਿੱਚ ਅਸੀਂ ਜਿਹੜਾ ਆ ਇਹਨੂੰ ਅਵੇਅਰਨੈਸ ਵਾਸਤੇ ਅਲੱਗ-ਅਲੱਗ ਗੁਰਦੁਆਰਿਆਂ ਦੇ ਅੱਗੇ ਉਹ ਕਾਰ ਰੈਲੀ ਜਿਹੜੀ ਲੈ ਕੇ ਜਾਣੀ ਆ। ਬਹੁਤ ਵੱਡੀ ਤਾਦਾਦ ਵਿੱਚ ਨੌਜਵਾਨ ਜਿਹੜੇ ਜੁੜ ਰਹੇ ਆ, ਔਰ ਇਹ ਇੱਕ ਐਕਸਰਸਾਈਜ਼ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਇਹ ਹੈਗੀ ਆ। ਉਸ ਤੋਂ ਬਾਅਦ ਅਸੀਂ ਜਾ ਕੇ ਜਿਹੜਾ ਭਾਰਤੀ ਏਜੰਸੀਆਂ ਦਾ ਵੀ ਘਿਰਾਓ ਕਰਨਾ, ਚਾਹੇ ਇਹਨਾਂ ਦੇ DC ਦੇ ਵਿੱਚ ਹੋਵੇ ਜਾਂ ਨਿਊਯਾਰਕ ਦੇ ਵਿੱਚ ਹੋਣ ਕੌਂਸੂਲੇਟ ਜਾਂ ਇਹਨਾਂ ਦੇ ਹਾਈ ਕਮਿਸ਼ਨ ਬੈਠੇ ਹੋਣ, ਉੱਤੇ ਸਾਰਿਆਂ ਦੇ ਜਿਹੜੇ ਘਿਰਾਓ ਕਰਾਂਗੇ ਵੱਡੇ ਰੂਪ ਦੇ ਵਿੱਚ।
ਇਹ ਕੈਲੀਫੋਰਨੀਆ, ਪੂਰੇ ਕੈਨੇਡਾ, ਯੂਰਪ ਦੇ ਵਿੱਚ, ਯੂਕੇ ਦੇ ਵਿੱਚ ਵੀ ਕਮਿੰਗ ਥੋੜੇ ਦਿਨਾਂ ਦੇ ਵਿੱਚ, 1-2 ਦਿਨਾਂ ਦੇ ਵਿੱਚ ਉੱਥੇ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਉਹਨਾਂ ਨੇ ਉਲੀਕਿਆ ਆ ਜੀ ਭਾਰਤੀ ਐਮਬੈਸੀ ਦੇ ਅੱਗੇ। ਸੋ ਇਹ ਸਾਡਾ ਸਿੱਖਾਂ ਦਾ ਫਰਜ਼ ਬਣਦਾ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਈਏ, ਜਿਵੇਂ ਆਸਟ੍ਰੇਲੀਆ ਦੇ ਵਿੱਚ ਵੀ ਸਾਡੇ ਸਿੰਘਾਂ ਨੇ ਅਹਿਸਾਸ ਕਰਾਇਆ, ਕੈਨੇਡਾ ਦੇ ਵਿੱਚ ਵੀ ਕਰਾਇਆ, ਔਰ ਉਹਨਾਂ ਨੂੰ ਸਮੇਂ-ਸਮੇਂ ਦੇ ਅਹਿਸਾਸ ਹੁੰਦਾ ਰਹੇਗਾ। ਇਹਦੇ ਉੱਤੇ ਸਾਨੂੰ ਯੂਨਿਟੀ ਦੇ ਨਾਲ ਕੰਮ ਕਰਨ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਤੁਹਾਡੇ ਵੱਲ ਮੈਂ ਫਾਈਨਲ ਕਨਕਲੂਡਿੰਗ ਕਮੈਂਟ ਦੇ ਵਿੱਚ ਚਾਹੂੰਗਾ ਥੋੜੇ ਸ਼ਬਦਾਂ ਦੇ ਵਿੱਚ ਵੀ ਕੀ ਅਸੀਂ ਇਸ ਸਾਰੀ ਸਿਚੁਏਸ਼ਨ ਦੇ ਲਈ ਤਿਆਰ ਹੈਗੇ ਆ? ਜਦੋਂ ਤੁਸੀਂ ਓਵਰਆਲ ਨਜ਼ਰ ਮਾਰਦੇ ਹੋ, ਭਾਵੇਂ ਪੰਜਾਬ ਦੇ ਵਿੱਚ ਜਾਂ ਬਾਹਰ ਡਾਇਸਪੋਰਾ ਦੇ ਵਿੱਚ, ਜਿਸ ਕਿਸਮ ਦਾ ਬਿਰਤਾਂਤ ਸਿਰਜਿਆ ਜਾ ਰਿਹਾ ਹੁਣ ਮੀਡੀਆ ਦੇ ਵੱਲੋਂ, ਜਾਂ ਓਵਰਆਲ ਜਦੋਂ ਸਟੇਟ ਨੇ ਐਕਟ ਕਰਨਾ, ਤੇ ਕੀ ਸਾਡਾ ਕੋਈ ਉਸ ਕਿਸਮ ਦਾ ਹੈ ਉਸ ਲੈਵਲ ਦੀ ਤਿਆਰੀ? ਨੋ। ਔਰ ਮੈਂ ਇਹ ਐਮਫਸਾਈਜ਼ ਕਰਨਾ ਚਾਹੁੰਦਾ ਹਾਂ, ਸਾਡੇ ਇੱਕ ਤਬਕੇ ਨੂੰ ਲੱਗਦਾ ਹੈ ਕਿ ਜੀ 80s ਦੇ ਵਿੱਚ ਜਦੋਂ ਵਾਪਰਿਆ ਉਦੋਂ ਸਿਰਫ ਕੱਲਾ ਦੂਰਦਰਸ਼ਨ ਹੁੰਦਾ ਸੀ, ਕੰਟਰੋਲ ਮੀਡੀਆ ਦਾ ਉਹਨਾਂ ਕੋਲ ਸੀ। ਹੁਣ ਸੋਸ਼ਲ ਮੀਡੀਆ ਹੈ ਜਾਂ ਦੂਸਰਾ ਹੈ, ਇਹ ਸਾਨੂੰ ਅੰਦਾਜ਼ਾ ਹੀ ਨਹੀਂ ਹੈ ਕਿ ਇਹੀ ਨਹੀਂ ਵੀ ਉੱਥੇ 600 ਤੋਂ 800 ਟੀਵੀ ਚੈਨਲ ਜਿਹਦੇ ਲਈ ਲਫ਼ਜ਼ ਗੋਦੀ ਮੀਡੀਆ ਪਪੂਲਰ ਹੈ ਉਹਨਾਂ ਦੇ ਕੰਟਰੋਲ 'ਚ ਨੇ। ਸੋਸ਼ਲ ਮੀਡੀਆ ਅਸੀਂ ਤਾਂ ਇੱਕ ਆਈਡੀ ਬਣਾ ਲਈ, 2 ਬਣਾ ਲਈਆਂ, 4 ਬਣਾ ਲਈਆਂ, ਇਹਦੇ 'ਚ ਹੈ। ਉਹਨਾਂ ਦਾ ਕੰਟਰੋਲ ਤਾਂ ਫੇਸਬੁੱਕ, ਟਵਿੱਟਰ ਔਰ ਇੰਸਟਾਗ੍ਰਾਮ ਦੇ ਮਾਲਕਾਂ ਤੱਕ ਹੈ। ਔਰ ਤੁਸੀਂ ਅੰਦਾਜ਼ਾ ਲਾਓ ਕਿ BBC ਵਰਗੀ ਪਾਵਰਫੁਲ ਇੰਸਟੀਟਿਊਸ਼ਨ ਜਿਹੜੀ ਸੈਮਾਈ ਗਵਰਨਮੈਂਟ ਹੈ, ਉਹ ਮੋਦੀ ਦੀ ਕਾਰਗੁਜ਼ਾਰੀ 2002 ਦੇ ਉੱਤੇ ਇੰਡੀਆ ਦਾ ਮੋਦੀ ਕੁਐਸਚਨ 2 ਪਾਰਟ ਡਾਕੂਮੈਂਟਰੀ ਬਣਾਉਂਦੀ ਹੈ। ਇਹੀ ਨਹੀਂ ਕਿ ਵਿਦਨ ਕੰਟਰੀ ਉਹਨੂੰ ਬਲੌਕ ਕੀਤਾ ਜਾਂਦਾ ਹੈ, ਬੈਨ ਕੀਤਾ ਜਾਂਦਾ ਹੈ, ਯੂਨੀਵਰਸਿਟੀਆਂ 'ਚ ਦਿਖਾਉਣ ਵਾਲੇ ਸਟੂਡੈਂਟਸ ਦੇ ਖਿਲਾਫ ਕੇਸ ਰਜਿਸਟਰ ਕੀਤੇ ਜਾਂਦੇ ਨੇ, ਉਹਨੂੰ ਟਵਿੱਟਰ ਤੋਂ, ਫੇਸਬੁੱਕ ਤੋਂ ਹਟਵਾ ਦਿੱਤਾ ਜਾਂਦਾ ਹੈ। ਜੀ ਕਿਸ ਹੱਦ ਤੱਕ? ਔਰ ਅੱਜ ਹੀ ਇੱਕ ਡਿਸਇਨਫੋ ਲੈਬ ਦੀ ਰਿਪੋਰਟ ਜਿਹੜੀ ਕਿ 2 ਸਾਲ ਪਹਿਲਾਂ ਆਈ ਸੀ, ਜਿਹਦੇ 'ਚ ਉਹਨਾਂ ਨੇ ਇੱਕ ਯੂਰਪੀਅਨ ਯੂਨੀਅਨ ਦੀ NGO ਹੈ ਜਿਹਨੇ ਦੱਸਿਆ ਸੀ ਕਿ ਇੰਡੀਆ ਨੇ ਕਿਵੇਂ 650 ਤੋਂ ਜ਼ਿਆਦਾ ਬੋਗਸ NGOs ਕਿਸ ਕਿਸਮ ਦਾ ਨੈਟਵਰਕ ਕ੍ਰੀਏਟ ਕੀਤਾ ਹੋਇਆ ਹੈ, ਜਿਹਦੇ ਥੱਲੇ 139 ਦੇਸ਼ਾਂ ਦੇ ਵਿੱਚ ਜਿਹੜੇ ਡਿਫਰੈਂਟ ਉਹਨਾਂ ਦੇ ਪ੍ਰਿੰਟ ਮੀਡੀਆ ਹੈ ਜਾਂ ਦੂਸਰਾ ਹੈ, ਉਹਦੇ 'ਚ ਉਹਨਾਂ ਦੀਆਂ ਸਟੋਰੀਜ਼ ਦਿੰਦੇ ਨੇ। ਔਰ ਅੱਜ ਉਹਦੀ ਫੋਲੋਅਪ ਰਿਪੋਰਟ ਆਈ ਹੈ ਜਿਹਦੇ ਤੇ ਬਹੁਤ ਚੀਕਾਂ ਮਾਰ ਰਹੇ ਨੇ ANI। ਹੁਣ ANI ਹਮੇਸ਼ਾ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਵੀ ਇਹ ਰਾਹ ਦੀ ਆਊਟਫਿਟ ਹੈ ਉਹਨਾਂ ਦਾ ਹੈ। ਔਰ ਉਹਨਾਂ ਨੇ ਇਸ ਡਿਸਇਨਫੋ ਲੈਬ ਨੇ ਕਿਹਾ ਕਿ ਵੀ 139 ਦੇਸ਼ਾਂ 'ਚ ਉਹੀ ਇੰਡੀਆ ਦੇ ਆਪਰੇਸ਼ਨ ਜਿਹਦੇ 'ਚ ਫਾਲਸ ਫਲੈਗ ਨਿਊਜ਼ ਔਰ ਦੂਜੀਆਂ ਪਲਾਂਟ ਕਰਨਾ। ਔਰ ANI ਜਿਸ ਨੂੰ ਉਹਨਾਂ ਨੇ ਕਿਹਾ ਵੀ ਬਿਲਕੁਲ ਜਿਨ੍ਹਾਂ ਨੂੰ ਐਕਸਪਰਟ ਦਾ ਦੇ ਕੇ ਹਵਾਲਾ ਦਿੰਦੇ ਨੇ, NGO ਐਗਜ਼ਿਸਟ ਹੀ ਨਹੀਂ ਕਰਦੀ, 30 ਸਾਲ ਪਹਿਲਾਂ ਦੀ ਉੱਡੀ ਹੋਈ ਹੈ। ਜਿਨ੍ਹਾਂ ਇੰਡੀਵਿਜੂਅਲਸ ਦੇ ਨਾਂ ਤੇ ਕੋਟ ਕੀਤਾ ਜਾਂਦਾ ਉਹ ਇੰਡੀਵਿਜੂਅਲ ਐਗਜ਼ਿਸਟ ਨਹੀਂ ਕਰਦੇ। ਔਰ ANI ਉਹ ਉਹਨਾਂ ਦੀ ਨਿਊਜ਼ ਏਜੰਸੀ ਹੈ ਕਿ ਈਵਨ ਰॉयटर ਜਿਹੜੀ ਐਸੋਸੀਏਟਡ ਪ੍ਰੈਸ, ਰॉयटर 2 ਵੱਡੇ, ਰॉयटर ਦੇ ਕੋਲ ਹੁਣ ਤੱਕ 49% ਸ਼ੇਅਰ ANI ਦੇ ਸੀ। ਮਤਲਬ ਇਹ ਹੈ ਕਿ ਜਿਹੜੀ ਉਹਨਾਂ ਦਾ ਝੂਠਾ ਨੈਰੇਟਿਵ ਹੈ ਉਹਨੂੰ ਰॉयटर ਗਲੋਬਲੀ ਜਿਹੜਾ ਉਹ ਭੇਜਦਾ ਰਿਹਾ। ਔਰ ਅੱਜ ਇਸ ਦੇ ਉੱਤੇ ਬੜੀ ਚਰਚਾ ਚੱਲ ਰਹੀ ਹੈ ਮੀਡੀਆ ਦੇ ਵਿੱਚ ਔਰ ਦੂਸਰੇ। ਸੋ ਜਿਵੇਂ ਹੁਣ ਦੱਸਿਆ ਗਿਆ ਵੀ ਜੇ ਉੱਥੋਂ ਕੌਮੀ ਰਿਹਾਈ ਮੋਰਚੇ ਤੋਂ ਲਾਈਵ ਟੈਲੀਕਾਸਟ ਹੋ ਰਿਹਾ ਸੀ 6 ਚੈਨਲ ਜਿਹਦੇ 'ਚ ਜ਼ਾਹਰ ਹੈ TV 84 ਦਾ ਵੀ, ਉਹ ਸਾਰੇ ਬਲੌਕ ਕੀਤੇ ਹੋਏ ਨੇ। TV 84 ਐਜ਼ ਏ ਚੈਨਲ ਜੂਨ 2020 ਤੋਂ ਬਲੌਕ ਹੈ ਅਲੋਂਗ ਵਿਦ ਅਦਰਸ। ਹੁਣ ਦੂਸਰਾ ਪਾਰਟ ਤੁਸੀਂ ਦੇਖੋ ਕਿ ਵੀ ਕਿਸਾਨ ਮੋਰਚੇ ਵੇਲੇ ਮੇਨ ਸਟ੍ਰੀਮ ਮੀਡੀਆ ਦਾ ਕਵਰ ਨਹੀਂ ਸੀ ਕਰ ਰਿਹਾ, ਉਦੋਂ ਇੱਕ ਯੂਟਿਊਬਰ ਕਨਸੈਪਟ ਨਿਕਲਿਆ। ਕਿਸਾਨ ਮੋਰਚੇ ਨੂੰ ਬਹੁਤ ਸਾਰੇ ਯੂਟਿਊਬਰਸ ਨੇ ਜ਼ਿੰਦਗੀ ਦਿੱਤੀ ਜਾਂ ਉਹਨਾਂ ਨੂੰ ਰੁਜ਼ਗਾਰ ਦਿੱਤਾ। ਹੁਣ ਅੱਜ ਤੁਸੀਂ ਦੇਖੋ ਵੀ ਇਹ ਜਿਹੜਾ ਯੂਟਿਊਬਰ ਪੰਜਾਬੀ ਮਾਫੀਆ, ਜਿਹੜਾ ਯੂਟਿਊਬਰ ਮਾਫੀਆ, ਉਹਨਾਂ 'ਚ ਤੁਹਾਨੂੰ 80% ਉਹ ਮਿਲਣਗੇ ਜਿਹੜੇ ਝੂਠੀ ਕਹਾਣੀ, ਪ੍ਰੋਵੋਕੇਸ਼ਨ, ਇੱਕ ਅੱਧਾ ਕੋਈ ਆਇਆ। ਜਿਵੇਂ ਹੁਣ ਭਾਈ ਗੁਰਦੀਪ ਸਿੰਘ ਆਪਣੇ ਪਿੰਡ ਆਏ, ਉਹਨਾਂ ਨੇ ਪੁੱਛਿਆ ਜੀ ਤੁਹਾਨੂੰ, ਹੁਣ ਉਹਨਾਂ ਦਾ ਪਿੰਡ ਵੀ ਉਹੀ ਜੱਲੂ ਖੈਰ ਹੈ ਜਿਹੜਾ ਅੰਮ੍ਰਿਤਪਾਲ, ਕਿ ਜੀ ਤੁਹਾਨੂੰ ਅੰਮ੍ਰਿਤਪਾਲ ਸਿੰਘ ਹੋਰੀ ਮਿਲੇ? ਉਹਨਾਂ ਨੇ ਕਿਹਾ ਜੀ ਨਹੀਂ ਅਜੇ ਨਹੀਂ ਮਿਲੇ। ਉਹਨੇ ਬੁਲਾਤਾ ਕਿ ਜੀ ਉਸੇ ਪਿੰਡ 'ਚ ਮਿਲਣ ਨਹੀਂ ਆਇਆ ਦੂਜਾ। ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਕੀ ਤੁਸੀਂ ਚੰਡੀਗੜ੍ਹ ਦੇ ਬਾਰੇ ਮੋਰਚੇ 'ਚ ਰਿਹਾਈ ਦਾ ਜਾਂ ਉਹਦੇ ਕੀ ਨਹੀਂ? ਉਹ ਕਹਿੰਦੇ, ਉਹਨਾਂ ਨੇ ਕਿਹਾ ਜੀ ਬੱਚਿਆਂ ਨੂੰ ਪੜ੍ਹਨਾ ਚਾਹੀਦਾ, ਚੰਗੀ ਐਜੂਕੇਸ਼ਨ। ਉਹਨਾਂ ਹੁਣ ਈਵਨ ਜਿਹੜਾ ਪੰਜਾਬੀ ਜਿਹੜਾ ਯੂਟਿਊਬਰ ਮਹਿਕਮਾ ਸੀ ਜਿਨ੍ਹਾਂ ਨੂੰ ਰੁਜ਼ਗਾਰ ਕਿਸਾਨ ਮੋਰਚੇ ਨੇ ਦਿੱਤਾ, ਉਹ ਅੱਜ
80% ਤੁਹਾਡੇ ਖਿਲਾਫ ਭੁਗਤ ਰਹੇ ਨੇ। ਝੂਠੀਆਂ ਕਹਾਣੀਆਂ ਪਲਾਂਟ ਕਰਕੇ ਉਸ ਕਿਸਮ ਦਾ ਹੈਡਲਾਈਨ ਕੋ ਹੋਰ ਲੱਗੀ ਹੈ, ਵਿੱਚ ਕੁਝ ਹੋਰ ਲੱਗਾ ਹੈ, ਤੇ ਜਿਹੜਾ ਸਾਡਾ ਨੈਰੇਟਿਵ ਦੇਣ ਵਾਲੇ ਨੇ ਹੁਣ ਮਿਸਟਰ ਸੱਜਣ ਜਿਹੜੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਜਿਨ੍ਹਾਂ ਦਾ ਸੰਬੰਧ ਹੈ ਆਪਣਾ ਸਾਂਝਾ ਪੰਜਾਬ ਲਈ ਵੀ ਦੂਜਾ, ਅਸੀਂ ਉਹ ਦੇਖਦੇ ਹਾਂ ਕਿ ਜਦੋਂ ਇਹਨਾਂ ਨੇ ਪੈਗਾਸਸ ਆਇਆ ਕਿ ਬਈ ਕਿਵੇਂ ਸਪਾਈਵੇਅਰ ਹੈ, ਜਿਹੜੇ ਜਰਨਲਿਸਟ ਪੰਜਾਬ ਦੇ ਸੀ ਜਿਨ੍ਹਾਂ ਦੇ ਨੂੰ ਬਲੌਕ ਕੀਤਾ, ਜਿਨ੍ਹਾਂ ਨੂੰ ਮੋਨੀਟਰ, ਉਹਨਾਂ ਚ ਉਹਨਾਂ ਦਾ ਨਾਮ ਵੀ ਸੀ, ਜਸਪਾਲ ਸਿੰਘ ਖੇਰਾ ਤੇ ਭੁਪਿੰਦਰ ਸਿੰਘ ਸਰ, ਹਾਂ ਉਹਨਾਂ ਦੇ ਪਹਿਰੇਦਾਰ ਵਾਲੇ ਔਰ ਜਿਹੜਾ ਇਸ ਲੈਵਲ ਤੇ। ਸੋ ਇਹ ਮੰਨ ਕੇ ਤੁਰੋ, ਆ ਜੇ ਹਫਤਾ ਪਹਿਲਾਂ ਉਹਨਾਂ ਨੇ ਪੰਜਾਬ 'ਚ ਇੱਕ ਆਪਰੇਸ਼ਨ ਸੀਲ ਕੀਤਾ ਕਿ ਜੀ ਪੰਜਾਬ ਨੂੰ ਕੱਟ ਆਫ ਕਰਕੇ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਹਰਿਆਣਾ, ਹਿਮਾਚਲ ਕਿ ਜੀ ਸਾਰੀਆਂ ਗੱਡੀਆਂ ਚੈੱਕ ਕੀਤੀਆਂ ਜਾ ਰਹੀਆਂ, 2000 ਮੁਲਾਜ਼ਮ, 350 ਨਾਕਾ। ਇਹ ਤੁਹਾਨੂੰ ਨਹੀਂ ਲੱਗਦਾ ਕਿ ਵੀ ਇਹ ਆਉਣ ਵਾਲੇ ਪੀਰੀਅਡ ਜੋ ਉਹਨਾਂ ਨੇ ਪੰਜਾਬ ਨੂੰ ਕੱਟ ਆਫ ਕਰਕੇ ਇੰਟਰਨੈਟ ਬਲੌਕ, ਕਸ਼ਮੀਰ ਤੋਂ ਵਧੀਆ ਕੋਈ ਉਹਦਾ, ਕਸ਼ਮੀਰ ਨਾਲੋਂ ਉੱਪਰ ਤਾਂ ਨਹੀਂ ਅਸੀਂ ਆਪਣੀ ਸਟਰਗਲ ਨੂੰ ਲੈ ਕੇ ਗਏ। ਪੰਜਾਬ 'ਚ ਤਾਂ ਸਿੱਖ ਫਿਰ ਵੀ 50, 55, 60% ਹੋਣਗੇ, ਕਸ਼ਮੀਰਵਾਦੀ ਤਾਂ 95% ਸਿੰਪੈਥਾਈਜ਼ਰ ਨੇ ਮੂਵਮੈਂਟ ਦੇ, ਉਹ ਲੜ ਵੀ ਰਹੇ ਸੀ। ਔਰ ਕਸ਼ਮੀਰ ਉਹ ਖਿੱਤਾ ਬਣਿਆ ਦੁਨੀਆ ਦਾ, ਇਹ ਐਮਨੈਸਟੀ ਔਰ ਦੂਸਰੀਆਂ ਰਿਪੋਰਟਾਂ ਨੇ, ਜਿੱਥੇ ਸਭ ਤੋਂ ਜ਼ਿਆਦਾ ਇੰਟਰਨੈਟ ਬੈਨ 2.5 ਸਾਲ 3 ਸਾਲ ਰਿਹਾ। ਜੇ ਤੁਹਾਡੇ ਕੋਲ ਇੰਟਰਨੈਟ ਹੀ ਨਹੀਂ, ਫੋਨ ਤੁਹਾਡੇ ਜਿਹੜੇ ਨੇ ਉਹ ਹੁਣ ਮਤਲਬ ਤੁਸੀਂ ਇਹ ਦੇਖਦੇ ਹੋ ਉੱਥੇ ਕਿਸੇ ਨੂੰ ਵੀ ਲੈ ਕੇ ਦੇਖੋਗੇ, ਮੰਨ ਕੇ ਤੁਰੋ ਕਿ ਭਾਈ ਉਹ ਸਾਰੇ ਉਹਨਾਂ ਨੇ ਬੱਗ ਕੀਤੇ ਹੋਏ ਨੇ। ਲੋਕਲ ਤੁਹਾਡੇ ਕੋਲ ਕੋਈ ਹੋਰ ਰਾਹ ਨਹੀਂ ਹੈ, ਇੰਸਟੀਟਿਊਸ਼ਨਸ ਤੁਹਾਡੀਆਂ ਉਹਨਾਂ ਨੇ ਡਿਸਟਰੋਏ ਕਰ ਦਿੱਤੀਆਂ। ਸ਼੍ਰੋਮਣੀ ਕਮੇਟੀ ਸੀ ਉਹ ਪਹਿਲਾਂ ਹੀ ਉਹਦੇ ਬਰਾਬਰ, ਹਜ਼ੂਰ ਸਾਹਿਬ ਕਮੇਟੀ, ਪਟਨਾ ਸਾਹਿਬ, ਦਿੱਲੀ ਕਮੇਟੀ ਸਿੱਧੀ ਬੀਜੇਪੀ ਦੇ ਕੰਟਰੋਲ 'ਚ। ਹਰਿਆਣੇ ਦੇ 50-55 ਗੁਰਦੁਆਰੇ ਹਿਸਟੋਰੀਕਲ ਖੋਹ ਕੇ ਉਹ ਖੱਟੜ ਨੇ ਆਪਣੇ ਸਾਰੇ RSS ਦੇ ਬੰਦੇ ਲਾਏ ਨੇ ਉੱਥੇ ਗੁਰਦੁਆਰਿਆਂ 'ਚ। ਸਿੱਖ ਇੱਕ ਦੂਸਰੇ ਦੇ ਹੁਣ ਕਰ ਰਹੇ ਨੇ ਜੀ, ਸ਼੍ਰੋਮਣੀ ਕਮੇਟੀ ਤੋਂ ਕਬਜ਼ਾ ਲੈ ਲਿਆ, ਅੱਜ 5 ਗੁਰਦੁਆਰੇ ਲੈ ਲਏ, ਅੱਜ ਕੁਰੂਕਸ਼ੇਤਰ ਦਾ ਮੀਰੀ ਪੀਰੀ ਲੈ ਲਿਆ। ਹੁਣ ਅਸੀਂ ਨਾ ਸਾਡੇ ਕੋਲ ਕੋਈ ਇੰਸਟੀਟਿਊਸ਼ਨ ਹੈ, ਨਾ ਸਾਡੇ ਕੋਲ ਕੋਈ ਅਲਟਰਨੇਟ ਹੈ ਕਿ ਭਾਈ ਅਸੀਂ ਜਦੋਂ ਇਹ ਸਾਰਾ ਕੁਝ ਹੋਣਾ ਹੈ 80s ਦੇ ਵਿੱਚ ਹੋਇਆ, ਪੰਜਾਬ ਦੇ ਵਿੱਚ ਪੈਦਲ ਚੱਲਣ ਤੇ ਵੀ ਪਾਬੰਦੀ ਸੀ, ਕੋਈ ਘਰੋਂ ਨਹੀਂ ਨਿਕਲ ਸਕਿਆ, ਕੋਈ ਇਹ ਮਰਜੀਵੜਾ 1 ਲੱਖ ਭਰਤੀ ਕੀਤਾ ਕੋਈ ਨਜ਼ਰ ਨਹੀਂ ਆਇਆ। ਸੋ ਮੈਨੂੰ ਇਹ ਨਜ਼ਰ ਆਉਂਦਾ ਹੈ ਕਿ ਭਾਈ ਇਹ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਤੇ ਬਹਿ ਕੇ ਬੱਲੇ ਬੱਲੇ ਵਾਲੇ ਅੰਦਾਜ਼ ਚੋਂ ਨਿਕਲ ਕੇ ਸਟ੍ਰੈਟੇਜਾਈਜ਼ ਕਰੀਏ, ਵਿਉਂਤਬੰਦੀ ਕਰੀਏ, ਇਹ ਬਹੁਤ ਖਤਰਨਾਕ ਖੇਡ ਖੇਡਣ ਜਾ ਰਹੀਆਂ ਨੇ ਏਜੰਸੀਆਂ। ਔਰ ਇਹ ਇੱਕ ਖੌਫਜ਼ਦਾ ਕਰਨ ਵਾਲਾ ਮਾਹੌਲ ਸਿਰਜਿਆ ਜਾਏਗਾ ਜਿਸ 'ਚ ਸਾਨੂੰ ਪਤਾ ਵੀ ਨਹੀਂ ਲੱਗ ਰਿਹਾ ਕਿ ਭਾਈ ਅਸੀਂ ਇਸ ਸਾਰੇ ਨੂੰ ਕਿਵੇਂ ਓਵਰਕਮ ਕਰਨਾ। ਜੀ ਡਾਕਟਰ ਸਾਹਿਬ, ਬਿਲਕੁਲ ਇਹ ਬਿਲਕੁਲ ਠੀਕ ਹੈ ਗੱਲ। ਮੈਂ ਉਮੀਦ ਕਰਦਾ ਜਿਹੜੇ ਸਾਡੇ ਦਰਸ਼ਕ ਨੇ, ਸਾਡਾ ਸਮਾਂ ਸਮਾਪਤੀ ਤੇ ਆ ਗਿਆ ਆ, ਅਸੀਂ ਗੱਲਬਾਤ ਨੂੰ ਇੱਥੇ ਹੀ ਸਮੇਟਦੇ ਹਾਂ। ਪਰ ਇਹ ਜ਼ਰੂਰ ਸਾਡੇ ਲਈ ਇੱਕ ਸਵਾਲ ਹੈ ਵੀ ਅਸੀਂ ਕਿਸ ਕਿਸਮ ਨਾਲ ਰਿਐਕਟ ਕਰਨਾ ਜਾਂ ਅਸੀਂ ਕਿਸ ਕਿਸਮ ਦੀ ਵਿਉਂਤਬੰਦੀ ਕਰਨੀ ਹੈ। ਆਪਣੇ ਆਪ ਤੋਂ ਇਹ ਗੱਲ ਜ਼ਰੂਰ ਪੁੱਛੀਏ। ਮੀਡੀਆ ਦੇ ਹਵਾਲੇ ਨਾਲ TV84 ਨੂੰ ਵੀ 2020 ਤੋਂ ਉੱਥੇ ਬਲੌਕ ਕੀਤਾ ਹੋਇਆ, ਤੇ ਹਰ ਉਹ ਛੋਟੇ ਤੋਂ ਛੋਟਾ ਵੈਬ ਚੈਨਲ ਹੋਵੇ, YouTube ਦਾ ਜਸਟ ਛੋਟੇ ਦਾਇਰਾਕਾਰ ਵਾਲਾ ਮੀਡੀਆ ਹੋਵੇ, ਉਹਨੂੰ ਕਿਸ ਕਿਸਮ ਦੀ ਬਲੌਕੇਜ ਦਾ ਜਾਂ ਰੈਜ਼ਿਸਟੈਂਸ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਉਹ ਸਿੱਖ ਨੈਰੇਟਿਵ ਦੇ ਉੱਤੇ ਕੰਮ ਕਰਦਾ ਆ। ਇਹ ਇੱਕ ਸਵਾਲ ਵੀ ਹੈ ਤੇ ਸਾਡੇ ਲਈ ਇੱਕ ਮੋਟੀਵੇਸ਼ਨ ਹੋਣੀ ਚਾਹੀਦੀ ਹੈ, ਮੈਂ ਇਸ ਲੈਵਲ ਤੋਂ ਕਹੂੰਗਾ। ਸੋ ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।